ਸਤਿਗੁਰੂ ਜੀ ਵੱਲੋਂ ਹੋਰ ਆਜੂਦੀ ਬਾਬਾ ਜੀ ਨੂੰ ਬਖਸ਼ਿਸ਼ ਕਰਨੀ। ਤਕਰੀਬਨ 1962 ਈਸਵੀ ਦੇ ਜੂਨ ਮਹੀਨੇ ਵਿੱਚ ਬਾਬਾ ਜੀ ਨੂੰ ਬੁਖਾਰ ਹੋ ਗਿਆ। ਬੁਖਾਰ ਅਜੇ ਹਟਿਆ ਨਹੀਂ ਸੀ ਕਿ ਬਹੁਤ ਜ਼ਿਆਦਾ ਦਸਤ ਲੱਗ ਗਏ ਤੇ ਨਾਲ ਹੀ ਖੂਨ ਆਉਣ ਲੱਗ ਪਿਆ। ਡਾਕਟਰਾਂ ਨੇ ਆਪਣੀ ਆਪਣੀ ਸਮਝ ਮੁਤਾਬਕ ਕਾਫੀ ਇਲਾਜ ਕੀਤਾ, ਪਰ ਆਰਾਮ ਨਾ ਆਇਆ। ਦਸਤਾਂ ਕਾਰਨ ਸਰੀਰ ਵਿੱਚ ਪਾਣੀ ਦੀ ਵੀ ਘਾਟ ਹੋ ਗਈ, ਕਮਜ਼ੋਰੀ ਵੀ ਬਹੁਤ ਹੋ ਗਈ। ਗਲੂਕੋਜ਼ ਵਗੈਰਾ ਵੀ ਲਾਇਆ, ਪਰ ਹਾਲਤ ਖਰਾਬ ਹੀ ਹੁੰਦੀ ਗਈ। ਬਾਬਾ ਜੀ ਦੇ ਜਿੰਨੇ ਵੀ ਪ੍ਰੇਮੀ ਸਨ, ਸਭ ਨੇ ਆਪੋ ਆਪਣਾ ਅਸਰ ਰਸੂਖ ਤੇ ਵਿੱਤ ਅਨੁਸਾਰ ਚੰਗੇ ਤੋਂ ਚੰਗੇ ਤੇ ਸਿਆਣੇ ਤੋਂ ਸਿਆਣੇ ਡਾਕਟਰਾਂ ਪਾਸੋਂ ਸਿਹਤ ਜਾਬੀ ਲਈ ਯਤਨ ਕਰਵਾਏ। ਪਰ ਇੱਕ ਰਾਤ ਐਸੀ ਆ ਗਈ ਕਿ ਬਹੁਤੇ ਪ੍ਰੇਮੀਆਂ ਦੇ ਮਨਾਂ ਵਿੱਚ ਬਾਬਾ ਜੀ ਦੀ ਸਰੀਰਕ ਹਾਲਤ ਨੂੰ ਵੇਖ ਕੇ ਨਿਸ਼ਚਾ ਹੋ ਗਿਆ ਕਿ ਕਿਸੇ ਵੀ ਪਲ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ। ਸਾਰੇ ਸਿੰਘਾਂ ਨੇ ਰਾਤ ਜਾਗਦਿਆਂ ਹੀ ਕੱਟੀ। ਰਾਤ ਭਰ ਬਾਬਾ ਜੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੀ ਰਹੇ। ਤੜਕੇ ਆਪ ਜੀ ਦੇ ਪਾਸ ਹੀ ਨਿਤਨੇਮ ਕੀਤਾ ਗਿਆ। ਨਿਤਨੇਮ ਦੀ ਅਰਦਾਸ ਦੇ ਨਾਲ ਹੀ ਸੰਗਤ ਰੂਪ ਵਿੱਚ ਆਪ ਜੀ ਦੀ ਸਿਹਤ ਜਾਬੀ ਲਈ ਵੀ ਅਰਦਾਸ ਕੀਤੀ ਗਈ। ਅਰਦਾਸ ਤੋਂ ਬਾਅਦ ਅਚਾਨਕ ਬਾਬਾ ਜੀ ਬੋਲੇ ਤੇ ਕਹਿਣ ਲੱਗੇ ਕਿ ਭਾਈ, ਜੇ ਤੁਸੀਂ ਸਾਨੂੰ ਠੀਕ ਕਰਨਾ ਹੈ ਤਾਂ ਪਿੰਡ ਬਾਲਿਆਂ ਤੋਂ ਹਕੀਮ ਬੂਟਾ ਸਿੰਘ ਨੂੰ ਲੈ ਕੇ ਆਵੋ। ਸਾਹ ਬੂਟਾ ਸਿੰਘ ਜੀ, ਜੋ ਸਾਹ ਈਸ਼ਰ ਸਿੰਘ ਹੋਰਾਂ ਦੇ ਸੁਪੁੱਤਰ ਸਨ, ਬੜੇ ਗੁਰਸਿੱਖੀ ਖਿਆਲਾਂ ਦੇ ਧਾਰਨੀ ਸਨ। ਇਹਨਾਂ ਨੇ ਆਪਣੇ ਅੰਗਰੇਜ਼ੀ ਰਾਜ ਸਮੇਂ ਮਿਲਟਰੀ ਵਿੱਚ ਨੌਕਰੀ ਕਰਕੇ ਬੜਾ ਨਾਮਣਾ ਖੱਟਿਆ। ਆਪ ਜੀ ਹਰ ਤਰ੍ਹਾਂ ਦੀ ਪੂਰੀ ਜਾਣਕਾਰੀ ਰੱਖਦੇ ਸਨ। ਇਹਨਾਂ ਨੂੰ ਦੇਸੀ ਦਵਾਈਆਂ ਦੀ ਵੀ ਪੂਰੀ ਮੁਹਾਰਤ ਸੀ ਤੇ ਦਵਾਈ ਮੋਖ ਰਹਿਤ ਹੀ ਮਰੀਜ਼ਾਂ ਨੂੰ ਦਿੰਦੇ ਸਨ। ਹਿਕਮਤ ਦੇ ਪੂਰੇ ਮਾਹਰ ਹੋਣ ਤੋਂ ਇਲਾਵਾ ਆਪ ਇੱਕ ਚੰਗੇ ਕਿਸਾਨ ਵੀ ਸਨ। ਨੇਕ ਇਨਸਾਨ ਤੇ ਵਿਦਿਆ ਦਾ ਸ਼ੌਂਕ ਰੱਖਣ ਵਾਲੇ ਸਨ। ਸੋ ਬੂਟਾ ਸਿੰਘ ਹੋਰਾਂ ਨੂੰ ਲੈਣ ਵਾਸਤੇ ਇੱਕ ਪ੍ਰੇਮੀ ਬਾਲਨੀ ਪਿੰਡ ਚਲੇ ਗਿਆ। ਉਹਨਾਂ ਸਾਰਾ ਹਾਲ ਚਾਲ ਪੁੱਛ ਕੇ 3-4 ਪੁੜੀਆਂ ਖੰਡ ਦੇ ਸ਼ਰਬਤ ਨਾਲ ਦੇ ਦਿੱਤੀਆਂ ਅਤੇ ਈਸਬ ਗੋਲ ਦੀ ਭੁੱਕੀ ਵੀ ਦੇ ਦਿੱਤੀ। ਬਸ ਫਿਰ ਕੀ ਸੀ, ਪਰਮੇਸ਼ਰ ਜੀ ਨੂੰ ਭਾਵੇ ਤਾਂ ਕੋਈ ਬਹਾਨਾ ਹੀ ਬਣਦਾ ਹੈ। ਔਖਦ ਆਏ ਰਾਸ ਵਿੱਚ ਆਪ ਖਲੋਇਆ ਦੇ ਹੁਕਮ ਅਨੁਸਾਰ ਸ਼ਾਮ ਤੱਕ ਬਾਬਾ ਜੀ ਦੀ ਸਿਹਤ ਵਿੱਚ ਕਾਫੀ ਫਰਕ ਪੈ ਗਿਆ। ਅੱਜ ਹੋਰ, ਕੱਲ ਹੋਰ ਦਿਨਾਂ ਵਿੱਚ ਹੀ ਬਾਬਾ ਜੀ ਤੁਰਨ ਫਿਰਨ ਲੱਗ ਪਏ ਤੇ ਪਹਿਲੇ ਵਾਂਗ ਤੰਦਰੁਸਤ ਹੋ ਗਏ। ਇਸ ਬਿਮਾਰੀ ਤੋਂ ਬਾਅਦ ਕਈ ਵਾਰ ਆਪ ਜੀ ਨੇ ਨਜ਼ਦੀਕੀ ਪ੍ਰੇਮੀਆਂ ਨੂੰ ਦੱਸਣਾ ਕਿ ਇਸ ਬਿਮਾਰੀ ਨਾਲ ਸਾਡੇ ਸਰੀਰ ਦਾ ਅੰਤ ਹੋ ਜਾਣਾ ਸੀ, ਪਰ ਹੁਣ ਜੋ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਨਿਰੋਲ ਸੰਗਤ ਦੀ ਸੇਵਾ ਹਿੱਤ ਦਿੱਤਾ ਹੈ। ਜਿੰਨਾ ਚਿਰ ਸਤਿਗੁਰੂ ਜੀ ਨੇ ਇਸ ਚੋਲੇ ਪਾਸੋਂ ਸੇਵਾ ਲੈਣੀ ਹੋਵੇਗੀ, ਲੈ ਲੈਣਗੇ। ਕਈ ਵਾਰ ਬਾਬਾ ਜੀ ਨੇ ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਹੋਰਾਂ ਨੂੰ ਅਤੇ ਹੋਰ ਦੇ ਨੇੜਲੇ ਪ੍ਰੇਮੀਆਂ ਨੂੰ ਹਦਾਇਤ ਵੀ ਕੀਤੀ ਹੋਈ ਸੀ ਕਿ ਜਦੋਂ ਉਹਨਾਂ ਦੇ ਸਰੀਰ ਦਾ ਅੰਤ ਹੋ ਜਾਵੇ ਤਦ ਗੁਰਮਤ ਅਨੁਸਾਰ ਦਾਹ ਸੰਸਕਾਰ ਕਰ ਦੇਣਾ। ਤੇ ਖਾਸ ਹਦਾਇਤ ਇਹ ਸੀ ਕਿ ਸੰਸਕਾਰ ਵਾਲੀ ਜਗ੍ਹਾ ਕਿਸੇ ਵੀ ਕਿਸਮ ਦੀ ਵੱਖਰੀ ਹੋਂਦ ਕਾਇਮ ਨਹੀਂ ਕਰਨੀ। ਭਾਵ ਕਿ ਜਿੱਥੇ ਸੰਸਕਾਰ ਵਗੈਰਾ ਕਰਨਾ ਹੈ, ਉੱਥੇ ਕਿਸੇ ਕਿਸਮ ਦੀ ਬਾਬਾ ਜੀ ਦੀ ਸਮਾਧ ਜਾਂ ਨਿਸ਼ਾਨੀ ਨਹੀਂ ਬਣਾਉਣੀ ਅਤੇ ਨਾ ਹੀ ਕੋਈ ਵੱਖਰਾ ਨਿਸ਼ਾਨ ਕਾਇਮ ਕਰਨਾ ਹੈ। ਬਾਬਾ ਜੀ ਕਿਹਾ ਕਰਦੇ ਸਨ ਕਿ ਇਸ ਵਿੱਚ ਹੀ ਉਹਨਾਂ ਦੀ ਖੁਸ਼ੀ ਹੋਵੇਗੀ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨਾਲ ਮਿਲਾਪ। ਸਰੀਰ ਕਰਕੇ ਬਾਬਾ ਜੀ ਦਾ ਭਾਈ ਵੀਰ ਸਿੰਘ ਹੋਰਾਂ ਨਾਲ ਪਹਿਲਾਂ ਕਦੇ ਵੀ ਮਿਲਾਪ ਨਹੀਂ ਹੋਇਆ ਸੀ। ਉਂਝ ਆਤਮਕ ਮੰਡਲਾਂ ਵਿੱਚ ਸੁਰਤੀ ਮਿਲਾਪ ਕਾਰਨ ਇੱਕ ਦੂਜੇ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ। ਸਤਿਗੁਰੂ ਜੀ ਦੇ ਹਜ਼ੂਰ ਸੱਚਖੰਡ ਵਿੱਚ ਜਦੋਂ ਦੋਵੇਂ ਆਤਮਾਵਾਂ ਇੱਕ ਦੂਜੇ ਨੂੰ ਅਕਸਰ ਬੜੇ ਪ੍ਰੇਮ ਨਾਲ ਮਿਲਦੀਆਂ ਰਹਿੰਦੀਆਂ। ਗੁਰੂ ਪਾਤਸ਼ਾਹ ਜੀ ਦਾ ਵੀ ਫਰਮਾਨ ਹੈ ਕਿ ਅਸਲੀ ਮਿਲਾਪ ਤਾਂ ਅੰਤਰ ਆਤਮਾ ਦਾ ਹੈ। ਮਿਲਿਆ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। 1950-51 ਦੇ ਕਰੀਬਨ ਬਾਬਾ ਜੀ ਨੂੰ ਕਿਸੇ ਪ੍ਰੇਮੀ ਨੇ ਦੱਸਿਆ ਕਿ ਅਸੀਂ ਅਖਬਾਰ ਵਿੱਚ ਪੜ੍ਹਿਆ ਹੈ ਕਿ ਭਾਈ ਵੀਰ ਸਿੰਘ ਜੀ ਸਰੀਰ ਕਰਕੇ ਕਾਫੀ ਢਿੱਲੇ ਹਨ। ਇਹ ਖਬਰ ਸੁਣ ਕੇ ਅਗਲੇ ਦਿਨ ਹੀ ਮਨ ਬਣਾ ਲਿਆ ਕਿ ਭਾਵੇਂ ਆਤਮਕ ਤੌਰ ਤੇ ਤਾਂ ਮਿਲਾਪ ਹੁੰਦਾ ਹੀ ਰਹਿੰਦਾ ਹੈ, ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਭਾਈ ਸਾਹਿਬ ਜੀ ਦੀ ਸਿਹਤ ਦਾ ਜਾ ਕੇ ਹਾਲ ਚਾਲ ਪੁੱਛੀਏ ਅਤੇ ਸਰੀਰ ਦੇ ਦਰਸ਼ਨ ਕਰਕੇ ਆਈਏ। ਬਾਬਾ ਜੀ ਨੇ ਬੱਸ ਫੜੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜ ਗਏ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸੱਚਖੰਡ ਦਰਬਾਰ ਦੀ ਹਾਜ਼ਰੀ ਭਰੀ ਅਤੇ ਰਿਕਸ਼ਾ ਕਰਕੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਕੋਠੀ ਪੁੱਜ ਗਏ। ਉੱਥੇ 5-7 ਸੱਜਣ ਹੋਰ ਵੀ ਭਾਈ ਸਾਹਿਬ ਹੋਰਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਲਈ ਆਏ ਹੋਏ ਸਨ। ਬਰਾਂਡੇ ਵਿੱਚ ਬੈਂਚ ਡਿੱਠੇ ਹੋਏ ਸਨ। ਬਾਕੀ ਪ੍ਰੇਮੀਆਂ ਦੇ ਨਾਲ ਹੀ ਬਾਬਾ ਜੀ ਵੀ ਬੈਂਚ ਉੱਪਰ ਬੈਠ ਗਏ। ਸੇਵਾਦਾਰ ਨੇ ਸਾਰਿਆਂ ਨੂੰ ਬੇਨਤੀ ਕੀਤੀ ਕਿ ਡਾਕਟਰਾਂ ਨੇ ਭਾਈ ਸਾਹਿਬ ਨਾਲ ਮੁਲਾਕਾਤਾਂ ਤਾਂ ਬੰਦ ਕੀਤੀਆਂ ਹੋਈਆਂ ਹਨ, ਪਰ ਆਹ ਇੱਕ ਰਜਿਸਟਰ ਸਾਰਿਆਂ ਅੱਗੇ ਲਿਆ ਰੱਖਿਆ ਤੇ ਕਿਹਾ ਕਿ ਤੁਸੀਂ ਸਾਰੇ ਪ੍ਰੇਮੀ ਆਪਣੇ ਆਪਣੇ ਨਾਂ ਤੇ ਪੂਰੇ ਸਿਰਨਾਵੇਂ ਇਸ ਰਜਿਸਟਰ ਉੱਪਰ ਦਰਜ ਕਰ ਦਿਓ। ਸ਼ਾਮ ਨੂੰ ਜਦੋਂ ਭਾਈ ਸਾਹਿਬ ਸੈਰ ਲਈ ਬਾਹਰ ਨਿਕਲਣਗੇ ਤਦ ਮੈਂ ਉਹਨਾਂ ਪਾਸ ਆਪ ਸਭ ਦੀ ਹਾਜ਼ਰੀ ਲਵਾ ਦਿਆਂਗਾ। ਸਾਰਿਆਂ ਨੇ ਆਪੋ ਆਪਣੇ ਨਾਂ ਪਤੇ ਲਿਖ ਦਿੱਤੇ।
ਬਾਬਾ ਜੀ ਨੂੰ ਵੀ ਸੇਵਾਦਾਰ ਨੇ ਆਪਣਾ ਸਰਨਾਮਾ ਲਿਖ ਕੇ ਦਸਤਖਤ ਕਰਨ ਲਈ ਕਿਹਾ ਤਾਂ ਬਾਬਾ ਜੀ ਨੇ ਬੇਨਤੀ ਕੀਤੀ ਕਿ ਸਾਡੀ ਵੱਲੋਂ ਲਿਖਣ ਦੀ ਲੋੜ ਨਹੀਂ, ਕਿਉਂਕਿ ਸਾਡੀ ਹਾਜ਼ਰੀ ਉਹਨਾਂ ਪਾਸ ਲੱਗੀ ਹੀ ਹੋਈ ਹੈ। ਮੈਂ ਇੱਥੇ ਥੋੜਾ ਸਮਾਂ ਹੋਰ ਬੈਠ ਕੇ ਉਹਨਾਂ ਦੀ ਸਿਹਤਯਾਬੀ ਵਾਸਤੇ ਪਾਠ ਕਰਕੇ ਅਰਦਾਸ ਹੀ ਕਰਨੀ ਹੈ। ਤੁਸੀਂ ਮੇਰੇ ਪ੍ਰਤਾਏ ਕੋਈ ਖਿਆਲ ਨਾ ਕਰੋ। ਬਾਕੀ ਸੰਗਤ ਜੋ ਬੈਠੀ ਸੀ ਆਪਣੇ ਨਾਂ ਪਤੇ ਲਿਖ ਕੇ ਵਾਪਸ ਚਲੇ ਗਈ। ਬਾਬਾ ਜੀ ਬੈਂਚ ਉੱਪਰ ਬੈਠ ਕੇ ਭਾਈ ਸਾਹਿਬ ਜੀ ਦੇ ਨਿਮਿਤ ਬੇਨਤੀ ਚੌਪਈ ਦਾ ਪਾਠ ਕਰਨ ਲੱਗ ਪਏ। 5 ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੇ ਗਰੀਬ ਨਵਾਜ, ਇਸ ਪੜ੍ਹੀ ਹੋਈ ਬਾਣੀ ਦਾ ਫਲ ਭਾਈ ਸਾਹਿਬ ਦੀ ਸਰੀਰਕ ਤੰਦਰੁਸਤੀ ਲਈ ਪ੍ਰਦਾਨ ਕਰੋ ਅਤੇ ਉਹਨਾਂ ਨੂੰ ਆਪਣੇ ਭਾਣੇ ਵਿੱਚ ਸਿਹਤਯਾਬੀ ਬਖਸ਼ਿਸ਼ ਕਰੋ, ਤਾਂ ਜੋ ਆਪ ਜੀ ਦੇ ਪੰਥ ਦੀ ਹੋਰ ਉੱਚੀ ਸੁੱਚੀ ਸੇਵਾ ਕਰ ਸਕਣ। ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਪਾਠ ਕਰਨ ਉਪਰੰਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਰਨ ਹੀ ਲੱਗੇ ਸਾਂ ਕਿ ਭਾਈ ਸਾਹਿਬ ਜੀ ਨੇ ਸੇਵਾਦਾਰ ਨੂੰ ਘੰਟੀ ਮਾਰ ਕੇ ਕਮਰੇ ਵਿੱਚ ਸੱਦਿਆ। ਸੇਵਾਦਾਰ ਅੰਦਰ ਗਿਆ ਤੇ ਯਕਦਮ ਵਾਪਸ ਆ ਕੇ ਕਹਿਣ ਲੱਗਾ ਕਿ ਕੀ ਭਾਈ ਹਰਨਾਮ ਸਿੰਘ ਆਪ ਜੀ ਦਾ ਹੀ ਨਾਮ ਹੈ? ਬਾਬਾ ਜੀ ਵੱਲੋਂ ਹਾਂ ਕਰਨ ਤੇ ਉਸ ਸੇਵਾਦਾਰ ਨੇ ਕਿਹਾ ਕਿ ਭਾਈ ਸਾਹਿਬ ਹੋਰੀ ਆਪ ਜੀ ਨੂੰ ਅੰਦਰ ਯਾਦ ਕੀਤਾ ਹੈ। ਬਾਬਾ ਜੀ ਦੇ ਮਨ ਵਿੱਚ ਬੜੀ ਖੁਸ਼ੀ ਹੋਈ ਕਿ ਸਰੀਰਕ ਦਰਸ਼ਨਾਂ ਦੀ ਆਸ ਵੀ ਮਹਾਰਾਜ ਜੀ ਨੇ ਪੂਰੀ ਕਰ ਦਿੱਤੀ ਹੈ। ਬਾਬਾ ਜੀ ਅੰਦਰ ਗਏ, ਫਤਿਹ ਬੁਲਾ ਕੇ ਆਤਮਕ ਸਾਂਝ ਪੈਦਾ ਕੀਤੀ। ਭਾਈ ਸਾਹਿਬ ਬੋਲੇ ਕਿ ਤੁਸੀਂ ਬਿਨਾਂ ਮਿਲਿਆ ਹੀ ਟੁਰ ਚੱਲੇ ਸੀ। ਬਾਬਾ ਜੀ ਨੇ ਉੱਤਰ ਦਿੱਤਾ ਕਿ ਜੀ ਸੇਵਾਦਾਰ ਨੇ ਹੁਕਮ ਕੀਤਾ ਸੀ ਕਿ ਡਾਕਟਰਾਂ ਨੇ ਆਪ ਜੀ ਨੂੰ ਮਿਲਣ ਲਈ ਮਨਾ ਕੀਤਾ ਹੋਇਆ ਹੈ, ਕਿਉਂਕਿ ਆਪ ਜੀ ਦੇ ਸਰੀਰ ਨੂੰ ਕਾਫੀ ਖੇਚਲ ਹੈ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ। ਸੋ ਬੇਨਤੀ ਚੌਪਈ ਦੇ ਪਾਠ ਕਰਕੇ ਅਰਦਾਸ ਕਰ ਦਿੱਤੀ ਸੀ, ਬਾਕੀ ਤਾਂ ਆਪ ਜੀ ਸਾਰਾ ਜਾਣਦੇ ਹੀ ਹੋ। ਭਾਈ ਵੀਰ ਸਿੰਘ ਹੋਰਾਂ ਨੇ ਉੱਤਰ ਵਿੱਚ ਫਰਮਾਇਆ ਕਿ ਭਾਈ ਹਰਨਾਮ ਸਿੰਘ ਜੀ, ਬਿਮਾਰੀ ਕਾਹਦੀ? ਸਾਡੇ ਨਾਲ ਤਾਂ ਸਤਿਗੁਰੂ ਜੀ ਨੇ ਇਸ ਪ੍ਰਕਾਰ ਖੇਡ ਖੇਡੀ ਹੈ ਕਿ ਜਿਵੇਂ ਕਿਸੇ ਮਨੁੱਖ ਨੂੰ ਜਹਾਜ਼ ਜਾਂ ਬੇੜੀ ਵਿੱਚ ਬਿਠਾ ਕੇ ਸਮੁੰਦਰ ਦੇ ਐਨ ਵਿਚਕਾਰ ਲੈ ਜਾਈਏ ਤੇ ਉੱਥੇ ਉਸ ਨੂੰ ਜਹਾਜ਼ ਵਿੱਚੋਂ ਧੱਕਾ ਦੇ ਕੇ ਸਮੁੰਦਰ ਵਿੱਚ ਸੁੱਟ ਦਈਏ ਤੇ ਡਿੱਗਦੇ ਸਮੇਂ ਖਾਸ ਹਦਾਇਤ ਕਰੀਏ ਕਿ ਵੇਖੀ ਕਿਤੇ ਗਿੱਲਾ ਨਾ ਹੋ ਜਾਏ। ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਸਾਡੇ ਸਰੂਪ ਦੇ ਅਰਥ ਕਰੋ, ਅਤੇ ਵਿਸ਼ੇਸ਼ ਹਦਾਇਤ ਇਹ ਕਿ ਦੇਖਣਾ ਕਿਤੇ ਅਰਥ ਗਲਤ ਨਾ ਕਰ ਦਿਓ। ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ ਲਿਖਣੇ ਆਰੰਭ ਕਰ ਦਿੱਤੇ। ਪਰ ਇਹ ਨਿਰੰਕਾਰ ਦੇ ਦੇਸ਼ ਦੀ ਬਾਣੀ ਹੈ, ਇਸ ਦੇ ਸੰਪੂਰਨ ਅਰਥ ਕੌਣ ਕਰ ਸਕਦਾ ਹੈ? ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਅਤੇ ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਪਰਮੇਸ਼ਰ ਅਕਾਲ ਪੁਰਖ ਜੀ ਦੇ ਆਪਣੇ ਬਚਨ ਹਨ। ਮਨੁੱਖ ਬੁੱਧੀ ਰੱਖਣ ਵਾਲਾ ਸੀਮਿਤ ਬੁੱਧੀ ਰਾਹੀਂ ਅਸੀਮ ਅਤੇ ਅਗਾਧ ਬੁੱਧ ਬਾਣੀ ਦੇ ਕੌਣ ਤੇ ਕਿਵੇਂ ਅਰਥ ਕਰ ਸਕਦਾ ਹੈ। ਸੋ ਯਤਨ ਕੀਤਾ ਕਿ ਅੱਖਰੀ ਅਰਥ ਲਿਖਣੇ ਆਰੰਭ ਕਰ ਦਈਏ। ਸੋ ਜਦੋਂ ਸੁਰਤੀ ਉੱਪਰਲੇ ਮੰਡਲਾਂ ਵਿੱਚ ਜਾਂਦੀ ਹੈ ਤਾਂ ਇਹ ਕੀਤੇ ਹੋਏ ਅਰਥ ਬਦਲ ਜਾਂਦੇ ਹਨ। ਜਦੋਂ ਸੁਰਤ ਹੋਰ ਅਗਾਂਹ ਜਾਂਦੀ ਹੈ ਤਦ ਇਸੇ ਬਾਣੀ ਦੇ ਅਰਥ ਹੋਰ ਅਨੁਭਵ ਹੁੰਦੇ ਹਨ। ਸੋ ਇੱਕ ਇੱਕ ਪੰਕਤੀ ਦੇ ਅਰਥਾਂ ਪਿੱਛੇ ਜਾਂਦੀ ਜਾਂਦੀ ਸੁਰਤ ਥੱਕ ਗਈ ਹੈ। ਹੋਰ ਸਰੀਰਕ ਬਿਮਾਰੀ ਕੋਈ ਨਹੀਂ ਹੈ। ਡਾਕਟਰਾਂ ਨੇ ਸੰਗਤ ਨਾਲ ਮਿਲਣ ਤੇ ਬਚਨ ਕਰਨ ਦੀ ਮਨਾਹੀ ਕਰ ਦਿੱਤੀ ਹੈ। ਇਸ ਤਰ੍ਹਾਂ ਅੰਦਰ ਬੈਠੇ ਅਸੀਂ ਨਾਮ ਸਿਮਰਨ ਦਾ ਆਨੰਦ ਮਾਣ ਰਹੇ ਹਾਂ। ਇਹ ਵੀ ਉਸ ਨਿਰੰਕਾਰੀ ਦੀ ਆਪਣੀ ਮੌਜ ਹੀ ਹੈ। ਗੁਰੂ ਮੇਹਰ ਨਾਲ ਹੁਣ ਤਾਂ ਐਸੀ ਆਤਮਿਕ ਦਸ਼ਾ ਬਣੀ ਹੋਈ ਹੈ ਕਿ ਯਾਦ ਸੱਜਣ ਦੀ ਹਰਦਮ ਰਹਿੰਦੀ, ਲੈ ਗਈ ਡੂੰਘੇ ਥਾਈਂ, ਵਾਂਗ ਸੰਗੀਤ ਲਹਿਰ ਦੀ ਅੰਦਰ, ਬਣ ਗਈ ਰਾਗ ਇਲਾਹੀ। ਦਾਰੂ ਵਾਂਗ ਸਰੂਰ ਚਾੜਦੀ, ਤਰਬ ਵਾਂਗ ਥਰਰਾਵੇ, ਖਿੱਚੇ ਤੇ ਰਸ ਭਿੰਨੀ ਕੱਸ ਕੇ, ਲੱਗੇ ਫਿਰ ਸੁਖਦਾਈ। ਕੋਈ 15-20 ਮਿੰਟ ਦਾ ਸਮਾਂ ਹੋਰ ਪਿਆਰ ਪ੍ਰੇਮ ਦੇ ਬਚਨ ਬਿਲਾਸ ਕਰਦਿਆਂ ਬਤਾਇਆ ਤੇ ਭਾਈ ਸਾਹਿਬ ਜੀ ਪਾਸੋਂ ਬਾਬਾ ਜੀ ਨੇ ਛੁੱਟੀ ਲਈ। ਆਪ ਨੇ ਅਗਾਂਹ ਲਈ ਬਚਨ ਲਿਆ ਕਿ ਜਦੋਂ ਵੀ ਬਾਬਾ ਜੀ ਤੁਸੀਂ ਅੰਮ੍ਰਿਤਸਰ ਸਾਹਿਬ ਆਵੋ ਤਾਂ ਦਰਸ਼ਨ ਜ਼ਰੂਰ ਦੇਣੇ। ਉਸ ਦਿਨ ਤੋਂ ਬਾਅਦ ਜਦੋਂ ਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਬਾਬਾ ਜੀ ਜਾਂਦੇ ਤਾਂ ਭਾਈ ਵੀਰ ਸਿੰਘ ਹੋਰਾਂ ਨੂੰ ਜ਼ਰੂਰ ਮਿਲ ਕੇ ਆਉਂਦੇ। ਦੋਵੇਂ ਆਤਮਾ ਅੰਦਰੂਨੀ ਅਤੇ ਸਰੀਰਕ ਮਿਲਾਪ ਕਰਕੇ ਗਦ-ਗਦ ਹੁੰਦੀਆਂ। ਬਾਬਾ ਜੀ ਨੂੰ ਈਸਾ ਜੀ, ਮੁਹੰਮਦ ਸਾਹਿਬ ਤੇ ਭ੍ਰਿਗੂ ਜੀ ਦੇ ਦਰਸ਼ਨ ਅਤੇ ਬਚਨ ਹੋਣੇ। ਇੱਕ ਦਿਨ ਰਸਮਗਨ ਬਿਰਤੀ ਵਿੱਚ ਬਾਬਾ ਜੀ ਨੂੰ ਸ੍ਰੀ ਮੁਹੰਮਦ ਸਾਹਿਬ, ਈਸਾ ਜੀ ਅਤੇ ਬ੍ਰਹਮ ਰਿਸ਼ੀ ਭ੍ਰਿਗੂ ਜੀ ਦੇ ਦਰਸ਼ਨ ਹੋਏ। ਤਿੰਨਾਂ ਦੇ ਚਿਹਰੇ ਤੇ ਬਹੁਤ ਜਲਾਲ ਸੀ ਤੇ ਸੀਸ ਉੱਪਰ ਪ੍ਰਕਾਸ਼ ਦਾ ਚੱਕਰ ਸੀ। ਦਰਸ਼ਨ ਦੇਣ ਉਪਰੰਤ ਸਭ ਤੋਂ ਪਹਿਲੇ ਹਜ਼ਰਤ ਮੁਹੰਮਦ ਸਾਹਿਬ ਨੇ ਬਚਨ ਕੀਤਾ ਕਿ ਤੁਸੀਂ ਲੋਕ ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦਾ ਦੀ ਪ੍ਰਾਪਤੀ ਦਾ ਸੌਖਾ, ਸਿੱਧਾ ਤੇ ਸ੍ਰੇਸ਼ਟ ਰਸਤਾ ਕਲਯੁਗ ਵਿੱਚ ਬਖਸ਼ਿਸ਼ ਕੀਤਾ ਹੈ। ਪਰ ਗੁਰੂ ਨਾਨਕ ਦੇਵ ਜੀ ਦੀ ਉਮਤ ਉਸ ਬਖਸ਼ਿਸ਼ ਦਾ ਪੂਰਨ ਲਾਭ ਨਹੀਂ ਉਠਾ ਰਹੀ। ਥੋੜੇ ਸਮੇਂ ਪਿੱਛੋਂ ਭ੍ਰਿਗੂ ਜੀ ਬੋਲੇ ਕਿ ਸਾਡੇ ਸਮੇਂ ਵਿੱਚ ਤਾਂ ਬੜੇ ਔਖੇ ਕਠਿਨ ਸਾਧਨ ਕਰਨੇ ਪੈਂਦੇ ਸਨ
ਜਪ ਤਪ ਕਰਦਿਆਂ ਸਾਰੀ ਉਮਰ ਬਤੀਤ ਹੋ ਜਾਂਦੀ ਸੀ। ਫੇਰ ਵੀ ਪਰਮੇਸ਼ਰ ਦੀ ਪ੍ਰਾਪਤੀ ਕਠਿਨ ਸੀ ਅਤੇ ਜੋ ਨਾਮ ਦਾ ਰਸ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਲਿਆ ਕੇ ਦਿੱਤਾ ਹੈ, ਸਾਨੂੰ ਇਹ ਪ੍ਰਾਪਤ ਨਹੀਂ ਹੋਇਆ। ਕਠਿਨ ਸਾਧਨਾ ਜਪ ਤਪ ਕਰਨ ਨਾਲ ਸਾਡੇ ਵਿੱਚ ਰਿੱਧੀਆਂ ਸਿੱਧੀਆਂ ਤੇ ਵਿਭੂਤੀਆਂ ਤਾਂ ਬਹੁਤ ਆ ਜਾਂਦੀਆਂ ਸਨ। ਅਸੀਂ ਵਰ ਤੇ ਸ਼ਰਾਪ ਦੇਣ ਦੇ ਵੀ ਸਮਰੱਥ ਸਾਂ, ਪਰ ਇੰਨਾ ਕੁਝ ਹੋਣ ਤੇ ਵੀ ਨਾਮ ਰਸ ਤੋਂ ਵਾਂਝੇ ਰਹਿ ਗਏ। ਈਸਾ ਮਸੀਹ ਜੀ ਨੇ ਤਾਂ 2 ਸਤਰਾਂ ਵਿੱਚ ਹੀ ਗੱਲ ਮੁਕਾ ਦਿੱਤੀ ਕਿ ਬਚਨ ਕੀਤਾ ਕਿ ਸਾਡੀ ਹਾਰਦਿਕ ਇੱਛਾ ਹੈ ਕਿ ਮੇਰੀ ਉਮਤ ਸਤਿਗੁਰੂ ਨਾਨਕ ਦੇਵ ਜੀ ਦੇ ਚਲਾਏ ਮਾਰਗ ਨੂੰ ਅਪਣਾਵੇ। ਇੰਨੇ ਬਚਨ ਕਰਕੇ ਇਹ ਸ੍ਰੇਸ਼ਟ ਆਤਮਾਵਾਂ ਅਲੋਪ ਹੋ ਗਈਆਂ। ਯੋਗੀ ਸੀਲਨਾਥ ਨੇ ਸੂਖਮ ਸਰੀਰ ਨਾਲ ਬਾਬਾ ਜੀ ਨੂੰ ਡਰਾਉਣ ਦਾ ਯਤਨ ਕਰਨਾ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਦੱਖਣ ਵਾਲੇ ਪਾਸੇ ਗੋਰਖ ਜੀ ਦਾ ਇੱਕ ਪੈਰੋਕਾਰ ਯੋਗੀ ਪਿੰਡ ਤਲਵੰਡੀ ਦੀ ਜੂਹ, ਜਿਸ ਨੂੰ ਢੱਕੀ ਕਿਹਾ ਜਾਂਦਾ ਸੀ, ਵਿਖੇ ਰਹਿੰਦਾ ਸੀ, ਜਿਸ ਦਾ ਨਾਮ ਸੀਲਨਾਥ ਕਰਕੇ ਸਾਰੇ ਇਲਾਕੇ ਵਿੱਚ ਪ੍ਰਸਿੱਧ ਸੀ। ਇਸ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਇਲਾਕੇ ਵਿੱਚ ਕਾਫੀ ਪ੍ਰਭਾਵ ਬਣਾਇਆ ਹੋਇਆ ਸੀ। ਇਸ ਯੋਗੀ ਦੇ ਚੇਲੇ ਯੋਗੀ ਜੀ ਨੂੰ ਪ੍ਰਸੰਨ ਕਰਨ ਵਾਸਤੇ ਚੰਗੀ ਤੋਂ ਚੰਗੀ ਸ਼ਰਾਬ ਤੇ ਮਾਸ ਲੈ ਕੇ ਉਸ ਦੀ ਕੁਟੀਆ ਪੁੱਜਦੇ। ਜੇ ਕੋਈ ਯੋਗੀ ਨੂੰ ਆਪਣੇ ਘਰ ਸੱਦਾ ਪੱਤਰ ਦਿੰਦਾ ਤਾਂ ਉਸ ਘਰ ਵਿੱਚ ਵੀ ਯੋਗੀ ਦੀ ਪ੍ਰਸੰਨਤਾ ਵਾਸਤੇ ਰੱਜ ਕੇ ਜੀਵ ਹੱਤਿਆ ਹੁੰਦੀ ਅਤੇ ਸ਼ਰਾਬ ਦੇ ਖੁੱਲ੍ਹੇ ਦੌਰ ਚੱਲਦੇ। ਜਦੋਂ ਤੋਂ ਬਾਬਾ ਜੀ ਇਸ ਇਲਾਕੇ ਵਿੱਚ ਆਏ, ਆਪ ਜੀ ਦੇ ਗੁਰਮਤਿ ਪ੍ਰਚਾਰ ਦੁਆਰਾ ਬਹੁਤ ਸਾਰੇ ਲੋਕ ਇਸ ਭੈੜੀ ਆਦਤ ਨੂੰ ਛੱਡ ਕੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣ ਗਏ। ਉਹਨਾਂ ਨੇ ਯੋਗੀ ਦੀ ਅਧੀਨਗੀ ਵੀ ਕਬੂਲਣੀ ਤਿਆਗ ਦਿੱਤੀ। ਇਸ ਤਰ੍ਹਾਂ ਉਸ ਦੀ ਮਹਾਨਤਾ ਘਟਣੀ ਸ਼ੁਰੂ ਹੋ ਗਈ। ਮਾਨਤਾ ਘਟਣ ਦਾ ਕਾਰਨ ਵੀ ਸੀਲਨਾਥ ਨੂੰ ਪਤਾ ਲੱਗ ਚੁੱਕਾ ਸੀ। ਕਈ ਵਾਰੀ ਮਨ ਵਿੱਚ ਕ੍ਰੋਧ ਕਰਦਾ, ਪਰ ਉਸ ਦਾ ਵਸ ਕੋਈ ਨਾ ਚੱਲਦਾ। ਅਖੀਰ ਉਸਨੇ ਆਪਣੀ ਸ਼ਕਤੀ ਨੂੰ ਹੋਰ ਵਧਾਉਣ ਵਾਸਤੇ ਕੁਝ ਸਮੇਂ ਲਈ ਆਪਣੇ ਸਾਰੇ ਪ੍ਰੋਗਰਾਮ ਸੰਕੋਚ ਲਏ। ਆਪਣੇ ਮਤ ਅਨੁਸਾਰ ਯੋਗ ਸਾਧਨਾਵਾਂ ਕਰਨੀਆਂ ਆਰੰਭ ਕਰ ਦਿੱਤੀਆਂ। ਇਸ ਨੇ ਮਿਹਨਤ ਨਾਲ ਸਾਧਨਾ ਕਰਕੇ ਇੱਥੋਂ ਤੱਕ ਪ੍ਰਾਪਤੀ ਕਰ ਲਈ ਕਿ ਉਹ ਆਪਣੇ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਵੱਖ ਕਰ ਲੈਂਦਾ ਸੀ। ਇੱਕ ਸ਼ਾਮ ਦੀ ਘਟਨਾ ਹੈ। ਗਰਮੀਆਂ ਦੇ ਦਿਨ ਸਨ। ਬਾਬਾ ਜੀ ਸੋਧਰ ਰਹਿਰਾਸ ਜੀ ਦਾ ਪਾਠ ਕਰਨ ਉਪਰੰਤ ਆਪਣੀ ਛੰਨ ਦੇ ਬਾਹਰ ਮੰਜਾ ਢਾਹ ਕੇ ਸਿਮਰਨ ਕਰ ਰਹੇ ਸਨ। ਬਾਬਾ ਜੀ ਦੱਸਦੇ ਸਨ ਕਿ ਸਾਨੂੰ ਔ ਲੱਖ ਦੀ ਆਵਾਜ਼ ਸੁਣਾਈ ਦਿੱਤੀ। ਜਿੱਧਰੋਂ ਆਵਾਜ਼ ਆ ਰਹੀ ਸੀ, ਉਸ ਪਾਸੇ ਵੱਲ ਵੇਖਿਆ ਤਾਂ ਉਹ ਯੋਗੀ ਸੀਲਨਾਥ ਹੱਥਾਂ ਵਿੱਚ ਚਿਮਟਾ ਲਈ ਸਾਡੀ ਵੱਲ ਵਧਿਆ ਆ ਰਿਹਾ ਸੀ। ਬਾਬਾ ਜੀ ਦੀ ਆਤਮਾ ਨੇ ਵੀ ਮਹਿਸੂਸ ਕਰ ਲਿਆ ਕਿ ਇਹ ਸੂਖਮ ਸਰੀਰ ਨਾਲ ਸਾਨੂੰ ਡਰਾਉਣ ਵਾਸਤੇ ਆਇਆ ਹੈ। ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਅਡੋਲ ਸਿਮਰਨ ਕਰਦੇ ਰਹੇ, ਬਿਨਾਂ ਕਿਸੇ ਖੌਫ ਦੇ ਉਸ ਵੱਲ ਵੇਖੀ ਗਏ ਕਿ ਵੇਖੋ ਇਹ ਕੀ ਕਰਦਾ ਹੈ। ਉਸ ਨੇ ਨੇੜੇ ਆ ਕੇ ਦੋਹਾਂ ਹੱਥਾਂ ਨਾਲ ਚਿਮਟਾ ਜੋ ਉਸ ਦੇ ਹੱਥ ਵਿੱਚ ਸੀ ਉੱਪਰ ਉਲਾਰ ਕੇ ਬਾਬਾ ਜੀ ਦੇ ਮਾਰਨਾ ਚਾਹਿਆ ਤੇ ਨਾਲ ਹੀ ਕਹਿਣ ਲੱਗਾ ਕਿ ਮੈਂ ਤੁਹਾਨੂੰ ਇੱਥੋਂ ਕੱਢ ਕੇ ਛੱਡਾਂਗਾ। ਤੁਸੀਂ ਮੇਰੇ ਚੇਲਿਆਂ ਨੂੰ ਪੁੱਠੀ ਮੱਤ ਦਿੰਦੇ ਹੋ, ਜਿਸ ਕਾਰਨ ਉਹ ਯੋਗ ਮੱਤ ਦਾ ਤਿਆਗ ਕਰੀ ਜਾਂਦੇ ਹਨ। ਤੁਹਾਨੂੰ ਨਹੀਂ ਪਤਾ ਕਿ ਮੇਰੇ ਵਿੱਚ ਕਿੰਨੀ ਸ਼ਕਤੀ ਹੈ। ਮੈਂ ਤਾਂ ਤੁਹਾਡੇ ਸਾਰਿਆਂ ਦੇ ਗਲਾਂ ਵਿੱਚ ਜੋ ਤੁਸੀਂ ਦਾਤੀਆਂ ਭਾਵ ਕ੍ਰੋਧ ਵਿੱਚ ਆ ਕੇ ਸ੍ਰੀ ਸਾਹਿਬ ਨੂੰ ਦਾਤੀ ਲਫ਼ਜ਼ ਆ ਕੇ ਪੁਕਾਰ ਰਿਹਾ ਸੀ, ਇਹ ਦਾਤੀਆਂ ਪਾਈ ਫਿਰਦੇ ਹੋ, ਲੁਹਾ ਕੇ ਸਾਹ ਲਵਾਂਗਾ। ਇਸ ਪ੍ਰਕਾਰ ਜਦੋਂ ਕ੍ਰੋਧ ਵਿੱਚ ਗੁਰਸਿੱਖੀ ਚਿੰਨ੍ਹਾਂ ਦੇ ਖਿਲਾਫ ਉਸ ਜੋਗੀ ਨੇ ਇਹ ਵਾਕ ਬੋਲੇ, ਤਦ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੇ ਮਨ ਨੂੰ ਬਹੁਤ ਠੇਸ ਪੁੱਜੀ। ਬਾਬਾ ਜੀ ਦੇ ਦੱਸਣ ਮੁਤਾਬਕ ਕਿ ਉਹਨਾਂ ਨੇ ਮੰਜੇ ਉੱਪਰ ਬੈਠਿਆਂ ਹੀ ਆਤਮਾ ਕਰਕੇ ਉਸ ਦੇ ਮੂੰਹ ਉੱਪਰ ਜ਼ੋਰ ਦੀ ਲਫੇੜਾ ਭਾਵ ਥੱਪੜ ਮਾਰਿਆ, ਜਿਸ ਨਾਲ ਉਸ ਜੋਗੀ ਦੇ ਹੱਥਾਂ ਵਿੱਚੋਂ ਚਿਮਟਾ ਜੋ ਉਹ ਬਾਬਾ ਜੀ ਦੇ ਮਾਰਨਾ ਚਾਹੁੰਦਾ ਸੀ ਡਿੱਗ ਪਿਆ ਤੇ ਆਪ ਵੀ ਜ਼ਮੀਨ ਉੱਪਰ ਡਿੱਗ ਪਿਆ। 2-3 ਪਲਸੇਟੇ ਉਸਨੇ ਖਾਧੇ ਤੇ ਸੁਰਤ ਸੰਭਾਲਦੇ ਹੀ ਇਹ ਕਹਿ ਕੇ ਚਲਾ ਗਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ। ਮੈਂ ਤਾਂ ਭੁਲੇਖੇ ਵਿੱਚ ਹੀ ਤੁਹਾਡੇ ਨਾਲ ਟੱਕਰ ਲੈ ਲਈ। ਹੁਣ ਮੇਰੇ ਵਿੱਚ ਬਲ ਨਹੀਂ ਰਿਹਾ। ਮੈਂ ਆਪਣੀ ਜਗ੍ਹਾ ਛੱਡ ਕੇ ਕਿਸੇ ਹੋਰ ਥਾਂ ਚਲਾ ਜਾਵਾਂਗਾ। ਇਸ ਪ੍ਰਕਾਰ ਦੇ ਬਚਨ ਕਹਿੰਦਾ ਹੋਇਆ ਉਹ ਜੋਗੀ ਭੱਜਦਾ ਹੋਇਆ ਦੂਰ ਚਲਾ ਗਿਆ। ਮੁੜ ਕਦੀ ਉਸਨੇ ਵਾਰ ਨਹੀਂ ਕੀਤਾ। ਥੋੜੇ ਦਿਨਾਂ ਪਿੱਛੋਂ ਬਾਬਾ ਜੀ ਨੇ ਇੱਕ ਪ੍ਰੇਮੀ ਨੂੰ ਭੇਜਿਆ ਕਿ ਜਾ ਕੇ ਉਸ ਜੋਗੀ ਦੀ ਕੁਟੀਆ ਤੋਂ ਪਤਾ ਕਰੇ ਕਿ ਜੋਗੀ ਅਜੇ ਉੱਥੇ ਹੀ ਹੈ ਜਾਂ ਚਲਾ ਗਿਆ ਹੈ। ਆਲੇ ਦੁਆਲੇ ਦੇ ਖੇਤ ਵਾਹੁੰਦੇ ਲੋਕਾਂ ਨੇ ਦੱਸਿਆ ਕਿ ਸੀਲਨਾਥ ਜੀ ਤਾਂ ਪਰਸੋਂ ਦੇ ਹੀ ਬਿਨਾਂ ਕਿਸੇ ਨੂੰ ਦੱਸੇ ਇਸ ਥਾਂ ਤੋਂ ਚਲੇ ਗਏ ਹਨ। ਸੋ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਜੋਗੀ ਸੀਲਨਾਥ ਨੇ ਆਪਣੇ ਪਹਿਲੇ ਸਥਾਨ ਭਾਵ ਤਲਵੰਡੀ ਦੀ ਜੂਹ ਵਿੱਚ ਜੋ ਢੱਕੀ ਸੀ ਉਸ ਦਾ ਤਿਆਗ ਕਰਕੇ ਆਪਣੇ ਨਵੇਂ ਥਾਂ ਟਿਕਾਣਾ ਬਣਾ ਲਿਆ, ਜੋ ਨੰਗਲ ਈਸ਼ਰ ਪਿੰਡ ਵਿੱਚ ਹਰਿਆਣਾ ਦੇ ਡੇਰੇ ਸੀ। ਸੋ ਉਸ ਪ੍ਰੇਮੀ ਨੇ ਸਾਰੀ ਵਿਥਿਆ ਆ ਕੇ ਬਾਬਾ ਜੀ ਨੂੰ ਦੱਸੀ ਤੇ ਬਾਬਾ ਜੀ ਦੇ ਉੱਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਵੀ ਕੋਲ ਹੀ ਬੈਠੇ ਹੋਏ ਸਨ। ਬਾਬਾ ਜੀ ਨੇ ਕੇਵਲ ਇਹੋ ਬਚਨ ਕੀਤਾ ਕਿ ਉਸਨੇ ਚਲੇ ਹੀ ਜਾਣਾ ਸੀ। ਬਾਅਦ ਵਿੱਚ ਇਕੱਲੇ ਹੋਣ ਉਪਰੰਤ ਉਹਨਾਂ ਨੇ ਉਪਰੋਕਤ ਸਾਰੀ ਵਾਰਤਾ ਦੱਸੀ ਤੇ ਨਾਲ ਹੀ ਕਿਹਾ ਕਿ ਗੁਰਸਿੱਖਾਂ ਉੱਪਰ ਕਿਸੇ ਕਿਸਮ ਦੀ ਕੋਈ ਵੀ ਰਿੱਧੀ ਸਿੱਧੀ ਜਾਂ ਸ਼ਕਤੀ ਬਿਲਕੁਲ ਅਸਰ ਨਹੀਂ ਕਰਦੀ।
ਪਰ ਗੁਰਸਿੱਖ ਅਸਲ ਅਰਥਾਂ ਵਿੱਚ ਗੁਰਸਿੱਖ ਹੋਵੇ। ਫਿਰ ਗੁਰੂ ਸਾਹਿਬ ਹਰ ਪ੍ਰਕਾਰ ਰੱਖਿਆ ਕਰਦੇ ਹਨ। ਜਿਵੇਂ ਕਿ ਪੰਜਵੇਂ ਪਾਤਸ਼ਾਹ ਜੀ ਦਾ ਗੋਂਡ ਰਾਗ ਵਿੱਚ ਫਰਮਾਨ ਹੈ, ਜਾ ਕੋ ਰਾਖੈ ਰਾਖਣ ਹਾਰ, ਤਿਸ ਕਾ ਅੰਗ ਕਰੇ ਨਿਰੰਕਾਰ। ਤਥਾ ਜਾਮ ਗੁਰੂ ਹੈ ਵੱਲ, ਧਨੈ ਕਿਆ ਗਾਰਵ ਦਿੱਜੈ, ਜਾਮ ਗੁਰੂ ਹੈ ਵੱਲ, ਲੱਖ ਬਾਹੇ ਕਿਆ ਕਿਜੈ। ਜੋ ਪ੍ਰਭੂ ਨੂੰ ਆਪਣਾ ਆਪਾ ਸਮਰਪਿਤ ਕਰ ਦਿੰਦੇ ਹਨ, ਫਿਰ ਪ੍ਰਭੂ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ। ਜਗਦੀਸ਼ਵਰ ਚਰਨ ਸਰਨ ਜੋ ਆਏ, ਤੇ ਜਨ ਭਵ ਨਿਧ ਪਾਰ ਪਰੇ, ਭਗਤ ਜਨਾਂ ਕੀ ਪੈਜ ਹਰ ਰਾਖੇ, ਜਨ ਨਾਨਕ ਆਪ ਹਰ ਕਿਰਪਾ ਕਰੇ। ਸਰਦਾਰ ਕਾਬਲ ਸਿੰਘ ਧੂਤ ਕਲਾਂ ਦੇ ਜੀਵਨ ਵਿੱਚ ਪਲਟਾ। ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਸੀ। ਪਿੰਡ ਧੂਤ ਕਲਾਂ ਤੋਂ ਕਾਬਲ ਸਿੰਘ ਨਾਂ ਦਾ ਇੱਕ ਵਿਅਕਤੀ ਬਾਬਾ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਇਆ। ਇੰਜ ਕਹਿ ਲਈਏ ਕਿ ਦੁਨੀਆ ਦਾ ਕੋਈ ਵੀ ਨਸ਼ਾ ਐਸਾ ਨਹੀਂ ਸੀ ਜਿਹੜਾ ਉਹ ਨਾ ਵਰਤਦਾ ਹੋਵੇ। ਜਿੱਥੇ ਇਹਨਾਂ ਨਸ਼ਿਆਂ ਦਾ ਸੇਵਨ ਹੋਣ ਲੱਗ ਪਵੇ, ਉੱਥੇ ਘਰ ਦੀ ਦਸ਼ਾ ਅਤੇ ਸਰੀਰ ਦੇ ਕਰਮਾਂ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਕਾਬਲ ਸਿੰਘ ਨੇ ਬਾਬਾ ਜੀ ਪਾਸ ਠਹਿਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣ ਦੀ ਇੱਛਾ ਪ੍ਰਗਟਾਈ। ਇਸੇ ਹੀ ਪਿੰਡ ਦਾ ਇੱਕ ਹੋਰ ਵਿਅਕਤੀ, ਜਿਸ ਦਾ ਨਾਮ ਪ੍ਰੀਤਮ ਸਿੰਘ ਸੀ, ਉਂਝ ਉਸ ਨੂੰ ਸਾਰੇ ਸ਼ਾਹ ਜੀ ਕਰਕੇ ਸੱਦਦੇ ਸਨ, ਸਹਿਜਧਾਰੀ ਸੀ, ਪਰ ਗੁਰੂ ਘਰ ਦਾ ਪ੍ਰੇਮੀ ਸੀ। ਸਰੀਰ ਕਰਕੇ ਤੇ ਮਾਇਆ ਕਰਕੇ ਸਮੇਂ-ਸਮੇਂ ਗੁਰੂ ਘਰ ਦੀ ਸੇਵਾ ਕਰਦਾ ਰਹਿੰਦਾ ਸੀ। ਬਾਬਾ ਜੀ ਨਾਲ ਪ੍ਰੇਮ ਹੋਣ ਕਾਰਨ ਉਹ ਅਕਸਰ ਗੁਰਦੁਆਰਾ ਸਾਹਿਬ ਆਉਂਦਾ ਜਾਂਦਾ ਰਹਿੰਦਾ ਸੀ। ਕਾਬਲ ਸਿੰਘ ਨੂੰ ਬਾਬਾ ਜੀ ਪਾਸ ਖੜਾ ਦੇਖ ਕੇ ਝਟ ਕੋਲ ਆ ਗਿਆ। ਕਾਬਲ ਸਿੰਘ ਅਜੇ ਗੁਰਦੁਆਰਾ ਸਾਹਿਬ ਟਿਕ ਕੇ ਸੰਥਿਆ ਲੈਣ ਪ੍ਰਥਾਏ ਬੇਨਤੀ ਕਰ ਹੀ ਰਿਹਾ ਸੀ ਕਿ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ। ਸੁਣ ਕੇ ਸ਼ਾਹ ਜੀ ਬੋਲ ਉੱਠੇ ਕਿ ਬਾਬਾ ਜੀ ਦੇਖਿਓ, ਕਿਤੇ ਇਸ ਸ਼ਖਸ ਨੂੰ ਆਪਣੇ ਕੋਲ ਨਾ ਰੱਖ ਲੈਣਾ, ਇਸ ਨੇ ਤਾਂ ਤੁਹਾਡੇ ਭਾਂਡੇ ਵੀ ਚੁੱਕ ਕੇ ਵੇਚ ਆਉਣੇ ਹਨ। ਬਾਬਾ ਜੀ ਸ਼ਾਹ ਜੀ ਦੀ ਗੱਲ ਸੁਣ ਕੇ ਕਹਿਣ ਲੱਗੇ, ਸ਼ਾਹ ਜੀ, ਤੁਹਾਡੀ ਨਿਗਾਹ ਵਿੱਚ ਦੁਨੀਆ ਦਾ ਕੋਈ ਐਸਾ ਬੰਦਾ ਹੈ ਜਿਸ ਬੰਦੇ ਨੇ ਕੋਈ ਗਲਤੀ ਨਾ ਕੀਤੀ ਹੋਵੇ ਅਤੇ ਉਸ ਵਿੱਚ ਔਗਣ ਨਾ ਹੋਵੇ? ਸੰਸਾਰ ਵਿੱਚ ਤਾਂ ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ, ਅਤੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਵਾਲੀ ਗੱਲ ਹੈ। ਸਾਡੇ ਸਾਰਿਆਂ ਵਿੱਚ ਅਵਗਣ ਹਨ, ਤਦ ਹੀ ਸਾਨੂੰ ਸੰਸਾਰ ਵਿੱਚ ਜਨਮ ਲੈਣਾ ਪਿਆ ਹੈ। ਜਦੋਂ ਸਾਰੇ ਅਵਗਣ ਮੁੱਕ ਗਏ, ਉਸ ਵੇਲੇ ਤਾਂ ਜੀਵ ਨੇ ਬ੍ਰਹਮ ਰੂਪ ਹੋ ਜਾਣਾ ਹੈ। ਗੁਰੂ ਘਰ ਤਾਂ ਚੋਰਾਂ, ਯਾਰਾਂ, ਠੱਗਾਂ, ਧਾੜਵੀਆਂ ਨੂੰ ਸਾਧ ਬਣਾ ਦਿੰਦਾ ਹੈ। ਜੇ ਤੁਹਾਡੇ ਕਹਿਣ ਅਨੁਸਾਰੇ ਭਾਂਡੇ ਵੀ ਵੇਚ ਦੇਵੇਗਾ ਤਾਂ ਸਤਿਗੁਰੂ ਜੀ ਹੋਰ ਭੇਜ ਦੇਣਗੇ, ਤੁਸੀਂ ਚਿੰਤਾ ਨਾ ਕਰੋ। ਕਾਬਲ ਸਿੰਘ ਹੋਰਾਂ ਨੂੰ ਬਾਬਾ ਜੀ ਨੇ ਇਜਾਜ਼ਤ ਦੇ ਦਿੱਤੀ ਕਿ ਜਿਸ ਵੇਲੇ ਵੀ ਬਾਬਾ ਜੀ ਨੂੰ ਵੇਲ ਹੋਵੇ, ਤੁਸੀਂ ਗੁਰਬਾਣੀ ਦੀ ਸੰਥਿਆ ਲੈ ਲਿਆ ਕਰੋ ਅਤੇ ਬਾਕੀ ਸਾਰਾ ਦਿਨ ਪੂਰੀ ਤਨਦੇਹੀ ਨਾਲ ਸੇਵਾ ਕਰਿਆ ਕਰੋ। ਜਿਸ ਵੇਲੇ ਬਾਬਾ ਜੀ ਨੇ ਆਪਣੇ ਨਿਯਮ ਤੋਂ ਵਿਹਲੇ ਹੋਣਾ, 5 ਇਸ਼ਨਾਨਾਂ ਕਰਕੇ ਕਾਬਲ ਸਿੰਘ ਨੇ ਗੁਰਬਾਣੀ ਦੀ ਸੰਥਿਆ ਕਰ ਲੈਣੀ। ਥੋੜੇ ਸਮੇਂ ਬਾਅਦ ਸੰਥਿਆ ਪੂਰੀ ਕਰਕੇ 1-2 ਸਹਿਜ ਪਾਠ ਕਰ ਲਏ। ਹੁਣ ਕਾਬਲ ਸਿੰਘ ਉਹ ਪਹਿਲੇ ਵਾਲਾ ਕਾਬਲ ਸਿੰਘ ਨਹੀਂ ਰਿਹਾ ਸੀ। ਬਾਬਾ ਜੀ ਦੀ ਸੰਗਤ ਅਤੇ ਗੁਰਬਾਣੀ ਦੀ ਪਾਰਸ ਕਲਾ ਨੇ ਕਾਬਲ ਸਿੰਘ ਦਾ ਜੀਵਨ, ਜੋ ਅਵਗੁਣਾਂ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗ ਚੁੱਕਾ ਸੀ, ਉਸ ਨੂੰ ਡੂੰਘਾਨਾਂ ਵਿੱਚੋਂ ਕੱਢ ਕੇ ਗੁਰਮਤ ਗਾਡੀ ਰਾਹ ਉੱਪਰ ਤੋਰ ਦਿੱਤਾ ਸੀ ਅਤੇ ਇਹ ਕਾਬਲ ਸਿੰਘ ਗੁਰਮਤ ਨੂੰ ਧਾਰਨ ਦੇ ਕਾਬਲ ਹੋ ਚੁੱਕਾ ਸੀ। ਹੁਣ ਇਹਨਾਂ ਨੇ ਅੰਮ੍ਰਿਤ ਛਕ ਕੇ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸਰਦਾਰ ਕਾਬਲ ਸਿੰਘ ਹੋਰੀ ਅਖੰਡ ਪਾਠ ਸਾਹਿਬ ਵੀ ਕਰਨ ਲੱਗ ਪਏ ਸਨ। ਬਹੁਤੀ ਵਾਰੀ ਰਾਤ ਵੀ ਬਾਬਾ ਜੀ ਪਾਸ ਹੀ ਠਹਿਰ ਜਾਣਾ, ਕੋਈ ਕਈ ਦਿਨ ਘਰ ਵੀ ਨਾ ਜਾਣਾ। ਇੱਕ ਦਿਨ ਸਰਦਾਰ ਕਾਬਲ ਸਿੰਘ ਹੋਰਾਂ ਦੇ ਘਰੋਂ ਬੀਬੀ ਜੀ ਆਏ ਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਇਹਨਾਂ ਨੂੰ ਘਰ ਤਾਂ ਭੇਜ ਦਿਆ ਕਰੋ। ਇਹ ਸਰਦਾਰ ਜੀ ਨਵੇਂ ਜੋਗੀ ਬਣੇ ਹਨ, ਘਰ ਤੇ ਬੱਚਿਆਂ ਦਾ ਵੀ ਤਿਆਗ ਕਰ ਦਿੱਤਾ ਹੈ। ਘਰ ਕਿਹੜਾ ਆਮਦਨ ਦਾ ਸਾਧਨ ਹੈ ਜਿਸ ਨਾਲ ਅਸੀਂ ਗੁਜ਼ਾਰਾ ਕਰੀਏ? ਬਾਬਾ ਜੀ ਨੇ ਬੀਬੀ ਦੇ ਸਾਰੇ ਰੋਸੇ ਗਿਲੇ ਬੜੇ ਧੀਰਜ ਨਾਲ ਸੁਣੇ ਤੇ ਕਿਹਾ ਕਿ ਬੀਬਾ ਉਦਾਸ ਨਾ ਹੋ, ਇਹ ਘਰ ਨਹੀਂ ਛੱਡਦੇ, ਤੁਹਾਡੇ ਭਲੇ ਲਈ ਹੀ ਇੱਥੇ ਬੈਠੇ ਹਨ। ਜਿਸ ਘਰ ਵਿੱਚ ਤੂੰ ਕਹਿੰਦੀ ਹੈ ਕਿ ਖਾਣ ਨੂੰ ਕੁਝ ਨਹੀਂ, ਗੁਰੂ ਕਿਰਪਾ ਨਾਲ ਉਸ ਘਰ ਵਿੱਚ ਬੇਅੰਤ ਬਰਕਤਾਂ ਹੋਣਗੀਆਂ, ਕਿਉਂਕਿ ਸਤਿਗੁਰੂ ਜੀ ਦੇ ਲੜ ਲੱਗਿਆਂ ਕਿਸੇ ਕਿਸਮ ਦਾ ਘਾਟਾ ਨਹੀਂ ਰਹਿੰਦਾ। ਇਹ ਬਚਨ ਸੁਣ ਕੇ ਬੀਬੀ ਆਪਣੇ ਘਰ ਧੂਤ ਕਲਾਂ ਨੂੰ ਚਲੇ ਗਈ। ਅਗਲੇ ਦਿਨ ਸਵੇਰੇ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਅਤੇ ਦਰਸ਼ਨ ਕਰਨ ਵਾਸਤੇ ਬਾਬਾ ਜੀ ਗਏ, ਤਦ ਨਾਲ ਹੀ ਕਾਬਲ ਸਿੰਘ ਜੀ ਸਨ। ਹੁਕਮਨਾਮਾ ਸੁਣਾਉਣ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਕਾਬਲ ਸਿੰਘ, ਤੁਸੀਂ ਦਿੱਲੀ ਚਲੇ ਜਾਓ, ਉੱਥੇ ਤੁਹਾਨੂੰ ਨੌਕਰੀ ਮਿਲ ਜਾਵੇਗੀ। ਕਾਬਲ ਸਿੰਘ ਨੇ ਉੱਤਰ ਦਿੱਤਾ, ਬਾਬਾ ਜੀ, ਮੇਰੀ ਉਮਰ ਵਡੇਰੀ ਹੋ ਗਈ ਹੈ, ਨਸ਼ਿਆਂ ਨੇ ਖੋਖਲਾ ਕਰ ਛੱਡਿਆ ਹੈ, ਮੈਂ ਨੌਕਰੀ ਕਿਵੇਂ ਕਰਾਂਗਾ? ਮੈਂ ਨੌਕਰੀ ਨਹੀਂ ਕਰਨੀ। ਬਾਬਾ ਜੀ ਨੇ ਫਿਰ ਵਚਨ ਕੀਤਾ ਕਿ ਜਿਸ ਤਰ੍ਹਾਂ ਦੀ ਨੌਕਰੀ ਤੁਸੀਂ ਸਮਝਦੇ ਹੋ ਉਸ ਤਰ੍ਹਾਂ ਦੀ ਨਹੀਂ, ਤੁਹਾਡੀ ਗੁਰੂ ਪਾਤਸ਼ਾਹ ਜੀ ਨਾਲ ਸੰਗਤ ਵੀ ਬਣੇ ਰਹੇਗੀ ਤੇ ਮਾਇਆ ਦਾ ਮਸਲਾ ਵੀ ਹੱਲ ਹੋ ਜਾਵੇਗਾ। ਬਾਬਾ ਜੀ ਨੇ ਆਪਣੇ ਪਾਸੋਂ ਕਿਰਾਏ ਲਈ ਮਾਇਆ ਦਿੱਤੀ ਤੇ ਹੁਕਮ ਕੀਤਾ ਕਿ ਰੇਲ ਗੱਡੀ ਰਾਹੀਂ ਦਿੱਲੀ ਚਲੇ ਜਾਵੋ। ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਉਤਰ ਕੇ ਨਜ਼ਦੀਕ ਹੀ 9ਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਹੈ, ਤੁਸੀਂ ਉੱਥੇ ਚਲੇ ਜਾਣਾ। ਬਾਕੀ ਸਗਲ ਸਰੰਜਾਮ ਕਰੇ ਪ੍ਰਭ ਆਪੇ, ਸਾਰਾ ਪ੍ਰਬੰਧ ਸਤਿਗੁਰੂ ਜੀ ਆਪ ਕਰ ਦੇਣਗੇ।
ਬਾਬਾ ਜੀ ਦਾ ਹੁਕਮ ਮੰਨ ਕੇ ਕਾਬਲ ਸਿੰਘ ਹੋਰੀ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਚਲੇ ਗਏ। ਕੀਰਤਨ ਦੀ ਹਾਜ਼ਰੀ ਭਰ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ। ਰਾਤ ਸਰਾਂ ਵਿੱਚ ਟਿਕਾਣਾ ਕੀਤਾ। ਅਗਲੇ ਦਿਨ ਜਦ ਗੁਰੂ ਜੀ ਦੇ ਹਜ਼ੂਰ ਕੀਰਤਨ ਸਰਵਣ ਕਰ ਰਹੇ ਸਨ, ਤਦ ਕਾਬਲ ਸਿੰਘ ਹੋਰਾਂ ਦੇ ਦੱਸਣ ਅਨੁਸਾਰ ਇੱਕ ਪ੍ਰੇਮੀ ਆਇਆ ਤੇ ਕਹਿਣ ਲੱਗਾ ਕਿ ਤੁਹਾਨੂੰ ਪ੍ਰਧਾਨ ਸਾਹਿਬ ਸੱਦਦੇ ਹਨ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸਾਹ ਕਾਬਲ ਸਿੰਘ ਦੀ ਪ੍ਰਧਾਨ ਸਾਹਿਬ ਪਾਸ ਚਲੇ ਗਏ। ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ? ਸਾਹ ਕਾਬਲ ਸਿੰਘ ਜੀ ਨੇ ਬਾਬਾ ਜੀ ਦਾ ਨਾਮ ਦੱਸਿਆ ਕਿ ਮੈਂ ਉਹਨਾਂ ਪਾਸੋਂ ਆਇਆ ਹਾਂ। ਤਦ ਪ੍ਰਧਾਨ ਸਾਹਿਬ ਨੇ ਫਿਰ ਪੁੱਛਿਆ ਕਿ ਕੀ ਤੁਸੀਂ ਅਖੰਡ ਪਾਠ ਸਾਹਿਬ ਕਰ ਲੈਂਦੇ ਹੋ? ਹਾਂ ਕਰਨ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੀ ਡਿਊਟੀ ਅਖੰਡ ਪਾਠਾਂ ਵਿੱਚ ਲਾ ਦਈਏ ਤਾਂ ਕੀ ਤੁਸੀਂ ਨਿਭਾ ਲਵੋਗੇ? ਥੋੜਾ ਚਿਰ ਅਖੰਡ ਪਾਠ ਕਰਨ ਉਪਰੰਤ ਅਸੀਂ ਤੁਹਾਨੂੰ ਗੁਰਦੁਆਰਾ ਮੋਤੀ ਬਾਗ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਸੌਂਪ ਦਿਆਂਗੇ, ਨਾਲ ਹੀ ਮਕਾਨ ਵੀ ਦੇ ਦਿਆਂਗੇ। ਤੁਸੀਂ ਆਪਣੇ ਬਾਲ ਬੱਚੇ ਵੀ ਇੱਥੇ ਹੀ ਸੱਦ ਲੈਣਾ। ਇਸ ਸਮੇਂ ਕਾਬਲ ਸਿੰਘ ਹੋਰਾਂ ਨੂੰ ਬਾਬਾ ਜੀ ਦੇ ਉਹ ਬਚਨ ਯਾਦ ਆ ਰਹੇ ਸਨ ਕਿ ਬਾਬਾ ਜੀ ਨੇ ਹੁਕਮ ਕੀਤਾ ਸੀ ਕਿ ਸਗਲ ਸਰੰਜਾਮ ਕਰੇ ਪ੍ਰਭ ਆਪੇ, ਪਰਮੇਸ਼ਰ ਜੀ ਆਪੇ ਹੀ ਸਾਰੀ ਵਿਧ ਬਣਾ ਦੇਣਗੇ। ਸੋ ਝੱਟ ਹੀ ਹਾਂ ਕਰ ਦਿੱਤੀ। ਥੋੜੇ ਸਮੇਂ ਬਾਅਦ ਹੀ ਗ੍ਰੰਥੀ ਸਿੰਘ ਦੀ ਸੇਵਾ ਮਿਲ ਗਈ। ਪਰਿਵਾਰ ਨੂੰ ਵੀ ਦਿੱਲੀ ਹੀ ਸੱਦ ਲਿਆ। ਚੰਗਾ ਸੋਹਣਾ ਰੁਜ਼ਗਾਰ ਤੁਰ ਪਿਆ, ਨਾਲੇ ਸਤਿਗੁਰੂ ਜੀ ਦੀ ਸੇਵਾ ਤੇ ਸੰਗਤ ਮਿਲ ਗਈ। ਕੁਦਰਤ ਦੀ ਐਸੀ ਖੇਡ ਬਣੀ ਕਿਉਂਕਿ ਸਾਹ ਕਾਬਲ ਸਿੰਘ ਜੀ ਪਹਿਲੇ ਮਿਲਟਰੀ ਵਿੱਚ ਸਨ। ਜਦੋਂ ਸੁਭਾਸ਼ ਚੰਦਰ ਬੋਸ ਨੇ INA ਬਣਾਈ ਸੀ ਤਦ ਉਹ ਉਸ ਵਿੱਚ ਭਰਤੀ ਹੋ ਗਏ ਸਨ। ਉਸ ਕਰਕੇ ਇਹਨਾਂ ਨੂੰ ਫਰੀਡਮ ਫਾਈਟਰ ਦੀ ਪੈਨਸ਼ਨ ਵੀ ਲੱਗ ਗਈ ਤੇ ਨਾਲ ਹੀ ਕਾਫੀ ਸਾਰੀ ਮਾਇਆ ਜੋ ਪਿਛਲੇ ਬਕਾਏ ਦੇ ਰੂਪ ਵਿੱਚ ਸੀ ਉਹ ਵੀ ਮਿਲ ਗਈ, ਜਿਸ ਕਰਕੇ ਉਹ ਪਰਿਵਾਰ ਜੋ ਰੋਟੀ ਕੱਪੜੇ ਤੋਂ ਵੀ ਔਖਾ ਸੀ, ਸਤਿਗੁਰੂ ਜੀ ਦੇ ਲੜ ਲੱਗਣ ਅਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਸਦਕਾ ਮਾਇਆ ਵਿੱਚ ਖੇਡਣ ਲੱਗ ਪਿਆ। ਜਲਦੀ ਹੀ ਬੱਚੇ ਵੀ ਤਕੜੇ ਹੋ ਗਏ ਤੇ ਆਪੋ ਆਪਣੇ ਕੰਮਾਂ ਕਾਰਾਂ ਉੱਪਰ ਲੱਗ ਗਏ। ਕਾਬਲ ਸਿੰਘ ਹੋਰਾਂ ਦੀ ਪੋਸ਼ਾਕ ਅਤੇ ਸ਼ਖਸੀਅਤ ਨੂੰ ਦੇਖ ਕੇ ਕੋਈ ਵੀ ਕਿਆਸ ਨਹੀਂ ਕਰ ਸਕਦਾ ਕਿ ਕਿਸੇ ਸਮੇਂ ਇਹ ਗੁਰਮੁਖ ਇਸ ਤਰ੍ਹਾਂ ਦੇ ਰਸਾਤਲ ਵਿੱਚ ਜੀਵਨ ਬਤੀਤ ਕਰ ਰਹੇ ਹੋਣਗੇ। ਜਦੋਂ ਸਾਹ ਕਾਬਲ ਸਿੰਘ ਬਾਬਾ ਜੀ ਦੇ ਪਿਆਰ ਅਤੇ ਆਪਣੀ ਪਿਛਲੀ ਜ਼ਿੰਦਗੀ ਨੂੰ ਯਾਦ ਕਰਦੇ ਹਨ ਤਾਂ ਕਹਿੰਦੇ ਹਨ ਕਿ ਗੁਣਾਂ ਵਾਲਿਆਂ ਨੂੰ ਤਾਂ ਸਾਰੇ ਹੀ ਪਿਆਰ ਤੇ ਸਤਿਕਾਰ ਦਿੰਦੇ ਹਨ, ਪਰ ਧੰਨ ਸਨ ਬਾਬਾ ਜੀ ਜੋ ਔਗਣਾਂ ਨਾਲ ਭਰਪੂਰ ਜੀਵਾਂ ਨੂੰ ਆਪਣੇ ਪਿਆਰ ਦੀ ਗਲਵੱਕੜੀ ਵਿੱਚ ਲੈ ਕੇ ਮਨੂਰ ਹੋਏ ਜੀਵਨਾਂ ਨੂੰ ਕੰਚਨ ਬਣਾ ਦਿੰਦੇ ਸਨ। ਇਹ ਵਿਥਿਆ ਦੱਸਦੇ ਕਈ ਵਾਰ ਉਹ ਭੁੱਬਾ ਮਾਰ ਕੇ ਵੈਰਾਗ ਵਿੱਚ ਵੀ ਆ ਜਾ। ਗੁਰੂ ਟੇਕ ਦੇ ਕੇ ਜੀਵਨ ਬਦਲਣ ਦੀ ਇੱਕ ਹੋਰ ਘਟਨਾ। ਬਾਬਾ ਜੀ ਦਾ ਇੱਕ ਪ੍ਰੇਮੀ ਜੋ ਆਪਣੇ ਮਰੱਬਿਆਂ ਵਿੱਚ ਸਰਗੋਧੇ ਹੁਣ ਪਾਕਿਸਤਾਨ ਰਹਿੰਦਾ ਸੀ, ਜਿਵੇਂ ਵੱਡੇ ਖਾਂਦੇ ਪੀਂਦੇ ਘਰਾਂ ਵਿੱਚ ਸ਼ਰਾਬ ਦਾ ਐਬ ਐਵੇਂ ਹੀ ਲੱਗ ਜਾਂਦਾ ਹੈ, ਸੋ ਉਹ ਪ੍ਰੇਮੀ ਵੀ ਇਸ ਨਸ਼ੇ ਦੀ ਲਪੇਟ ਵਿੱਚ ਆ ਗਿਆ। ਬਾਬਾ ਜੀ ਨੇ ਜਦੋਂ ਵੀ ਮਿਲਣਾ ਉਸ ਪ੍ਰੇਮੀ ਨੂੰ ਸ਼ਰਾਬ ਦੀਆਂ ਬੁਰਾਈਆਂ ਦੱਸ ਕੇ ਇਸ ਨਸ਼ੇ ਨੂੰ ਛੱਡ ਦੇਣ ਲਈ ਪ੍ਰੇਰਨਾ ਕਰਨੀ ਅਤੇ ਸਤਿਗੁਰੂ ਜੀ ਦੇ ਹੁਕਮ ਵੀ ਯਾਦ ਕਰਵਾਉਣੇ ਕਿ ਜੋ ਜੀਵ ਇਸ ਸੰਸਾਰ ਦੇ ਝੂਠੇ ਤੇ ਫਿੱਕੇ ਰਸਾਂ ਨੂੰ ਭੋਗਣ ਲਈ ਨਸ਼ਿਆਂ ਆਦਿ ਵਿੱਚ ਫਸ ਜਾਂਦਾ ਹੈ, ਉਸ ਦੀ ਇਸ ਸੰਸਾਰ ਵਿੱਚ ਵੀ ਇੱਜ਼ਤ ਖਰਾਬ ਹੁੰਦੀ ਹੈ ਤੇ ਪਰਲੋਕ ਵਿੱਚ ਵੀ ਧੱਕੇ ਹੀ ਪੈਂਦੇ ਹਨ। ਜਿਸ ਨਸ਼ੇ ਦੇ ਪੀਣ ਨਾਲ ਸ੍ਰੇਸ਼ਟ ਮਤ ਦੂਰ ਹੋ ਜਾਵੇ ਅਤੇ ਬਿਰਤੀ ਪਾਗਲਪਨ ਵਾਲੀ ਹੋ ਜਾਵੇ, ਆਪਣੇ ਬਗਾਨੇ ਦੀ ਸੋਝੀ ਹੀ ਨਾ ਰਹੇ, ਪਰਮੇਸ਼ਰ ਭੁੱਲ ਜਾਵੇ, ਹੰਕਾਰ ਹਿਰਦੇ ਵਿੱਚ ਆ ਪ੍ਰਵੇਸ਼ ਕਰੇ, ਜਿਸ ਕਾਰਨ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਧੱਕੇ ਹੀ ਪੈਣ ਅਤੇ ਸਜ਼ਾਵਾਂ ਮਿਲਣ, ਸੋ ਐਸੇ ਨਸ਼ਿਆਂ ਤੋਂ ਹਮੇਸ਼ਾ ਲਈ ਬਚਣ ਦਾ ਯਤਨ ਕਰਨਾ ਚਾਹੀਦਾ ਹੈ, ਤਾਂ ਜੋ ਕਿਤੇ ਦੀਨ ਦੁਨੀ ਦੋਵੇਂ ਹੀ ਹੱਥੋਂ ਨਾ ਚਲੇ ਜਾਣ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮਹੁ ਧੱਕੇ ਖਾਏ। ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਗੁਰਦੇਵ ਗੁਰੂ ਨਾਨਕ ਸਾਹਿਬ ਜੀ ਦਾ ਵੀ ਹੁਕਮ ਹੈ, ਇਤ ਮਦ ਪੀਤੈ ਨਾਨਕਾ, ਬਹੁਤੇ ਖੱਟੀਐ ਬਿਕਾਰ। ਪੰਚਮ ਪਿਤਾ ਜੀ ਤਾਂ ਫੈਸਲਾ ਹੀ ਕਰ ਦਿੰਦੇ ਹਨ ਕਿ ਭਾਈ ਜੀ ਜੇ ਤਾਂ ਵਿਸ਼ੇ ਵਿਕਾਰਾਂ ਵਾਲੀ ਮਤ ਧਾਰ ਕੇ ਕਮਲੇ ਬਣ ਕੇ ਵਿਚਰਨਾ ਹੈ ਤਾਂ ਭਾਵੇਂ ਨਸ਼ੇ ਖਾ ਪੀ ਲਵੋ, ਪਰ ਜੇਕਰ ਸੱਚੇ ਅਮਲੀ ਬਣਨਾ ਹੈ ਤਾਂ ਨਾਮ ਦਾ ਰਸ ਪੀਵੋ। ਸੋ ਹੇ ਜੀਵ, ਫੈਸਲਾ ਹੁਣ ਤੇਰੇ ਹੱਥ ਵਿੱਚ ਹੈ। ਰਸਤਾ ਤੂੰ ਚੁਣਨਾ ਹੈ ਕਿ ਖੋਟੀ ਮਤ ਧਾਰਨੀ ਹੈ ਜਾਂ ਨਾਮ ਰਸ ਜਾਂ ਇਲਾਹੀ ਰੰਗ ਨੂੰ ਮਾਣ ਕੇ ਸੱਚੀ ਮਤ ਵਾਲੇ ਬਣਨਾ ਹੈ। ਦੁਰਮਤ ਮਦ ਜੋ ਪੀਵਤੇ, ਬਿਖਲੀ ਪਤ ਕਮਲੀ, ਰਾਮ ਰਸਾਇਣ ਜੋ ਰਤੇ, ਨਾਨਕ ਸੱਚ ਅਮਲੀ। ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਨੇ ਸਤਿਗੁਰੂ ਜੀ ਦੀ ਤਰਫੋਂ ਰਹਿਤਨਾਮਿਆਂ ਵਿੱਚ ਸਾਨੂੰ ਸੁਚੇਤ ਕੀਤਾ ਹੈ ਕਿ ਸੰਸਾਰ ਦੇ ਐਬਾਂ ਦਾ ਤਿਆਗ ਕਰਕੇ ਹੀ ਸ੍ਰੇਸ਼ਟ ਸਿੰਘ ਕਹਿਲਾਇਆ ਜਾ ਸਕਦਾ ਹੈ। ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਜਗਤ ਮੋਹ, ਤਜੇ ਸੋ ਸਿੰਘ ਗਿਆਨ, ਤਜੇ ਸੋ ਸਿੰਘ ਸੁਜਾਨ। ਬਾਬਾ ਕਬੀਰ ਜੀ ਨਸ਼ੇ ਵਰਤਣ ਵਾਲਿਆਂ ਪ੍ਰਤੀ ਫੈਸਲਾ ਦਿੰਦੇ ਹਨ ਕਿ ਜੋ ਮਨੁੱਖ ਭੰਗ, ਮੱਛੀ, ਸੁਰਾਪਾਨ ਭਾਵ ਸ਼ਰਾਬ ਜਿਹੇ ਨਸ਼ੇ ਵਰਤਦਾ ਹੈ, ਭਾਵੇਂ ਉਹ ਕਿਸੇ ਵੀ ਦਾਨ ਪੁੰਨ ਆਦਿਕ ਸ੍ਰੇਸ਼ਟ ਕਰਮ ਕਰੇ, ਉਹ ਸਭ ਪਤਾਲ ਵਿੱਚ ਗਰਕ ਹੋ ਜਾਂਦੇ ਹਨ, ਭਾਵ ਵਿਅਰਥ ਹੀ ਚਲੇ ਜਾਂਦੇ ਹਨ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1377 ਉੱਪਰ ਭਗਤ ਕਬੀਰ ਜੀ ਦਾ ਇਹ ਫਰਮਾਨ ਸਾਨੂੰ ਅਗਵਾਈ ਪ੍ਰਦਾਨ ਕਰਦਾ ਹੈ ਕਿ ਕਬੀਰ ਭਾਂਗ ਮਾਸ਼ਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾ ਤਲ ਜਾਹੇ। ਇਸ ਪ੍ਰਕਾਰ ਗੁਰੂ ਆਸ਼ੇ ਦੇ ਅਨੇਕਾਂ ਉਪਦੇਸ਼ਾਂ ਦੀ ਦ੍ਰਿੜਤਾ ਕਰਵਾ ਕੇ ਉਸ ਪ੍ਰੇਮੀ ਨੂੰ ਸਮਝਾਉਣਾ, ਪਰ ਕੁਝ ਕਰਮਗਤੀ ਹੀ ਐਸੀ ਸੀ ਕਿ ਉਸ ਪ੍ਰੇਮੀ ਸਰਦਾਰ ਤੇ ਕੋਈ ਅਸਰ ਨਾ ਪੈਣਾ। ਵਾਰ-ਵਾਰ ਸਮਝਾਉਣ ਤੇ ਉਹਨਾਂ ਨੇ ਕਹਿਣਾ ਕਿ ਬਾਬਾ ਜੀ ਮੈਂ ਛੱਡਣੀ ਤਾਂ ਚਾਹੁੰਦਾ ਹਾਂ, ਪਰ ਮੇਰਾ ਮਨ ਕਾਬੂ ਵਿੱਚ ਨਹੀਂ ਰਹਿੰਦਾ, ਮੇਰੇ ਵੱਸ ਦੀ ਗੱਲ ਨਹੀਂ ਹੈ। ਬਾਬਾ ਜੀ ਨੇ ਹੁਕਮ ਕੀਤਾ ਕਿ ਜੇ ਤੁਸੀਂ ਸੱਚਮੁੱਚ ਹੀ ਮਨ ਕਰਕੇ ਇਸ ਦਾ ਤਿਆਗ ਕਰਨਾ ਚਾਹੁੰਦੇ ਹੋ ਤਦ ਵਿਧੀ ਅਸੀਂ ਦੱਸ ਦਿੰਦੇ ਹਾਂ, ਅਪਣਾਉਣੀ ਤੁਸੀਂ ਆਪ ਹੈ। ਤੁਸੀਂ ਹਰ ਰੋਜ਼ ਜਪਜੀ ਸਾਹਿਬ ਦਾ ਇੱਕ ਪਾਠ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਲੋ ਕੇ ਬੇਨਤੀ ਕਰਿਆ ਕਰੋ ਕਿ ਹੇ ਗਰੀਬ ਨਵਾਜ, ਮੈਂ ਸ਼ਰਾਬ ਛੱਡਣੀ ਚਾਹੁੰਦਾ ਹਾਂ, ਪਰ ਮੇਰਾ ਮਨ ਵਸ ਵਿੱਚ ਨਹੀਂ ਰਹਿੰਦਾ। ਆਪ ਜੀ ਕਿਰਪਾ ਕਰਕੇ ਇਸ ਲਾਹਨਤ ਨੂੰ ਬਾਹਰ ਕੱਢੋ ਤੇ ਦਾਸ ਨੂੰ ਆਪਣੇ ਚਰਨਾਂ ਨਾਲ ਜੋੜੋ ਜੀ। ਇਸ ਪ੍ਰਕਾਰ ਨੇਮ ਨਾਲ ਗੁਰੂ ਕੀ ਹਜ਼ੂਰੀ ਵਿੱਚ ਜਾ ਕੇ ਅਰਦਾਸ ਕਰਨੀ ਹੈ, ਨਾਗਾ ਨਹੀਂ ਪੈਣ ਦੇਣਾ। ਪ੍ਰੇਮੀ ਨੇ ਕੁਝ ਸਮਾਂ ਤਾਂ ਇਸ ਨੇਮ ਨਾਲ ਲੰਘਾਇਆ, ਪਰ ਫਿਰ ਕੁਝ ਕੁਸੰਗਤ ਕਰਕੇ ਨਿਜਮ ਵੀ ਛੱਡ ਦਿੱਤਾ ਤੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ। ਅਕੇਰਾਂ ਥੋੜੇ ਸਮੇਂ ਬਾਅਦ ਇੱਕ ਸਿੰਘ ਨੂੰ ਬਾਬਾ ਜੀ ਨੇ ਉਹਨਾਂ ਸਰਦਾਰ ਹੋਰਾਂ ਪਾਸ ਭੇਜਿਆ ਕਿ ਜਾਓ ਦੇਖ ਕੇ ਆਓ ਕਿ ਕੀ ਹਾਲ ਹੈ। ਹੁਕਮ ਮੰਨ ਕੇ ਸਿੰਘ ਗਿਆ ਤੇ ਆ ਕੇ ਸਾਰਾ ਬਿਰਤਾਂਤ ਦੱਸਿਆ ਕਿ ਉਹ ਕਹਿੰਦੇ ਹਨ ਕਿ ਕਿਤੇ ਕਿਤੇ ਮੇਰੇ ਪਾਸੋਂ ਸ਼ਰਾਬ ਪੀਤੀ ਜਾਂਦੀ ਹੈ। ਉਂਝ ਮੇਰੇ ਅੰਦਰ ਸੱਚਮੁੱਚ ਹੀ ਇਸ ਨਸ਼ੇ ਤੋਂ ਨਫ਼ਰਤ ਪੈਦਾ ਹੋ ਗਈ ਹੈ। ਮੈਂ ਪਾਠ ਵੀ ਕਰ ਲੈਂਦਾ ਹਾਂ, ਪਰ ਜਿਸ ਦਿਨ ਸ਼ਰਾਬ ਪੀ ਹੋ ਜਾਵੇ ਫਿਰ ਗੁਰਦੁਆਰੇ ਅਰਦਾਸ ਕਰ ਨਹੀਂ ਜਾਂਦਾ। ਸਰਦਾਰ ਹੋਰਾਂ ਦਾ ਹਾਲ ਸੁਣ ਕੇ ਬਾਬਾ ਜੀ ਨੇ ਸੰਗਤ ਪਾਸੋਂ 5 ਪਾਠ ਬੇਨਤੀ ਚੌਪੀ ਸਾਹਿਬ ਦੇ ਕਰਵਾ ਕੇ ਅਰਦਾਸ ਕੀਤੀ ਅਤੇ ਦੁਬਾਰਾ ਉਸੇ ਸਿੰਘ ਨੂੰ ਫਿਰ ਉਹਨਾਂ ਦੇ ਨਗਰ ਭੇਜਿਆ ਕਿ ਜਾਓ ਉਹਨਾਂ ਨੂੰ ਆਖੋ ਕਿ ਹੁਣ ਵੈਸੇ ਤਾਂ ਉਸ ਦਾ ਮਨ ਸ਼ਰਾਬ ਪੀਣ ਨੂੰ ਕਰੇਗਾ ਹੀ ਨਹੀਂ, ਜੇ ਅੰਦਰੋਂ ਪ੍ਰੇਰਨਾ ਪੀਣ ਲਈ ਹੋਵੇ ਤਾਂ ਉਹਨਾਂ ਨੂੰ ਕਹਿਣਾ ਕਿ ਉਸੇ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਕਿ ਦਾਤਾ ਜੀ ਮੇਰਾ ਮਨ ਕਾਬੂ ਤੋਂ ਬਾਹਰ ਹੋ ਰਿਹਾ ਹੈ, ਆਪ ਹੀ ਕਿਰਪਾ ਕਰਕੇ ਵਸ ਵਿੱਚ ਕਰੋ ਜੀ ਤੇ ਇਸ ਲਾਹਨਤ ਤੋਂ ਬਚਾਓ। ਜੇ ਕਿਤੇ ਫਿਰ ਵੀ ਸ਼ਰਾਬ ਪੀਤੀ ਜਾਵੇ ਉਸ ਦਿਨ ਗੁਰਦੁਆਰਾ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਨਹੀਂ ਜਾਣਾ, ਬਾਹਰੋਂ ਦਹਲੀਜ਼ ਤੋਂ ਬੇਨਤੀ ਕਰ ਦੇਣੀ। ਮਨ ਤਾਂ ਬਾਬਾ ਜੀ ਅਤੇ ਸੰਗਤ ਦੀ ਕੀਤੀ ਅਰਦਾਸ ਨਾਲ ਹੀ ਬਦਲ ਚੁੱਕਾ ਸੀ। ਸਤਿਗੁਰੂ ਜੀ ਦੇ ਚਰਨਾਂ ਦੀ ਓਟ ਲੈਣ ਨਾਲ ਹੋਰ ਪਰਪੱਕਤਾ ਹੋ ਗਈ। ਉਹ ਸਰਦਾਰ ਜੀ ਜੋ ਮਨ ਕਰਕੇ ਇਸ ਭੈੜੀ ਵਾਦੀ ਨੂੰ ਛੱਡਣਾ ਚਾਹੁੰਦੇ ਹੋਏ ਵੀ ਨਹੀਂ ਛੱਡ ਸਕਦੇ ਸਨ, ਅਰਦਾਸ ਅਤੇ ਗੁਰਬਾਣੀ ਦਾ ਆਸਰਾ ਲੈਣ ਨਾਲ ਸਿੰਘ ਸੱਜ ਗਏ ਤੇ ਗੁਰਸਿੱਖੀ ਜੀਵਨ ਦੇ ਧਾਰਨੀ ਬਣ ਗਏ। ਹਰ ਰੋਜ਼ 5 ਬਾਣੀਆਂ ਦੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਿਤਨੇਮੀ ਵੀ ਹੋ ਗਏ। ਬਾਅਦ ਵਿੱਚ ਇਹਨਾਂ ਦੀ ਪ੍ਰੇਰਨਾ ਨਾਲ ਕਈਆਂ ਦੇ ਜੀਵਨ ਬਦਲੇ। ਘਰ ਵਿੱਚ ਵੀ ਸਾਰਾ ਪਰਿਵਾਰ ਗੁਰਸਿੱਖੀ ਧਾਰਨ ਕਰ ਗਿਆ। ਇਹ ਬਰਕਤਾਂ ਸਤ ਸੰਗਤ, ਬਾਣੀ ਅਤੇ ਅਰਦਾਸ ਨਾਲ ਪ੍ਰਾਪਤ ਹੁੰਦੀਆਂ ਹਨ। ਅਜਿਹਾ ਸੀ ਬਾਬਾ ਜੀ ਦਾ ਪਰਉਪਕਾਰੀ ਜੀਵਨ, ਜੋ ਕਿ ਅਵਗੁਣਾ ਤਥਾ ਬੁਰਾਈਆਂ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗੇ ਜੀਵ ਨੂੰ ਆਪਣੇ ਪਿਆਰ ਦੀ ਛੋਹ ਦੇ ਕੇ ਨਾਮ ਰਸ ਨਾਲ ਭਰਪੂਰ ਪਿਆਰੀ ਗਲਵੱਕੜੀ ਵਿੱਚ ਲੈ ਕੇ ਬਾਹਰ ਕੱਢ ਲੈਂਦੇ ਅਤੇ ਗੁਰਮਤਿ ਦੇ ਦ੍ਰਿੜ ਧਾਰਨੀ ਬਣਾ ਕੇ ਆਦਰਸ਼ਕ ਗੁਰਸਿੱਖ ਦਾ ਨਮੂਨਾ ਬਣਾ ਦਿੰਦੇ। ਜੇਕਰ ਐਸੀਆਂ ਕੁਝ ਇੱਕ ਘਟਨਾਵਾਂ ਵੀ ਲਿਖੀਏ ਤਾਂ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਬਾਬਾ ਜੀ ਦੀ ਸੰਗਤ ਤੇ ਪਿਆਰ ਦੀ ਛੋਹ ਨੇ ਇਲਾਕੇ ਦੇ ਪਰਿਵਾਰਾਂ ਦੇ ਪਰਿਵਾਰ ਨਾਸਤਿਕਤਾ ਤੇ ਬੁਰਾਈਆਂ ਦੀ ਦਲਦਲ ਵਿੱਚੋਂ ਕੱਢ ਕੇ ਗੁਰਮਤਿ ਗਾਢੀ ਰਾਹ ਉੱਪਰ ਲਿਆ ਟੋਰੇ। ਇਸ ਇਲਾਕੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ ਕਿ ਭਵ ਜਲ ਅੰਦਰ ਬੋਹੇ ਥੇ, ਇਕਸ ਪਿੱਛੇ ਲੱਖ ਤਰੰਦੇ ਤਥਾ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ। ਤੂੰ ਸ਼ਰਾਬ ਛੱਡ ਦੇ, ਗਰੀਬੀ ਤੈਨੂੰ ਛੱਡ ਜਾਵੇਗੀ। ਸਾ ਗਿਆਨ ਸਿੰਘ ਜੀ ਗੁਰਦਾਸਪੁਰ ਨਿਵਾਸੀ ਚੰਗੇ ਭਲੇ ਪੁਰਸ਼ ਸਨ। ਆਪਣੀ ਨੇਕ ਨੀਅਤ ਨਾਲ ਮਿਹਨਤ ਕਰਕੇ ਪਰਿਵਾਰ ਦੀ ਪਰਵਰਿਸ਼ ਕਰਦੇ ਸਨ। ਭਾਖੜੇ ਦਾ ਡੈਮ ਬਣਨਾ ਸ਼ੁਰੂ ਹੋਇਆ। ਆਪ ਜੀ ਨੇ ਭਾਖੜਾ ਡੈਮ ਤੇ ਨੌਕਰੀ ਕਰ ਲਈ। ਭਾਵੇਂ ਆਪ ਨੇਕ ਨੀਅਤ ਨਾਲ ਮਿਹਨਤ ਕਰਦੇ ਸਨ, ਪਰ ਜਿਵੇਂ ਗੁਲਾਬ ਦੇ ਫੁੱਲ ਨਾਲ ਕੰਡਾ ਵੀ ਹੁੰਦਾ ਹੈ, ਜਿੱਥੇ ਸੱਚਾ ਸੁੱਚਾ ਮਿਹਨਤੀ ਜੀਵਨ ਸੀ, ਉੱਥੇ ਨਾਲ ਸ਼ਰਾਬ ਪੀਣ ਦਾ ਸੁਭਾਅ ਜੋ ਪਰਪੱਕ ਹੋ ਚੁੱਕਾ ਸੀ, ਉਹ ਸਾਰੀ ਕੀਤੀ ਖੂਨ ਪਸੀਨੇ ਦੀ ਕਮਾਈ ਨੂੰ ਆਪਣੇ ਵਿੱਚ ਸਮੇਟੀ ਜਾ ਰਿਹਾ ਸੀ। ਮਹੀਨੇ ਬਾਅਦ ਘਰ ਆਉਣਾ, ਘਰ ਵਾਲਿਆਂ ਨੂੰ ਗੁਜ਼ਾਰੇ ਜੋਗੇ ਪੈਸੇ ਦੇ ਦੇਣੇ, ਬਾਕੀ ਖੂਹ ਦੀ ਮਿੱਟੀ ਖੂਹ ਨੂੰ ਹੀ ਲਾਈ ਜਾਣੀ। ਘਰ ਵਾਲੀ ਬੀਬੀ ਬੜੀ ਸੁਸ਼ੀਲ ਤੇ ਸਿਆਣੀ ਸੀ। ਉਸੇ ਮਾਇਆ ਵਿੱਚ ਹੀ ਆਪਣੇ ਸਾਰੇ ਘਰ ਦਾ ਤੋਰਾ ਤੋੜ ਕੇ ਬੱਚਿਆਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ। ਕਾਫੀ ਸਮਾਂ ਇਹ ਸਿਲਸਿਲਾ ਜਾਰੀ ਰਿਹਾ। ਸਮਾਂ ਲੰਘਦਾ ਗਿਆ। ਡੈਮ ਦਾ ਕੰਮ ਵੀ ਸਮਾਪਤ ਹੋਣ ਤੇ ਆ ਗਿਆ। ਸਾਹ ਗਿਆਨ ਸਿੰਘ ਜੀ ਕੰਮ ਛੱਡ ਕੇ ਮੁੜ ਗੁਰਦਾਸਪੁਰ ਆ ਗਏ ਤੇ ਆਪਣਾ ਵੈਲਡਿੰਗ ਦਾ ਕੰਮਕਾਰ ਸ਼ੁਰੂ ਕਰ ਲਿਆ। ਗਾਹਕ ਵੀ ਆਉਂਦੇ, ਕੰਮ ਵੀ ਚੱਲਦਾ, ਮਾਇਆ ਵੀ ਗੁਜ਼ਾਰੇ ਜੋਗੀ ਕਮਾ ਲੈਂਦੇ। ਪਰ ਸ਼ਰਾਬ ਦਾ ਐਬ ਜੋ ਪੱਕੀ ਆਦਤ ਬਣ ਕੇ ਚੰਬੜਿਆ ਹੋਇਆ ਸੀ,
ਉਹ ਸਾਰੀ ਬਰਕਤ ਨੂੰ ਖਈ ਰੋਗ ਵਾਂਗ ਆਪਣੇ ਵਿੱਚ ਹੀ ਜਜ਼ਬ ਕਰੀ ਜਾਂਦਾ ਸੀ। ਕਈ ਵਾਰ ਆਪ ਨੇ ਸ਼ਰਾਬ ਨੂੰ ਤਿਆਗਣ ਦਾ ਮਨ ਬਣਾਇਆ, ਪਰ ਮਨ ਫਿਰ ਡੋਲ ਜਾਂਦਾ। ਇੱਕ ਪ੍ਰੇਮੀ ਨੇ ਆਪ ਨੂੰ ਕਿਹਾ ਕਿ ਗਿਆਨ ਸਿੰਘਾ, ਤੂੰ ਕੰਮ ਵੀ ਇੰਨਾ ਕਰਦਾ ਹੈ, ਗਾਹਕ ਵੀ ਕਾਫੀ ਆਉਂਦੇ ਹਨ, ਪਰ ਤੇਰੇ ਘਰ ਦੀ ਹਾਲਤ ਉਵੇਂ ਦੀ ਉਵੇਂ ਹੀ ਹੈ। ਕੋਈ ਚੰਗਾ ਮਕਾਨ ਬਣਾ ਲੈ, ਬੱਚੇ ਜਵਾਨ ਹੋਣ ਵਾਲੇ ਹਨ, ਇਹਨਾਂ ਦੇ ਕਾਰ ਵਿਹਾਰ ਵੀ ਕਰਨੇ ਹਨ, ਪਰ ਨਾ ਤਾਂ ਤੂੰ ਨੌਕਰੀ ਸਮੇਂ ਤੇ ਨਾ ਹੀ ਹੁਣ ਹੀ ਘਰ ਵਿੱਚ ਕੋਈ ਅਟਲਾਈ ਹੈ। ਪਹਿਲਾਂ ਵਾਲਾ ਹੀ ਬਾਲੇ ਸ਼ਤੀਰਾਂ ਦੀ ਰਿਪੇਅਰ ਤੱਕ ਹੀ ਸੀਮਤ ਰੱਖਿਆ ਹੋਇਆ ਹੈ ਕੰਮ। ਸਾ ਗਿਆਨ ਸਿੰਘ ਨੇ ਉਸ ਹਮਦਰਦੀ ਮਿੱਤਰ ਪਾਸ ਆਪਣਾ ਦੁੱਖ ਫੋਲਿਆ ਕਿ ਮਿੱਤਰਾ, ਤੈਨੂੰ ਪਤਾ ਹੀ ਹੈ ਕਿ ਭਾਵੇਂ ਮੈਨੂੰ ਆਮਦਨ ਕਾਫੀ ਹੈ, ਪਰ ਇਹ ਜੋ ਮੈਨੂੰ ਇੱਕ ਭੈੜੀ ਲਾਹਨਤ ਲੱਗ ਚੁੱਕੀ ਹੈ, ਮੈਂ ਚਾਹੁੰਦਾ ਹੋਇਆ ਵੀ ਇਸ ਤੋਂ ਛੁੱਟ ਨਹੀਂ ਸਕਦਾ। ਉਸ ਪ੍ਰੇਮੀ ਨੇ ਕਿਹਾ ਕਿ ਮੈਂ ਤੈਨੂੰ ਦੱਸਦਾ ਹਾਂ, ਜੇ ਤੂੰ ਮੇਰਾ ਕਹਿਣਾ ਮੰਨੇ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਗੜ੍ਹਦੀਵਾਲਾ ਦੇ ਨਜ਼ਦੀਕ ਇੱਕ ਸਿੱਖ ਸਾਧੂ ਹਨ। ਤੁਸੀਂ ਉਹਨਾਂ ਪਾਸ ਜਾਵੋ, ਉਹ ਕਹਿਣ ਜਿਵੇਂ ਉਹ ਕਹਿਣ ਉਸ ਤੇ ਪਹਿਰਾ ਦਿਓ, ਉਹ ਪੂਰਨ ਮਹਾਤਮਾ ਹਨ। ਸਾ ਗਿਆਨ ਸਿੰਘ ਨੇ ਆਪਣੇ ਹਮਦਰਦੀ ਮਿੱਤਰ ਨੂੰ ਉੱਤਰ ਦਿੱਤਾ, ਛੱਡ ਯਾਰ, ਬਥੇਰੇ ਸਾਧ ਦੇਖੇ ਹਨ, ਸਭ ਆਪੋ ਆਪਣੀ ਰੋਟੀ ਦੀ ਕਮਾਈ ਦਾ ਸਾਧਨ ਬਣਾ ਕੇ ਬੈਠੇ ਹੋਏ ਹਨ। ਸ਼ਰਾਬ ਤਾਂ ਮੈਂ ਪੀਂਦਾ ਹਾਂ, ਕਿ ਸੰਤ ਮੇਰੇ ਹੱਥੋਂ ਗਲਾਸੀ ਖੋਲਣਗੇ? ਜਿੰਨਾ ਚਿਰ ਮੇਰਾ ਮਨ ਹੀ ਇਸ ਨੂੰ ਛੱਡਣ ਦਾ ਨਹੀਂ ਬਣਦਾ, ਉਨਾ ਚਿਰ ਕੋਈ ਦੂਸਰਾ ਮੇਰੀ ਸ਼ਰਾਬ ਕਿਵੇਂ ਛੁਡਾ ਦੇਗਾ? ਉਸ ਹਮਦਰਦੀ ਮਿੱਤਰ ਨੇ, ਜੋ ਅੰਮ੍ਰਿਤਧਾਰੀ ਸੀ, ਮੁੜ ਗਿਆਨ ਸਿੰਘ ਨੂੰ ਕਿਹਾ ਕਿ ਗਿਆਨ ਸਿੰਘ, ਜਾਣ ਦਾ ਕੀ ਹਰਜ ਹੈ? ਤੂੰ ਉਹਨਾਂ ਨੂੰ ਸੱਚੀ ਗੱਲ ਕਹਿ ਕੇ ਬੇਨਤੀ ਕਰ ਦੇਵੀਂ, ਜੇ ਤੇਰਾ ਮਨ ਮੰਨਿਆ ਉਹਨਾਂ ਦੀ ਗੱਲ ਮੰਨ ਲਈ, ਨਹੀਂ ਤੇ ਮੁੜ ਆਪਣੇ ਘਰ ਆ ਜਾਵੀਂ। ਪਰ ਸਾ ਗਿਆਨ ਸਿੰਘ ਆਪਣੀ ਗੱਲ ਤੇ ਹੀ ਅੜੇ ਰਹੇ। ਕਹਿਣ ਲੱਗੇ ਕਿ ਸੰਤਾਂ ਨੇ ਵੀ ਤਾਂ ਇਹੀ ਕਹਿਣਾ ਹੈ ਕਿ ਤੂੰ ਸ਼ਰਾਬ ਨਾ ਪੀਆ ਕਰ, ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਨਹੀਂ ਪੀਵਾਂਗਾ। ਜੇ ਨਾ ਪੀਣ ਦਾ ਬਚਨ ਕਰ ਲਿਆ, ਫਿਰ ਤਾਂ ਮੈਂ ਦੋਹਰੇ ਪਾਪ ਦਾ ਭਾਗੀ ਬਣਾਂਗਾ। ਸੋ ਛੱਡ ਯਾਰ, ਜੇ ਰੱਬ ਨੇ ਆਪੇ ਛਡਾਉਣੀ ਹੋਵੇਗੀ ਛਡਾ ਦੇਵੇਗਾ। ਉਹ ਮਿੱਤਰ ਕਹਿਣ ਲੱਗਾ, ਗਿਆਨ ਸਿੰਘ, ਜਿਵੇਂ ਤੂੰ ਹੁਣੇ ਹੀ ਕਿਹਾ ਹੈ ਕਿ ਸੰਤ ਮੇਰੇ ਹੱਥੋਂ ਗਲਾਸੀ ਖੋਹ ਲੈਣਗੇ, ਕੀ ਹੁਣ ਤੂੰ ਇਹ ਚਾਹੁੰਦਾ ਹੈ ਕਿ ਰੱਬ ਤੇਰੇ ਹੱਥੋਂ ਗਲਾਸੀ ਖੋਵੇ? ਵੇਖੀ, ਜੇ ਰੱਬ ਨੇ ਹੱਥੋਂ ਗਲਾਸੀ ਖੋਹੀ ਤਾਂ ਬਹੁਤ ਮਹਿੰਗੀ ਪੈਣੀ ਹੈ। ਸੋ ਭਰਾ, ਐਵੇਂ ਹੁਜਦਾ ਨਾ ਪੜ, ਇੱਕ ਵਾਰ ਉੱਥੇ ਜਾ ਤਾਂ ਆ। ਗਿਆਨ ਸਿੰਘ ਨੇ ਕਿਹਾ ਕਿ ਚੰਗਾ ਭਰਾ, ਮੈਂ ਤੇਰੀ ਗੱਲ ਹੀ ਮੰਨ ਲੈਂਦਾ ਹਾਂ, ਕਿਸੇ ਦਿਨ ਐਤਵਾਰ ਨੂੰ ਜਾ ਕੇ ਆਵਾਂਗਾ। ਸੰਤਾਂ ਨੇ ਸ਼ਰਾਬ ਛੁਡਾ ਦਿੱਤੀ ਤਾਂ ਟੱਬਰ ਦਾ ਭਲਾ ਹੋ ਜਾਊ, ਨਾ ਕੋਈ ਵਿਧ ਬਣੀ ਤਾਂ ਜਿਵੇਂ ਗੱਡੀ ਚੱਲਦੀ ਹੈ ਚੱਲੀ ਜਾਊ। ਇਸ ਤਰ੍ਹਾਂ ਦੀ ਵਾਰਤਾਲਾਪ ਉਪਰੰਤ ਉਹ ਹਮਦਰਦ ਪ੍ਰੇਮੀ ਆਪਣੇ ਘਰ ਚਲਾ ਗਿਆ। ਇੱਧਰ ਉਸ ਪ੍ਰੇਮੀ ਦੇ ਕਹੇ ਵਾਕ ਸਾ ਗਿਆਨ ਸਿੰਘ ਦੇ ਅੰਦਰ ਗੇੜਾ ਖਾਣ ਲੱਗ ਪਏ। ਐਤਵਾਰ ਦਾ ਦਿਨ ਵੀ ਨੇੜੇ ਹੀ ਸੀ। ਆਪ ਨੇ ਐਤਵਾਰ ਵਾਲੇ ਦਿਨ ਰਾਮਪੁਰ ਖੇੜੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਗਰਮੀਆਂ ਦੇ ਦਿਨ ਸਨ। ਸਾ ਗਿਆਨ ਸਿੰਘ ਹੋਰੀ ਸਾਈਕਲ ਤੇ ਸਵਾਰ ਹੋ ਕੇ ਦਰਿਆ ਬਿਆਸ ਦੇ ਨੁਸ਼ਹਿਰਾ ਪੱਤਣ ਤੇ ਪੁੱਜੇ। ਬੇੜੀ ਰਾਹੀਂ ਆਪ ਪਾਰਲੇ ਕੰਢੇ ਉਤਰ ਕੇ ਮੁੜ ਸਾਈਕਲ ਤੇ ਸਵਾਰ ਹੋ ਕੇ 24-25 ਮੀਲ ਦਾ ਪੰਧ ਸਾਈਕਲ ਤੇ ਕਰਦੇ ਹੋਏ ਦੁਪਹਿਰ ਸਮੇਂ ਗੁਰਦੁਆਰਾ ਰਾਮਪੁਰ ਖੇੜੇ ਪੁੱਜ ਗਏ। ਬਾਹਰ ਨਲਕੇ ਤੇ ਮੂੰਹ ਹੱਥ ਧੋਤਾ, ਥੋੜੀ ਦੂਰ ਸਾਈਕਲ ਖੜਾ ਕਰਕੇ ਆਪ ਜੀ ਜਿੱਥੇ ਸੰਗਤ ਦਰੀ ਤੇ ਬੈਠੀ ਸੀ, ਦੂਰੋਂ ਹੀ ਸੰਗਤ ਦੇ ਦਰਸ਼ਨ ਕੀਤੇ। ਗੁਰੂ ਮਹਾਰਾਜ ਜੀ ਦੇ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਸਰੀਰ ਨੂੰ ਪੱਖੇ ਦੀ ਹਵਾ ਲਵਾਈ। ਅੰਦਰ ਬੈਠੇ ਹੀ ਬਾਹਰ ਦਰੀ ਤੇ ਬੈਠੇ ਬਾਬਾ ਜੀ ਤੇ ਸੰਗਤ ਵੱਲ ਵੇਖਿਆ। ਉਸ ਸੰਗਤ ਵਿੱਚੋਂ ਹੁਣ ਆਪ ਨੂੰ ਸੰਤਾਂ ਨੂੰ ਸਿਆਣਨਾ ਔਖਾ ਹੋ ਗਿਆ। ਇਸ ਸੰਗਤ ਵਿੱਚ ਸੰਤ ਕਿਹੜੇ ਹਨ ਤੇ ਸੰਗੀ ਕਿਹੜੇ ਹਨ? ਕਿਉਂਕਿ ਗਰਮੀ ਕਾਰਨ ਬਾਬਾ ਜੀ ਨੇ ਛੋਟੀ ਕੇਸਕੀ ਸਜਾਈ ਹੋਈ ਸੀ ਤੇ ਆਮ ਸਿੰਘਾਂ ਵਾਲਾ ਹੀ ਪਹਿਰਾਵਾ ਪਹਿਨਿਆ ਹੋਇਆ ਸੀ। ਸਾ ਗਿਆਨ ਸਿੰਘ ਦੇ ਮਨ ਵਿੱਚ ਖਿਆਲ ਸੀ ਕਿ ਸੰਤ ਕਿਸੇ ਤਖਤ ਪੋਸ਼ ਤੇ ਗਧੇਲਾ ਲਾ ਕੇ ਸੁੰਦਰ ਆਸਣ ਵਿਛਾ ਕੇ ਬੈਠੇ ਹੋਣਗੇ, ਇੱਕ ਦੋ ਸੇਵਾਦਾਰ ਪੱਖਾ ਝਲਦੇ ਹੋਣਗੇ, ਇੱਕ ਦੋ ਅਰਦਲ ਵਿੱਚ ਖੜੇ ਹੋਣਗੇ। ਸੰਤ ਤਾਂ ਦੂਰ ਤੋਂ ਹੀ ਪਛਾਣੇ ਜਾਂਦੇ ਹਨ, ਪਰ ਇੱਥੇ ਤਾਂ ਸਾਰੇ ਸੰਗਤ ਰੂਪ ਵਿੱਚ ਹੀ ਦਰੀ ਤੇ ਬੈਠੇ ਹਨ ਤੇ ਮੈਨੂੰ ਅਜੇ ਤੱਕ ਵੀ ਸੰਤਾਂ ਦੀ ਸਿਆਣ ਨਹੀਂ ਹੋ ਰਹੀ। ਇਸ ਤਰ੍ਹਾਂ ਦੀਆਂ ਵਿਚਾਰਾਂ ਸਾ ਗਿਆਨ ਸਿੰਘ ਦੇ ਮਨ ਵਿੱਚ ਚੱਲ ਰਹੀਆਂ ਸਨ। ਭਾਈ ਅਮਰ ਸਿੰਘ ਨੇ ਸਾ ਗਿਆਨ ਸਿੰਘ ਨੂੰ ਮਹਾਰਾਜ ਦੇ ਕਮਰੇ ਵਿੱਚ ਬੈਠਿਆਂ ਨੂੰ ਪ੍ਰਸ਼ਾਦ ਦਿੱਤਾ ਤੇ ਜਲ ਪਾਣੀ ਪੁੱਛਿਆ। ਸਾ ਗਿਆਨ ਸਿੰਘ ਹੋਰਾਂ ਨੇ ਸਾ ਅਮਰ ਸਿੰਘ ਗੋਂਦਪੁਰ ਵਾਲਿਆਂ ਨੂੰ ਸਹਿਜੇ ਨਾਲ ਪੁੱਛਿਆ ਕਿ ਭਾਈ ਸਾਹਿਬ, ਸੰਤ ਜੀ ਕਿਤੇ ਬਾਹਰ ਗਏ ਹੋਏ ਨੇ? ਤੇ ਭਾਈ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਨਹੀਂ ਜੀ, ਬਾਬਾ ਜੀ ਤਾਂ ਬਾਹਰ ਸੰਗਤ ਵਿੱਚ ਦਰੀ ਤੇ ਬੈਠੇ ਹਨ। ਤੇ ਬਾਬਾ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ ਜੋ ਗੋਲ ਕੇਸ ਕੀ ਸਜਾਈ ਬੈਠੇ ਹਨ ਤੇ ਗਲ ਵਿੱਚ ਕਾਲੇ ਗਾਤਰੇ ਵਾਲੀ ਕਿਰਪਾਨ ਹੈ, ਇਹ ਹੀ ਸੰਤ ਜੀ ਹਨ। ਸਾ ਗਿਆਨ ਸਿੰਘ ਭਾਈ ਅਮਰ ਸਿੰਘ ਦੇ ਦੱਸਣ ਤੇ ਬਾਬਾ ਜੀ ਵੱਲ ਗਏ ਤੇ ਜਾ ਕੇ ਉਹਨਾਂ ਨੂੰ ਮੱਥਾ ਟੇਕਣ ਲੱਗੇ। ਬਾਬਾ ਜੀ ਨੇ ਸਾ ਗਿਆਨ ਸਿੰਘ ਦੇ ਸਿਰ ਹੇਠ ਹੱਥ ਕਰਕੇ ਰੋਕ ਦਿੱਤਾ ਤੇ ਸੰਗਤ ਨਾਲ ਜੋ ਉਚਾਰ ਚੱਲ ਰਹੀ ਸੀ ਵਿੱਚੇ ਛੱਡ ਕੇ ਕਹਿਣ ਲੱਗੇ ਕਿ ਹੁਣ ਹੋਰ ਮੱਥਾ ਟੇਕਣ ਦੀ ਕਸਰ ਰਹਿੰਦੀ ਹੈ? ਜਿਨ੍ਹਾਂ ਨੂੰ ਮੱਥਾ ਟੇਕਣਾ ਸੀ, ਨਮਸਕਾਰ ਕਰਨੀ ਬਣਦੀ ਸੀ, ਉੱਥੇ ਤਾਂ ਤੁਸੀਂ ਮੱਥਾ ਟੇਕ ਆਏ। ਹੁਣ ਹੋਰ ਕਿਸੇ ਦੇਹਧਾਰੀ ਨੂੰ ਮੱਥਾ ਟੇਕਣ ਦੀ ਲੋੜ ਨਹੀਂ। ਗੁਰਸਿੱਖ ਨੂੰ ਆਪਣੇ ਪੈਰਾਂ ਤੇ ਖਲੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਸਾਨੂੰ ਸਭ ਤੋਂ ਸ੍ਰੇਸ਼ਟ ਫਤਿਹ ਬਖਸ਼ਿਸ਼ ਕੀਤੀ ਹੈ।
ਜਦੋਂ ਵੀ ਇੱਕ ਦੂਜੇ ਨੂੰ ਮਿਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਚਾਹੀਦੀ ਹੈ। ਬਾਬਾ ਜੀ ਨੇ ਆਪ ਨੂੰ ਪੁੱਛਿਆ ਕਿ ਆਪ ਜੀ ਕਿੱਥੋਂ ਆਏ ਹੋ? ਗਿਆਨ ਸਿੰਘ ਨੇ ਦੱਸਿਆ ਕਿ ਜੀ ਗੁਰਦਾਸਪੁਰ ਤੋਂ ਆਇਆ ਹਾਂ। ਬਾਬਾ ਜੀ ਪੁੱਛਣ ਲੱਗੇ ਬੱਸ ਤੇ ਜਾਂ ਸਾਈਕਲ ਤੇ? ਤਾਂ ਗਿਆਨ ਸਿੰਘ ਹੋਰੀ ਕਹਿਣ ਲੱਗੇ ਜੀ ਧੁਰੋਂ ਹੀ ਸਾਈਕਲ ਤੇ ਆਇਆ ਹਾਂ। ਬਾਬਾ ਜੀ ਨੇ ਆਖਿਆ ਕਿ ਆਪ ਜੀ ਨੂੰ ਬਹੁਤ ਖੇਚਲ ਹੋਈ ਹੈ, ਜਲ ਪਾਣੀ ਛਕੋ, ਲੰਗਰ ਵੀ ਤਿਆਰ ਹੈ, ਛਕ ਲਵੋ, ਫਿਰ ਗੱਲਬਾਤ ਕਰਾਂਗੇ। ਸਾ ਗਿਆਨ ਸਿੰਘ ਹੋਰੀ ਲੰਗਰ ਛਕਣ ਬੈਠ ਗਏ ਤੇ ਮਨ ਵਿੱਚ ਬੜੇ ਹੈਰਾਨ ਹੋਏ ਕਿ ਇਹ ਕਿਹੋ ਜਿਹੇ ਸੰਤ ਹਨ। ਸੰਤਾਂ ਨੂੰ ਤਾਂ ਮੱਥਾ ਨਾ ਟੇਕੋ ਤਾਂ ਉਹ ਆਏ ਹੋਏ ਪ੍ਰੇਮੀ ਨੂੰ ਸਿੱਧੇ ਮੂੰਹ ਬੁਲਾਉਂਦੇ ਨਹੀਂ। ਜਲ ਪਾਣੀ ਪੁੱਛਣਾ ਦਾ ਇੱਕ ਪਾਸੇ ਰਿਹਾ, ਸੰਤਾਂ ਨੇ ਤਾਂ ਜੋ ਬੁਰਾ ਮਨਾਉਣਾ ਹੈ ਉਹ ਤਾਂ ਜੁਦੀ ਗੱਲ। ਉਹਨਾਂ ਦੇ ਸ਼ਰਧਾਲੂ ਹੀ ਸੰਤਾਂ ਨੂੰ ਮੱਥਾ ਨਾ ਟੇਕਣ ਵਾਲੇ ਦੀ ਨਿਸ਼ਾ ਕਰਾ ਦਿੰਦੇ ਹਨ ਕਿ ਤੁਹਾਨੂੰ ਮਹਾਂਪੁਰਖਾਂ ਦਾ ਸਤਿਕਾਰ ਨਹੀਂ ਕਰਨਾ ਹੁੰਦਾ। ਜੇ ਸੰਤਾਂ ਪਾਸੋਂ ਕੁਝ ਲੈਣਾ ਹੈ ਤਾਂ ਪਹਿਲਾਂ ਮਹਾਂਪੁਰਖਾਂ ਦਾ ਸਤਿਕਾਰ ਕਰਨਾ ਸਿੱਖੋ। ਪਰ ਇੱਥੇ ਤਾਂ ਅਜੀਬ ਉਲਟੀ ਗੱਲ ਹੀ ਬਣੀ ਹੋਈ ਹੈ। ਮੱਥਾ ਟੇਕਣ ਵਾਲੇ ਨੂੰ ਮਿੱਠੀਆਂ ਮਿੱਠੀਆਂ ਝਿੜਕਾਂ ਪੈਂਦੀਆਂ ਹਨ। ਇਹ ਤਾਂ ਜ਼ਿੰਦਗੀ ਦਾ ਪਹਿਲਾ ਤਜਰਬਾ ਹੈ। ਇਹਨਾਂ ਵਿਚਾਰਾਂ ਵਿੱਚ ਹੀ ਗਿਆਨ ਸਿੰਘ ਹੋਰਾਂ ਨੇ ਪ੍ਰਸ਼ਾਦਾ ਛਕਿਆ ਤੇ ਮਨ ਵਿੱਚ ਵੀ ਕੁਝ ਪਤੀਜਣਾ ਬਣੀ। ਪ੍ਰਸ਼ਾਦਾ ਛਕ ਕੇ ਆਪ ਜੀ ਸੰਗਤ ਵਿੱਚ ਬੈਠ ਗਏ ਤੇ ਚੱਲ ਰਹੀਆਂ ਗੁਰਮਤਿ ਵਿਚਾਰਾਂ ਨੂੰ ਸਰਵਣ ਕਰਨ ਲੱਗੇ। ਥੋੜੀ ਦੇਰ ਬਾਅਦ ਬਾਬਾ ਜੀ ਨੇ ਸਾ ਗਿਆਨ ਸਿੰਘ ਨੂੰ ਆਉਣ ਦਾ ਕਾਰਨ ਪੁੱਛਿਆ ਕਿ ਤੁਸੀਂ ਬੜੀ ਦੂਰੋਂ ਧੁੱਪੇ ਚੱਲ ਕੇ ਆਏ ਹੋ, ਦੱਸੋ ਕੀ ਹੁਕਮ ਹੈ? ਆਪ ਨੇ ਕਿਹਾ ਬਾਬਾ ਜੀ ਮੈਂ ਆਪ ਜੀ ਨਾਲ ਵੱਖਰੇ ਹੋ ਕੇ ਗੱਲ ਕਰਨੀ ਹੈ। ਥੋੜੇ ਚਿਰ ਬਾਅਦ ਸੰਗਤ ਤੁਰ ਗਈ। ਗਿਆਨ ਸਿੰਘ ਹੋਰਾਂ ਨੇ ਆਪਣੇ ਆਉਣ ਦਾ ਪ੍ਰਯੋਜਨ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਮੈਂ ਪਹਿਲਾਂ ਨੌਕਰੀ ਵੀ ਕੀਤੀ ਹੈ, ਹੁਣ ਆਪਣਾ ਕੰਮ ਸ਼ੁਰੂ ਕੀਤਾ ਹੈ, ਗਾਹਕ ਵੀ ਆਉਂਦੇ ਹਨ ਪਰ ਮਾਇਆ ਟਿਕਦੀ ਨਹੀਂ। ਘਰ ਵਿੱਚ ਗਰੀਬੀ ਦਾ ਦਲਿੱਦਰ ਪਿਆ ਹੋਇਆ ਹੈ, ਅਜੇ ਘਰ ਵੀ ਨਹੀਂ ਬਣਾਇਆ, ਬੱਚੇ ਵੀ ਜਵਾਨ ਹੋਣ ਵਾਲੇ ਹਨ, ਉਹਨਾਂ ਦੇ ਕਾਰਜ ਵੀ ਕਰਨੇ ਹਨ। ਬਾਬਾ ਜੀ ਨੇ ਗਿਆਨ ਸਿੰਘ ਹੋਰਾਂ ਦੀ ਗੱਲ ਬੜੇ ਗੌਰ ਨਾਲ ਸੁਣੀ। ਥੋੜਾ ਚੁੱਪ ਕਰਕੇ ਬਚਨ ਕੀਤਾ, ਸਰਦਾਰ ਜੀ ਤੁਹਾਡਾ ਨਾਮ ਕੀ ਹੈ? ਜੀ ਗਿਆਨ ਸਿੰਘ। ਭਾਈ ਗਿਆਨ ਸਿੰਘ, ਜੇ ਤੂੰ ਸਾਡਾ ਬਚਨ ਮੰਨੇ ਗੁਜ਼ਾਰਾ ਤਾਂ ਕੀ ਮਾਇਆ ਤੇਰੇ ਮਗਰ ਮਗਰ ਆਵੇਗੀ। ਜੀ ਹੁਕਮ ਕੀ ਹੈ? ਗਿਆਨ ਸਿੰਘ ਹੋਰਾਂ ਆਖਿਆ, ਬਸ ਇੱਕੋ ਬੇਨਤੀ ਹੈ ਤੈਨੂੰ ਕਿ ਤੂੰ ਸ਼ਰਾਬ ਛੱਡ ਦੇ, ਗਰੀਬੀ ਦਾ ਦਲਿੱਦਰ ਤੈਨੂੰ ਛੱਡ ਜਾਵੇਗਾ। ਗਿਆਨ ਸਿੰਘ ਨੇ ਸੋਚਿਆ ਕਿ ਉਹੀ ਹੀ ਗੱਲ ਹੋਈ ਨਾ, ਕੀ ਮੈਂ ਹੁਣ ਹਾਂ ਕਰਾਂ ਜਾਂ ਨਾ ਕਰਾਂ। ਅਖੀਰ ਸੋਚ ਕੇ ਆਪ ਨੇ ਕਿਹਾ, ਬਾਬਾ ਜੀ ਮੈਂ ਛੱਡਣੀ ਤਾਂ ਚਾਹੁੰਦਾ ਹਾਂ ਪਰ ਮੈਥੋਂ ਛੱਡੀ ਨਹੀਂ ਜਾਂਦੀ। ਬਾਬਾ ਜੀ ਕਹਿਣ ਲੱਗੇ, ਸ਼ਰਾਬ ਨੇ ਤੇਰਾ ਇਸ ਤਰ੍ਹਾਂ ਪਿੱਛਾ ਨਹੀਂ ਛੱਡਣਾ। ਤੁਸੀਂ ਗੁਰੂ ਜੀ ਦੀ ਸ਼ਰਨ ਗ੍ਰਹਿਣ ਕਰੋ। ਸ਼ਰਨ ਗ੍ਰਹਿਣ ਤੋਂ ਪਹਿਲਾਂ ਹਰ ਰੋਜ਼ ਸਵੇਰੇ ਜਪਜੀ ਸਾਹਿਬ, ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਿਆ ਕਰੋ। ਜਦੋਂ ਇਹ ਨਿਯਮ ਪੱਕ ਜਾਵੇ ਫਿਰ ਪੂਰਾ ਨਿਤਨੇਮ ਸ਼ੁਰੂ ਕਰ ਦੇਵੋ। ਅੱਜ ਤੋਂ ਹੀ ਇਹ ਪਰਨ ਕਰ ਲਵੋ ਤੇ ਹਰ ਰੋਜ਼ ਗੁਰਦੁਆਰੇ ਜਾ ਕੇ ਗੁਰੂ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਜੀ ਤੁਸੀਂ ਆਪ ਹੀ ਇਸ ਲਾਹਨਤ ਤੋਂ ਮੇਰਾ ਪਿੱਛਾ ਛਡਾਵੋ। ਜਦੋਂ ਆਪਣਾ ਬਲ ਕੁਝ ਨਾ ਸਾਰੇ, ਉਦੋਂ ਸਤਿਗੁਰੂ ਜੀ ਦੀ ਓਟ ਆਸਰਾ ਲਿਆ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਸੋ ਤਕੜੇ ਹੋ, ਅੱਜ ਤੋਂ ਹੀ ਪਰਨ ਕਰਕੇ ਜਾਵੋ ਕਿ ਇਸ ਭੈੜੀ ਵਾਦੀ ਦੇ ਨੇੜੇ ਨਹੀਂ ਜਾਣਾ। ਗਿਆਨ ਸਿੰਘ ਹੋਰੀ ਸੁਣੀ ਗਏ ਤੇ ਬਾਅਦ ਵਿੱਚ ਪੁੱਛਿਆ ਕਿ ਬਾਬਾ ਜੀ ਸ਼ਰਨ ਕਿਸ ਤਰ੍ਹਾਂ ਗ੍ਰਹਿਣ ਕਰਨੀ ਹੈ? ਤਾਂ ਬਾਬਾ ਜੀ ਨੇ ਦੱਸਿਆ ਕਿ ਜਦੋਂ ਤੁਸੀਂ 7 ਬਾਣੀਆਂ ਦਾ ਨਿਤਨੇਮ ਕਰਨ ਲੱਗ ਪਏ, ਸ਼ਰਾਬ ਛੱਡ ਦਿੱਤੀ, ਫਿਰ ਅੰਮ੍ਰਿਤ ਛਕ ਲੈਣਾ। ਇਹ ਹੀ ਗੁਰੂ ਸਾਹਿਬ ਜੀ ਦੀ ਸ਼ਰਨ ਗ੍ਰਹਿਣ ਕਰਨ ਦਾ ਤਰੀਕਾ ਹੈ। ਗਿਆਨ ਸਿੰਘ ਸੁਣ ਕੇ ਚੁੱਪ ਕਰ ਗਏ ਤੇ ਮਨ ਵਿੱਚ ਸੋਚਣ ਲੱਗੇ ਕਿ ਸ਼ਰਾਬ ਛੱਡਣ ਤੋਂ ਪਿੱਛੋਂ ਹੋਰ ਬੰਧਨ ਵਿੱਚ ਪੈਣਾ ਪਵੇਗਾ, ਹਰ ਰੋਜ਼ ਨਿਤਨੇਮ ਕਰਨਾ ਪਵੇਗਾ, ਰਹਿਤਾਂ ਰੱਖਣੀਆਂ ਪੈਣਗੀਆਂ। ਇਹ ਤਾਂ ਲੰਮਾ ਤਰੀਕਾ ਹੈ। ਇਹਨਾਂ ਵਿਚਾਰਾਂ ਵਿੱਚ ਪਏ ਹੀ ਆਪ ਨੇ ਪੁੱਛਿਆ ਕਿ ਬਾਬਾ ਜੀ ਕੀ ਅੰਮ੍ਰਿਤ ਛਕੇ ਤੋਂ ਬਿਨਾਂ ਨਹੀਂ ਸਰੇਗਾ? ਤੁਹਾਡੇ ਕਹਿਣ ਮੁਤਾਬਕ ਮੈਂ ਨਿਤਨੇਮ ਕਰ ਲਿਆ ਕਰਾਂਗਾ, ਸ਼ਰਾਬ ਛੱਡਣ ਦਾ ਵੀ ਯਤਨ ਕਰਾਂਗਾ। ਤਾਂ ਬਾਬਾ ਜੀ ਜਲਾਲ ਵਿੱਚ ਆਏ ਤੇ ਕਹਿਣ ਲੱਗੇ, ਗਿਆਨ ਸਿਆਂ ਅਸੀਂ ਤੇਰੇ ਲੋਕ ਪਰਲੋਕ ਸਵਾਰਨਾ ਚਾਹੁੰਦੇ ਹਾਂ। ਸ਼ਰਾਬ ਛੱਡਣ ਤੇ ਬਾਣੀ ਪੜਨ ਨਾਲ ਇੱਥੇ ਕਾਰੋਬਾਰ ਵਿੱਚ ਤਾਂ ਬਰਕਤ ਪੈਣੀ ਹੀ ਹੈ, ਪਰ ਇੱਥੇ ਕਿੰਨਾ ਕੁ ਚਿਰ ਇਸ ਮਾਇਆ ਤੋਂ ਸੁਖ ਲਈ ਜਾਵੇਂਗਾ? ਅਕਸਰ ਨੂੰ ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸਾਰਿਆਂ ਨੇ ਅੱਗੇ ਜਾਣਾ ਹੈ, ਜੇ ਅਸੀਂ ਕਿਸੇ ਦੇ ਹੋ ਕੇ ਇੱਥੋਂ ਜਾਵਾਂਗੇ ਤਾਂ ਉਹ ਉੱਥੇ ਵੀ ਸਾਡੀ ਸਾਰ ਲਵੇਗਾ, ਤੇ ਜੇ ਆਪਾਂ ਨਗੁਰੇ ਹੀ ਚਲੇ ਗਏ, ਸਤਿਗੁਰਾਂ ਨੇ ਤਾਂ ਨਗੁਰੇ ਦਾ ਨਾਂ ਵੀ ਬਹੁਤ ਮਾੜਾ ਲਿਖਿਆ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਆਪਾਂ ਸਮਝੀਏ ਜਾਂ ਨਾ, ਸਤਿਗੁਰੂ ਜੀ ਨੇ ਤਾਂ ਸਾਨੂੰ ਸਮਝਾਉਣ ਦੀ ਕੋਈ ਕਸਰ ਨਹੀਂ ਛੱਡੀ। ਸਤਿਗੁਰੂ ਜੀ ਇਸ ਤੋਂ ਵੱਧ ਸਾਨੂੰ ਹੋਰ ਕੀ ਕਹਿ ਸਕਦੇ ਨੇ? ਸਤਿਗੁਰ ਬਾਝ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ, ਤਥਾ ਸਤਿਗੁਰ ਬਾਝ ਨਾ ਪਾਇਓ, ਸਭ ਮੋਹੀ ਮਾਇਆ ਜਾਲ ਜੀਓ। ਜੇ ਆਪਾਂ ਗੁਰੂ ਦੇ ਹੋ ਜਾਈਏ ਨਾ ਤਾਂ ਗੁਰੂ ਨੂੰ ਆਪਣਾ ਬਣਾ ਲਈਏ, ਫਿਰ ਤਾਂ ਜਾਮ ਗੁਰੂ ਹੋਏ ਵੱਲ, ਧਨੈ ਕਿਆ ਗਾਰਵ ਦਿੱਜੈ, ਜਾਮ ਗੁਰੂ ਹੋਏ ਵੱਲ, ਲੱਖ ਬਾਹੀਂ ਕਿਆ ਕੀਜੈ, ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸੱਚੈ ਘਰ,
ਜੋ ਗੁਰੂ ਗੁਰੂ ਅਹਨਸ ਜਪੈ, ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮੈਂ ਧਰੈ, ਸੋ ਜਨਮ ਮਰਨ ਦੋਂ ਥੇ ਰਹਿ। ਸੋ ਜਦੋਂ ਤੁਸੀਂ ਇਸ ਰਾਸਤੇ ਦੇ ਧਾਰਨੀ ਬਣ ਗਏ, ਗੁਰੂ ਮਿਹਰ ਨਾਲ ਇਸ ਰਸਤੇ ਦਾ ਰੰਗ ਹੀ ਵੱਖਰਾ ਹੈ। ਗੁਰੂ ਦੀ ਸ਼ਰਨ ਆਇਆ ਤਾਂ ਪਾਪਾਂ ਨਾਲ ਸੜ ਬਲ ਕੇ ਮਨੂਰ ਹੋਇਆ ਮਨ ਵੀ ਮੁੜ ਸੋਨਾ ਬਣ ਜਾਂਦਾ ਹੈ। ਇਹ ਸਭ ਗੁਰੂ ਸ਼ਰਨ ਵਿੱਚ ਆ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਨ ਨਾਲ ਫਲ ਪ੍ਰਾਪਤ ਹੁੰਦੇ ਹਨ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਰਮਾਨ ਹੈ, ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਤਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਜਿਨ੍ਹਾਂ ਨੂੰ ਗੁਰੂ ਦੀ ਸਾਰ ਲੱਗੀ ਹੈ, ਜਿਨ੍ਹਾਂ ਨੂੰ ਸੋਝੀ ਆਈ ਹੈ ਕਿ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਕੀ ਕੁਝ ਮਿਲਦਾ ਹੈ, ਉਹਨਾਂ ਦੀ ਬਾਣੀ ਪੜ੍ਹ ਲਓ। ਪੁਕਾਰ ਪੁਕਾਰ ਕੇ ਕਿਵੇਂ ਕਹਿੰਦੇ ਹਨ, ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣਹਿ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰ ਮੁਖ ਭਣਿਓ। ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰੂ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਭਏ। ਸੋ ਗਿਆਨ ਸਿੰਘ, ਐਵੇਂ ਮਨ ਦੀ ਉਧੇੜਪਣ ਵਿੱਚ ਨਾ ਪਵੋ, ਕਿਉਂਕਿ ਮਨ ਸੀਮਤ ਸੋਝੀ ਵਾਲਾ ਹੈ। ਗੁਰੂ ਦੀ ਅਗਵਾਈ ਨੂੰ ਆਪਣਾ ਜੀਵਨ ਆਧਾਰ ਬਣਾਵੋ। ਤੁਸੀਂ ਏਡੀ ਦੂਰੋਂ ਚੱਲ ਕੇ ਵੀ ਆਏ, ਜੇ ਕੋਈ ਮਾੜੀ ਗੱਲ ਛੱਡੀ ਨਾ ਤੇ ਚੰਗੀ ਗ੍ਰਹਿਣ ਨਾ ਕੀਤੀ, ਫਿਰ ਤਾਂ ਸਵਾਏ ਪੈਂਡਾ ਮਾਰਨ ਤੋਂ ਕੁਝ ਵੀ ਪੱਲੇ ਨਾ ਪਿਆ। ਸੋ ਤਕੜੇ ਹੋਵੋ। ਤਕੜੇ ਹੋਣ ਦੀ ਲੋੜ ਹੈ, ਸਹਾਇਤਾ ਤਾਂ ਗੁਰੂ ਨੇ ਕਰਨੀ ਹੈ। ਬਾਬਾ ਜੀ ਦੇ ਪ੍ਰੇਮ ਭਰੇ ਕਮਾਈ ਵਾਲੇ ਬਚਨ ਸੁਣ ਕੇ ਗਿਆਨ ਸਿੰਘ ਜੀ ਨੇ ਹਾਂ ਕਰ ਦਿੱਤੀ। ਰਾਤ ਰਹੇ ਤੇ ਸ਼ਾਮ ਸਵੇਰ ਦੇ ਨਿਤਨੇਮ ਵਿੱਚ ਹਾਜ਼ਰੀ ਭਰੀ। ਸੰਗਤ ਦਾ ਹੋਰ ਲਾਹਾ ਲੈ ਕੇ ਮੁੜ ਸਵਖਤੇ ਹੀ ਆਪਣੇ ਸ਼ਹਿਰ ਨੂੰ ਪਰਤ ਗਏ। ਘਰ ਜਾ ਕੇ ਬਾਬਾ ਜੀ ਦਾ ਦੱਸਿਆ ਨਿਯਮ ਸ਼ੁਰੂ ਕਰ ਦਿੱਤਾ। ਜਦੋਂ ਸ਼ਾਮ ਪਵੇ, ਮਨ ਵਿੱਚ ਥੋੜੀ ਢਹਿੰਦੀ ਕਲਾ ਆਵੇ, ਪਰ ਫਿਰ ਬਾਬਾ ਜੀ ਦੇ ਬਚਨ ਯਾਦ ਆਉਣ ਕਿ ਤੂੰ ਸ਼ਰਾਬ ਛੱਡ ਦੇ, ਗਰੀਬੀ ਦਾ ਦਲਿੱਦਰ ਤੈਨੂੰ ਛੱਡ ਜਾਵੇਗਾ। ਜੇ ਮੈਂ ਘਰ ਸ਼ਰਾਬ ਰੱਖਾਂ ਤੇ ਪੀਵਾਂ, ਫਿਰ ਬਾਬਾ ਜੀ ਦੇ ਬਚਨ ਅਨੁਸਾਰ ਗਰੀਬੀ ਦੂਰ ਨਹੀਂ ਹੋਣੀ। ਫਿਰ ਮਨ ਹੌਸਲਾ ਧਾਰ ਕੇ ਤਕੜਾ ਹੋ ਜਾਏ ਕਿ ਥੋੜਾ ਚਿਰ ਛੱਡ ਕੇ ਵੇਖ ਲੈ ਕਿਹੜਾ ਜਾਨ ਨਿਕਲ ਚੱਲੀ ਹੈ। ਜੇ ਸੰਤਾਂ ਦੇ ਬਚਨ ਨੇ ਥੋੜੇ ਮਹੀਨਿਆਂ ਵਿੱਚ ਕੁਝ ਨਾ ਸਾਰਿਆ, ਫੇਰ ਪੀਣ ਲੱਗ ਜਾਵਾਂਗੇ। ਪਹਿਲੇ ਕੁਝ ਦਿਨ ਤਾਂ ਔਖ ਹੋਈ। ਹਰ ਰੋਜ਼ ਬਾਣੀ ਪੜਨ, ਗੁਰੂ ਦਰ ਅਰਦਾਸ ਕਰਨ ਨਾਲ ਮਨ ਵਿੱਚ ਦ੍ਰਿੜਤਾ ਆਉਣੀ ਸ਼ੁਰੂ ਹੋ ਗਈ। ਕੁਝ ਉਸ ਪਹਿਲੇ ਹਮਦਰਦ ਪ੍ਰੇਮੀ ਦੀ ਸੰਗਤ ਦਾ ਸਹਾਰਾ ਹਰ ਰੋਜ਼ ਢਹਿੰਦੇ ਮਨ ਨੂੰ ਖੜਾ ਕਰ ਦਿਆ ਕਰੇ। 15-20 ਦਿਨਾਂ ਬਾਅਦ ਆਪ ਜੀ ਬਾਬਾ ਜੀ ਦੇ ਦਰਸ਼ਨ ਕਰਨ ਆ ਜਾਇਆ ਕਰਨ। ਗੱਲ ਕੀ ਥੋੜੇ ਮਹੀਨਿਆਂ ਵਿੱਚ ਹੀ ਕੰਮ ਵਧਣ ਲੱਗ ਪਿਆ। ਮਾਇਆ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ। ਘਰ ਵਾਲੇ ਵੀ ਖੁਸ਼ ਕਿ ਸਾਡੇ ਘਰ ਵਿੱਚੋਂ ਤਾਂ ਸਤਿਗੁਰੂ ਜੀ ਨੇ ਆਪ ਦਲਿੱਦਰ ਕੱਢਿਆ ਹੈ। ਬੱਚੇ ਜੋ ਹਰ ਸਮੇਂ ਸਹਿਮੇ ਰਹਿੰਦੇ ਸਨ ਕਿ ਭਾਈਆ ਜੀ ਨੇ ਪੀ ਕੇ ਘਰ ਵਿੱਚ ਆ ਜਾਣਾ ਹੈ ਤੇ ਸਾਰੇ ਦਿਨ ਦਾ ਕੰਮ ਦਾ ਥਕੇਵਾਂ ਸਾਡੇ ਤੇ ਹੀ ਲਾਉਣਾ ਹੈ, ਹੁਣ ਖੁਸ਼ ਨਜ਼ਰ ਆਉਣ ਲੱਗ ਪਏ। ਪਹਿਲੇ ਦਿਨਾਂ ਵਿੱਚ ਭਾਈਆ ਜੀ ਦੇ ਆਉਣ ਨਾਲ ਬੱਚਿਆਂ ਨੇ ਅੰਦਰ ਹੀ ਲੁਕ ਜਾਣਾ। ਹੁਣ ਉਸ ਦੇ ਉਲਟ ਜਦੋਂ ਭਾਈਆ ਜੀ ਨੇ ਆਉਣਾ ਤਾਂ ਉਹਨਾਂ ਬੱਚਿਆਂ ਨੇ ਕੋਲ ਜਾ ਕੇ ਆਪ ਪਿਆਰ ਲੈਣਾ ਤੇ ਉਹਨਾਂ ਨਾਲ ਪਿਆਰ ਕਰਨਾ। ਇੰਜ ਕਹਿ ਲਈਏ ਤਾਂ ਕੋਈ ਆਤਕਥਨੀ ਨਹੀਂ ਕਿ ਘਰ ਦਾ ਨਰਕ ਸਵਰਗ ਵਿੱਚ ਬਦਲ ਗਿਆ। ਸਹਿਮ ਖੁਸ਼ੀ ਵਿੱਚ ਤਬਦੀਲ ਹੋ ਗਿਆ। ਗਰੀਬੀ ਅਮੀਰੀ ਵਿੱਚ ਬਦਲਦੀ ਨਜ਼ਰ ਆਉਣ ਲੱਗੀ। ਕਾਫੀ ਸਮਾਂ ਆਪਣੇ ਪ੍ਰਣ ਤੇ ਕਾਇਮ ਰਿਹਾ ਬਤੀਤ ਹੋਇਆ। ਮਨ ਵੇਖਦਾ ਵੀ ਹੈ ਕਿ ਗੁਰੂ ਆਸ਼ੇ ਅਨੁਸਾਰ ਚੱਲਣ ਵਿੱਚ ਬਰਕਤਾਂ ਤੇ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਤੇ ਹੋ ਰਹੀਆਂ ਹਨ, ਪਰ ਕਈ ਵਾਰ ਕੋਈ ਪੂਰਬਲਾ ਕਰਮ ਐਸਾ ਆ ਜਾਂਦਾ ਹੈ ਜੋ ਕੁਸੰਗਤ ਰਾਹੀਂ ਸਾਕਾਰ ਹੋ ਜਾਂਦਾ ਹੈ। ਗਿਆਨ ਸਿੰਘ ਹੋਰਾਂ ਨੇ ਕੁਸੰਗਤ ਦੀ ਪ੍ਰੇਰਨਾ ਅਧੀਨ ਸ਼ਰਾਬ ਪੀ ਲਈ। ਜਰਾ ਕੁ ਸ਼ਰਾਬ ਦਾ ਨਸ਼ਾ ਘਟਿਆ ਤਾਂ ਪਹਿਲੇ ਦਿਨ ਜਦੋਂ ਆਪ ਬਾਬਾ ਜੀ ਪਾਸ ਗਏ ਸਨ, ਸੰਗਤ ਵਿੱਚ ਚੱਲ ਰਹੀ ਬਾਬਾ ਜੀ ਦੀ ਵਿਚਾਰ ਯਾਦ ਆਈ ਕਿ ਕੁਸੰਗਤ ਐਸੀ ਭੈੜੀ ਚੀਜ਼ ਹੈ ਕਿ ਕਿਸੇ ਪ੍ਰਾਣੀ ਨੇ ਇੱਕ ਪੈਰ ਸਵਰਗ ਵਿੱਚ ਰੱਖਿਆ ਹੋਵੇ ਤੇ ਕੇਵਲ ਪਿਛਲਾ ਚੁੱਕ ਕੇ ਸਵਰਗ ਦਾ ਦਰਵਾਜ਼ਾ ਲੰਘਣਾ ਹੋਵੇ, ਤੇ ਜੇ ਕਿਤੇ ਉਹ ਪਿਛਲਾ ਪੈਰ ਚੁੱਕਣ ਤੋਂ ਪਹਿਲਾਂ ਕੁਸੰਗਤ ਮਿਲ ਜਾਵੇ ਤਾਂ ਪਿਛਲਾ ਪੈਰ ਅਗਾਂਹ ਚੁੱਕ ਕੇ ਤਾਂ ਕੀ ਰੱਖਣਾ ਹੈ, ਪਹਿਲਾ ਸਵਰਗ ਦੀ ਦਹਲੀਜ਼ ਅੰਦਰ ਧਰਿਆ ਪੈਰ ਇਹ ਭੈੜੀ ਕੁਸੰਗਤ ਬਾਹਰ ਖਿੱਚ ਲਿਆਉਂਦੀ ਹੈ। ਮੇਰੇ ਨਾਲ ਤਾਂ ਸੱਚਮੁੱਚ ਹੀ ਇਹ ਗੱਲ ਵਾਪਰੀ ਹੈ। ਮਨ ਨੂੰ ਲਾਹਣਤਾਂ ਪਾਵੇ ਕਿ ਕਿਸ ਮੂੰਹ ਨਾਲ ਜਾ ਕੇ ਮੈਂ ਬਾਬਾ ਜੀ ਨੂੰ ਦੱਸਾਂਗਾ ਕਿ ਮੈਂ ਸ਼ਰਾਬ ਪੀ ਲਈ ਹੈ। ਮੈਂ ਉਹਨਾਂ ਦੇ ਸਾਹਮਣੇ ਤੇ ਗੁਰੂ ਮਹਾਰਾਜ ਜੀ ਅੱਗੇ ਪ੍ਰਣ ਕੀਤਾ ਹੈ। ਮਨ ਦੇ ਇਸ ਉਤਰਾ ਚੜ੍ਹਾਅ ਵਿੱਚ ਲੌਡਾ ਪੈਰ ਬੀਤ ਗਿਆ। ਦਿਨ ਵੀ ਸਰਦੀ ਦੇ ਸਨ। ਆਪ ਨੇ ਫਿਰ ਸਾਈਕਲ ਚੁੱਕਿਆ, ਗੁਰਦੁਆਰਾ ਰਾਮਪੁਰ ਖੇੜੇ ਨੂੰ ਚੱਲ ਪਏ।
ਸ਼ਾਮ ਪਈ ਜਦੋਂ ਗੁਰਦੁਆਰੇ ਪੁੱਜੇ, ਸੇਵਾਦਾਰਾਂ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਨੇ। ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਜੀ ਤਾਂ ਤਲਵਾੜੇ ਕਿਸੇ ਦੇ ਘਰ ਪਾਠ ਦੇ ਭੋਗ ਤੇ ਗਏ ਹੋਏ ਹਨ। ਮਨ ਨੂੰ ਨਿਰਾਸ਼ਤਾ ਹੋਈ। ਸੇਵਾਦਾਰਾਂ ਦੇ ਕਹਿਣ ਤੇ ਆਪ ਨੇ ਪ੍ਰਸ਼ਾਦਾ ਛਕਿਆ ਤੇ ਸੇਵਾਦਾਰਾਂ ਨੂੰ ਚੰਗੀ ਤਰ੍ਹਾਂ ਪੁੱਛਿਆ ਕਿ ਮੈਂ ਬਾਬਾ ਜੀ ਨੂੰ ਜ਼ਰੂਰੀ ਮਿਲਣਾ ਹੈ, ਮੈਨੂੰ ਕੋਈ ਥਹੁ ਪਤਾ ਸਰਨਾਵਾ ਦੱਸੋ। ਪਰ ਸੇਵਾਦਾਰ ਵਿਚਾਰੇ ਅਨਪੜ੍ਹ ਸਨ। ਉਹਨਾਂ ਕੇਵਲ ਇੰਨਾ ਦੱਸਿਆ ਕਿ ਤੁਸੀਂ ਗੁਰਦੁਆਰੇ ਚਲੇ ਜਾਇਓ, ਉੱਥੋਂ ਤੁਹਾਨੂੰ ਪਤਾ ਲੱਗ ਜਾਵੇਗਾ। ਲੰਗਰ ਛਕ ਕੇ ਭਾਈ ਗਿਆਨ ਸਿੰਘ ਹੋਰਾਂ ਨੇ ਥੋੜਾ ਆਰਾਮ ਕੀਤਾ। ਤਕਰੀਬਨ 12 ਕੁ ਵਜੇ ਰਾਤ ਨੂੰ ਹੀ ਠੰਡ ਵਿੱਚ ਸਾਈਕਲ ਦੇ ਸਵਾਰ ਹੋ ਕੇ ਤਲਵਾੜੇ ਨੂੰ ਚੱਲ ਪਏ। ਹਨੇਰੇ ਵਿੱਚ ਸਹਿਜੇ ਸਹਿਜੇ ਚੱਲਦੇ ਚੱਲਦੇ ਕੋਈ ਤੜਕੇ 4 ਵਜੇ ਆਪ ਤਲਵਾੜੇ ਗੁਰਦੁਆਰਾ ਸਾਹਿਬ ਪੁੱਜ ਗਏ। ਗ੍ਰੰਥੀ ਸਿੰਘ ਨੇ ਅਜੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਸੀ। ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਨੇ ਗ੍ਰੰਥੀ ਸਿੰਘ ਨੂੰ ਬਾਬਾ ਜੀ ਬਾਰੇ ਪੁੱਛਿਆ। ਉਹ ਗ੍ਰੰਥੀ ਸਿੰਘ ਹੋਰਾਂ ਦੱਸਿਆ ਕਿ ਇੱਕ ਭਗਤ ਜੀ ਇੱਥੇ ਹਨ, ਨਾਮ ਤਾਂ ਉਹਨਾਂ ਦਾ ਮੈਨੂੰ ਪਤਾ ਨਹੀਂ, ਕਿਸੇ ਨੂੰ ਸ਼ਾਇਦ ਪਤਾ ਵੀ ਨਾ ਹੋਵੇ, ਪਰ ਕਹਿੰਦੇ ਸਾਰੇ ਉਹਨਾਂ ਨੂੰ ਭਗਤ ਜੀ ਹਨ। ਉਹਨਾਂ ਪਾਸ ਬਾਬਾ ਜੀ ਆਉਂਦੇ ਹਨ, ਉਹ 3 ਸੈਕਟਰ ਵਿੱਚ ਰਹਿੰਦੇ ਹਨ, ਤੁਸੀਂ ਉੱਥੇ ਚਲੇ ਜਾਓ। ਗਿਆਨ ਸਿੰਘ ਹੋਰੀ ਪੁੱਛਦੇ ਪਛਾਉਂਦੇ ਅੱਧੇ ਪੌਣੇ ਘੰਟੇ ਬਾਅਦ ਭਗਤ ਜੀ ਦੇ ਘਰ ਪੁੱਜੇ। ਆਪ ਜੀ ਨੇ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਾ ਜੀ ਨੇ ਗਿਆਨ ਸਿੰਘ ਹੋਰਾਂ ਨੂੰ ਸੁੱਖ ਸੰਦ ਪੁੱਛੀ ਤੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ, ਕੀ ਰਾਤ ਇੱਥੇ ਹੀ ਸੀ? ਤੁਹਾਡੇ ਹੱਥ ਬੜੇ ਠਰੇ ਹੋਏ ਹਨ। ਘਰ ਵਾਲਿਆਂ ਨੂੰ ਕਹਿ ਕੇ ਚਾਹ ਆਦਿ ਛਕਾਈ। ਗਿਆਨ ਸਿੰਘ ਹੋਰਾਂ ਨੇ ਸਾਰਾ ਹਾਲ ਦੱਸਿਆ ਕਿ ਮੈਂ ਰਾਤ ਗੁਰਦੁਆਰੇ ਆਇਆ ਸਾਂ, ਉੱਥੋਂ 12 ਵਜੇ ਸਾਈਕਲ ਤੇ ਚੱਲ ਕੇ ਇੱਥੇ ਪੁੱਜਿਆ ਹਾਂ। ਇੱਥੋਂ ਦੇ ਗੁਰਦੁਆਰਾ ਸਾਹਿਬ ਹੋ ਕੇ ਪੁੱਛਦਾ ਪਛਾਉਂਦਾ ਤੁਹਾਡੇ ਕੋਲ ਪੁੱਜਾ ਹਾਂ। ਮੇਰਾ ਸਾਰਾ ਥਕੇਵਾਂ ਤਾਂ ਹੁਣ ਆਪ ਜੀ ਦੇ ਦਰਸ਼ਨ ਕਰਕੇ ਦੂਰ ਹੋ ਗਿਆ ਹੈ। ਬਾਬਾ ਜੀ ਨੇ ਕਿਹਾ ਕਿ ਸਾਡਾ ਨਿਤਨੇਮ ਰਹਿੰਦਾ ਹੈ, ਉਸ ਨੂੰ ਪੂਰਾ ਕਰ ਲਈਏ, ਬਾਕੀ ਗੱਲਬਾਤ ਫਿਰ ਕਰਾਂਗੇ। ਬਾਬਾ ਜੀ ਨੇ ਨਿਤਨੇਮ ਪੂਰਾ ਕੀਤਾ। ਨਿਤਨੇਮ ਉਪਰੰਤ ਆਪ ਨੇ ਸਹਿਜ ਨਾਲ ਗਿਆਨ ਸਿੰਘ ਨੂੰ ਪੁੱਛਿਆ, ਗਿਆਨ ਸਿਆਂ ਆਪਣੇ ਬਚਨ ਤੇ ਕਾਇਮ ਨਹੀਂ ਨਾ ਰਿਹਾ, ਗਲਤੀ ਕਰ ਲਈ ਨਾ? ਗਿਆਨ ਸਿੰਘ ਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਮਾੜੀ ਸੰਗਤ ਨੇ ਗਲਤੀ ਕਰਵਾ ਦਿੱਤੀ ਹੈ, ਮੈਂ ਚਾਹੁੰਦਾ ਤਾਂ ਨਹੀਂ ਸੀ। ਜਿਸ ਦਿਨ ਦੀ ਛੱਡੀ ਸੀ ਬੜਾ ਆਨੰਦ ਬਣਿਆ ਰਿਹਾ, ਮਾਇਆ ਵਿੱਚ ਵੀ ਵਾਧਾ ਹੋਣ ਲੱਗ ਪਿਆ ਸੀ, ਘਰ ਵਾਲੇ ਵੀ ਸਾਰੇ ਖੁਸ਼ ਸਨ, ਮੇਰਾ ਸਰੀਰ ਵੀ ਅੱਗੇ ਨਾਲੋਂ ਵੱਲ ਸੀ। ਬਾਬਾ ਜੀ ਨੇ ਤਾੜਨਾ ਭਰੇ ਲਹਿਜੇ ਨਾਲ ਕਿਹਾ ਕਿ ਜਦ ਸਾਰਾ ਕੁਝ ਠੀਕ ਸੀ ਤਾਂ ਫਿਰ ਕਿਹੜਾ ਬੇਲਣੇ ਵਿੱਚ ਬਾਂਹ ਆਈ ਸੀ, ਜਿਸ ਨੂੰ ਛਡਾਉਣ ਲਈ ਤੂੰ ਇਹ ਕੀਤਾ ਹੋਇਆ ਪ੍ਰਣ ਭੰਗ ਕੀਤਾ, ਗੁਰੂ ਦੀ ਨਾਰਾਜ਼ਗੀ ਲਈ। ਜਿਸ ਨੂੰ ਤੁਸੀਂ ਦੋਸ਼ੀ ਠਹਿਰਾਉਂਦੇ ਹੋ ਕਿ ਉਸਨੇ ਢਾਹ ਕੇ ਤੁਹਾਡੇ ਮੂੰਹ ਵਿੱਚ ਸ਼ਰਾਬ ਪਾ ਦਿੱਤੀ, ਇਹ ਤਾਂ ਤੁਹਾਡੀ ਆਪਣੀ ਕਮਜ਼ੋਰੀ ਹੈ। ਗਿਆਨ ਸਿੰਘ ਹੋਰਾਂ ਨੇ ਹੱਥ ਜੋੜ ਕੇ ਕਿਹਾ, ਬਾਬਾ ਜੀ ਮੈਥੋਂ ਗਲਤੀ ਹੋ ਗਈ ਹੈ, ਮੈਂ ਕੀਤਾ ਪ੍ਰਣ ਭੰਗ ਕੀਤਾ ਹੈ। ਤਦ ਹੀ ਤਾਂ ਮੈਂ ਕੱਲ ਲੌਡੇ ਵੇਲੇ ਦਾ ਮਾਫ ਕਰਾਉਣ ਲਈ ਤੁਰਿਆ ਹੋਇਆ ਹਾਂ ਤੇ ਪਛਤਾਵੇ ਦਾ ਮਾਰਿਆ ਤੁਹਾਡੇ ਪਾਸ ਪੁੱਜਾ ਹਾਂ। ਅਗਾਂਹ ਲਈ ਮੈਂ ਪੱਕਾ ਬਚਨ ਕਰਦਾ ਹਾਂ, ਮੈਂ ਕਿਸੇ ਕਿਸਮ ਦੀ ਢਿੱਲ ਨਹੀਂ ਆਉਣ ਦਿਆਂਗਾ। ਬਾਬਾ ਜੀ ਕਹਿਣ ਲੱਗੇ, ਗਿਆਨ ਸਿਆਂ ਹੁਣ ਤੂੰ ਅੰਮ੍ਰਿਤ ਛਕ ਲੈ, ਬਚਨ ਤੇ ਪੂਰਾ ਪਹਿਰਾ ਦੇ। ਤੇਰੇ ਹਾਲ ਤੇ ਤਰਸ ਵੀ ਆਉਂਦਾ ਹੈ ਕਿ ਪਛਤਾਵੇ ਅਧੀਨ ਸਾਰੀ ਰਾਤ ਝਾਕ ਮਾਰਦਾ ਰਿਹਾ। ਹੁਣ ਤੁਸੀਂ ਅੰਮ੍ਰਿਤ ਛਕ ਲਵੋ, ਗੁਰੂ ਵਾਲੇ ਬਣ ਜਾਵੋ। ਮਾਇਆ ਤਾਂ ਕੀ ਤੁਸੀਂ ਠੇਕੇਦਾਰੀਆਂ ਕਰੋਗੇ, ਪਰ ਠੇਕੇਦਾਰੀਆਂ ਉਨਾ ਚਿਰ ਰਹਿਣਗੀਆਂ, ਯਾਦ ਰੱਖੀ, ਜਿੰਨਾ ਚਿਰ ਗੁਰੂ ਘਰ ਵਿੱਚ ਗੁਰੂ ਬਚਨਾਂ ਨੂੰ ਧਾਰਨ ਰੱਖੋਗੇ, ਜਿੰਨਾ ਚਿਰ ਘਰ ਵਿੱਚ ਗੁਰੂ ਬਚਨਾਂ ਨੂੰ ਧਾਰਨ ਰੱਖੋਗੇ। ਥੋੜੇ ਦਿਨਾਂ ਬਾਅਦ ਆਪ ਨੇ ਸਿੰਘਣੀ ਸਮੇਤ ਅੰਮ੍ਰਿਤ ਪਾਨ ਕਰ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰ ਲਈ। ਗੁਰੂ ਮਿਹਰ ਨਾਲ ਗੁਰੂ ਬਚਨਾਂ ਦੀ ਕਮਾਈ ਸਦਕਾ ਥੋੜੇ ਸਮੇਂ ਵਿੱਚ ਐਸਾ ਕਾਰੋਬਾਰ ਵਧਿਆ, ਇੱਕ ਤੋਂ ਬਾਅਦ ਦੂਜਾ ਠੇਕਾ ਲੈ ਲਿਆ, ਚੰਗੇ ਪੈਸੇ ਬਚ ਗਏ, ਫਿਰ ਹੋਰ। ਗੁਰੂ ਮਿਹਰ ਨਾਲ ਮਕਾਨ ਵੀ ਸੁੰਦਰ ਬਣ ਗਿਆ, ਜਗ੍ਹਾ ਵੀ ਕਾਫੀ ਖਰੀਦ ਲਈ, ਇੱਕ ਹੋਰ ਕੋਠੀ ਦਾ ਸੌਦਾ ਕਰ ਲਿਆ। ਗੁਰੂ ਸ਼ਰਨ ਗ੍ਰਹਿਣ ਕਰਨ ਤੇ ਬਚਨ ਮੰਨਣ ਦਾ ਸਦਕਾ ਕੱਖ ਲੱਖਾਂ ਵਿੱਚ ਬਦਲ ਗਏ। ਗਿਆਨ ਸਿੰਘ ਹੁਣ ਠੇਕੇਦਾਰ ਗਿਆਨ ਸਿੰਘ ਕਰਕੇ ਮਸ਼ਹੂਰ ਹੋ ਗਿਆ। ਇਹ ਬਰਕਤਾਂ ਗੁਰੂ ਦਰੋਂ, ਗੁਰੂ ਚਰਨਾਂ ਨਾਲ ਜੁੜਨ ਅਤੇ ਭੈੜੀਆਂ ਆਦਤਾਂ ਨੂੰ ਤਿਆਗਣ ਸਦਕਾ ਹੀ ਪ੍ਰਾਪਤ ਹੁੰਦੀਆਂ ਹਨ। ਸਾਰਾ ਪਰਿਵਾਰ ਗੁਰੂ ਚਰਨਾਂ ਨਾਲ ਜਿਉਂ-ਜਿਉਂ ਜੁੜਦਾ ਗਿਆ, ਵਾਧਾ ਹੀ ਵਾਧਾ ਹੁੰਦਾ ਗਿਆ, ਜਿਸ ਨੂੰ ਤਿਬੜੀ ਰੋਡ ਤੇ ਹੁਣ ਵੀ ਵੇਖਿਆ ਜਾ ਸਕਦਾ ਹੈ। ਸਤਿਗੁਰੂ ਜੀ ਦਾ ਬਚਨ ਵੀ ਹੈ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੇ ਰਾਜ, ਤਥਾ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰੂ ਨੂੰ ਰਿਝਾਉਣ ਦਾ ਤਰੀਕਾ ਕੇਵਲ ਇਹ ਹੀ ਹੈ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ, ਤਥਾ ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੀ 48 ਘੰਟੇ ਅੰਦਰ ਪੂਰਾ ਕਰਨ ਦੀ ਕੋਈ ਵਿਸ਼ੇਸ਼ ਮਰਜ਼ਾਦਾ ਨਹੀਂ ਹੈ। ਇਹਨਾਂ ਹੀ ਦਿਨਾਂ ਵਿੱਚ ਜੋ ਅੱਸੂ ਦਾ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ ਸੀ, ਉਸ ਦੀ ਤਿਆਰੀ ਚੱਲ ਰਹੀ ਸੀ।
ਗਿਆਨੀ ਦਿਆਲ ਸਿੰਘ ਜੀ ਪਟਿਆਲੇ ਤੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੁਟੀਆ ਰਾਮਪੁਰ ਖੇੜਾ ਪੁੱਜੇ। ਬਚਨ ਬਿਲਾਸ ਕਰਦਿਆਂ ਗਿਆਨੀ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਕਿੰਨੇ ਵਜੇ ਆਰੰਭ ਕਰਨਾ ਹੈ ਅਤੇ ਸਮਾਪਤੀ ਕਦੋਂ ਦਾ ਟਾਈਮ ਕੀ ਹੈ। ਬਾਬਾ ਜੀ ਨੇ ਜਿਵੇਂ ਪ੍ਰੋਗਰਾਮ ਸੀ ਬੇਨਤੀ ਕਰ ਦਿੱਤੀ ਕਿ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦਾ ਵਿਚਾਰ ਹੈ ਅਤੇ ਭੋਗ 10 ਵਜੇ ਆਰੰਭ ਕਰ ਦਿਆਂਗੇ। ਗਿਆਨੀ ਜੀ ਜੋ ਬੜੇ ਗੁਰਮੁਖ ਅਤੇ ਸਿਮਰਨ ਭਜਨ ਵਾਲੇ ਸਨ ਕਹਿਣ ਲੱਗੇ, ਇਸ ਤਰ੍ਹਾਂ ਕਰਨ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਵਿੱਚ ਫਰਕ ਪਵੇਗਾ, ਕਿਉਂਕਿ ਜਿੰਨੇ ਵਜੇ ਅਖੰਡ ਪਾਠ ਆਰੰਭ ਕੀਤਾ ਜਾਵੇ ਉਨੇ ਵਜੇ ਸਮਾਪਤੀ ਹੋ ਜਾਣੀ ਚਾਹੀਦੀ ਹੈ। ਬਾਬਾ ਜੀ ਨੇ ਉੱਤਰ ਦਿੱਤਾ ਕਿ ਸਾਡੇ ਤਾਂ ਸਮਾਂ ਵਧੇਕ ਲੱਗ ਜਾਂਦਾ ਹੈ। ਗਿਆਨੀ ਜੀ ਨੇ ਪਹਿਲੇ ਵਾਲੀ ਗੱਲ ਦੁਬਾਰਾ ਦੁਹਰਾਈ ਕਿ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ। ਇਸ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਮਰਜ਼ਾਦਾ ਵਿੱਚ ਵਿਘਨ ਪੈਂਦਾ ਹੈ। ਆਪ ਜੀ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਕੱਲ ਸਵੇਰੇ ਆਪਾਂ ਇਸ ਗੱਲ ਦਾ ਨਿਰਣਾ ਸਤਿਗੁਰੂ ਜੀ ਪਾਸੋਂ ਕਰਵਾ ਲਈਏ ਕਿ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਕਿੰਨੇ ਸਮੇਂ ਅੰਦਰ ਪਾਉਣਾ ਚਾਹੀਦਾ ਹੈ। ਗਿਆਨੀ ਜੀ ਸਹਿਮਤ ਹੋ ਗਏ ਤੇ ਖੁਸ਼ੀ ਪ੍ਰਗਟ ਕੀਤੀ ਕਿ ਇਸ ਨਾਲੋਂ ਹੋਰ ਚੰਗੀ ਗੱਲ ਕਿਹੜੀ ਹੋ ਸਕਦੀ ਹੈ। ਅਗਲੇ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਉਪਰੰਤ ਹੁਕਮਨਾਮਾ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਕੁਝ ਸਮਾਂ ਸਿਮਰਨ ਕੀਤਾ ਅਤੇ ਗੁਰੂ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਗਰੀਬ ਨਵਾਜ਼ ਜੀ, ਆਪ ਜੀ ਦੇ ਸਰੂਪ ਦਾ ਜੋ ਅਖੰਡ ਪਾਠ ਆਰੰਭ ਕਰੀਦਾ ਹੈ ਕਿ ਉਸ ਦੀ ਸਮਾਪਤੀ 48 ਘੰਟੇ ਵਿੱਚ ਹੀ ਹੋਣੀ ਚਾਹੀਦੀ ਹੈ। ਜੇ ਵੱਧ ਘੱਟ ਸਮਾਂ ਲੱਗ ਜਾਵੇ ਤਾਂ ਕੀ ਗੁਰਮਰਜ਼ਾਦਾ ਵਿੱਚ ਕੋਈ ਫਰਕ ਤਾਂ ਨਹੀਂ ਪੈਂਦਾ। ਆਪ ਜੀ ਕਿਰਪਾ ਕਰਕੇ ਅਗਵਾਈ ਬਖਸ਼ਿਸ਼ ਕਰੋ। ਅਰਦਾਸ ਕਰਨ ਉਪਰੰਤ ਸਤਿਗੁਰੂ ਜੀ ਦੇ ਹਜ਼ੂਰ ਹੀ ਬਾਬਾ ਜੀ ਅਤੇ ਜਿਹੜੇ ਕੁਝ ਪ੍ਰੇਮੀ ਸਿੰਘ ਸਨ ਬੈਠ ਗਏ। ਸਾਰਿਆਂ ਦੇ ਮਨ ਵਿੱਚ ਭੈ ਅਤੇ ਅਦਬ ਸੀ ਤੇ ਮਨ ਵਿੱਚ ਖਿੱਚ ਵੀ ਸੀ ਕਿ ਸ਼ਾਇਦ ਸਾਨੂੰ ਵੀ ਜੁੜੀਆਂ ਹੋਈਆਂ ਆਤਮਾਵਾਂ ਦੇ ਸਦਕੇ ਗੁਰੂ ਦਰਸ਼ਨਾਂ ਦੀ ਖੈਰ ਪ੍ਰਾਪਤ ਹੋ ਜਾਵੇ। ਪਰ ਜਿਨ੍ਹਾਂ ਦੇ ਅੰਤਸ਼ਕਰਨ ਦਾ ਸ਼ੀਸ਼ਾ ਸਾਫ਼ ਸੀ, ਸਤਿਗੁਰੂ ਜੀ ਦੀ ਹੋਂਦ ਦਾ ਝਲਕਾਰਾ ਉਹਨਾਂ ਨੂੰ ਹੀ ਪ੍ਰਾਪਤ ਹੋਇਆ। ਬਾਬਾ ਜੀ, ਗਿਆਨੀ ਜੀ ਅਤੇ ਇੱਕ ਹੋਰ ਪ੍ਰੇਮੀ ਸਿੰਘ ਹੀ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਆਨੰਦ ਨੂੰ ਪ੍ਰਾਪਤ ਕਰ ਸਕੇ। ਬਾਬਾ ਜੀ ਨੇ ਸੰਗਤ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਮਰਜ਼ਾਦਾ ਸਾਡੇ ਵੱਲੋਂ ਨਿਯਤ ਕੀਤੀ ਹੋਈ ਨਹੀਂ ਹੈ। ਇਹ ਤਾਂ ਗੁਰਸਿੱਖਾਂ ਨੇ ਆਪ ਬਣਾਉਣਾ ਕੀਤੀ ਹੈ। ਪਾਠ ਪ੍ਰੇਮ ਨਾਲ ਹੋਣਾ ਚਾਹੀਦਾ ਹੈ। ਗੁਰਬਾਣੀ ਦਾ ਪਾਠ ਕਰਨ ਵਾਲਾ ਪ੍ਰੇਮੀ ਪ੍ਰੇਮ ਨਾਲ ਪਾਠ ਕਰੇ ਅਤੇ ਸੰਗਤ ਪ੍ਰੇਮ ਨਾਲ ਸੁਣੇ, ਤਦ ਹੀ ਅਖੰਡ ਪਾਠ ਸਾਹਿਬ ਦਾ ਪੂਰਾ ਲਾਭ ਹੈ। 48 ਘੰਟੇ ਦੀ ਥਾਂ ਭਾਵੇਂ ਵੱਧ ਜਿੰਨਾ ਮਰਜ਼ੀ ਸਮਾਂ ਲੱਗ ਜਾਵੇ, ਕੋਈ ਬੰਦਸ਼ ਵਾਲੀ ਮਰਜ਼ਾਦਾ ਨਹੀਂ ਹੈ। ਸਤਿਗੁਰੂ ਜੀ ਦਾ ਇਹ ਬਚਨ ਸਾਰੀ ਹਾਜ਼ਰ ਸੰਗਤ ਨੂੰ ਦੱਸਿਆ ਗਿਆ। ਬੜੀ ਪ੍ਰਸੰਨਤਾ ਹੋਈ ਕਿ ਜੋ ਮਨ ਵਿੱਚ ਸ਼ੰਕਾ, ਜੋ ਭੁਲੇਖਾ ਬਣਿਆ ਹੋਇਆ ਸੀ, ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਦੂਰ ਕਰ ਦਿੱਤਾ ਹੈ। ਇਸ ਤੋਂ ਪਿੱਛੋਂ ਬਾਬਾ ਜੀ ਨੇ ਕਈ ਸ੍ਰੀ ਅਖੰਡ ਪਾਠ ਸਾਹਿਬ 72 ਘੰਟੇ ਵਿੱਚ ਵੀ ਸੰਪੂਰਨ ਕਰਵਾਏ। ਪਾਠੀ ਸਿੰਘਾਂ ਨੇ ਬੜੇ ਪ੍ਰੇਮ ਨਾਲ ਉੱਚੀ ਬੋਲ ਕੇ ਪਾਠ ਕਰਨਾ ਅਤੇ ਸੰਗਤ ਨੇ ਪ੍ਰੇਮ ਨਾਲ ਸਰਵਣ ਕਰਨਾ। ਕਈ ਵਾਰੀ ਤਾਂ ਬਾਬਾ ਜੀ ਨੇ ਸਾਰੀ ਪ੍ਰੇਮੀ ਸੰਗਤ ਨੂੰ ਉਚੇਚਾ ਪ੍ਰੇਰਨਾ ਦੇਣੀ ਕਿ ਘੱਟੋ ਘੱਟ 2 ਘੰਟੇ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਲੇ ਹਿਰਦੇ ਵਿੱਚ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੋ ਤੇ ਨਾਲ ਨਾਲ ਗੁਰੂ ਕੀ ਬਾਣੀ ਨੂੰ ਸਰਵਣ ਕਰੀ ਚਲੋ। ਬਾਬਾ ਜੀ ਖੁਦ ਆਪ ਸੰਗਤ ਨਾਲ ਬੈਠ ਕੇ ਇਸ ਪ੍ਰੋਗਰਾਮ ਵਿੱਚ ਉਚੇਚਾ ਹਾਜ਼ਰੀ ਭਰਿਆ ਕਰਦੇ ਸਨ। 52 ਅੱਖਰੀ ਦੇ ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਇਸ ਦਾ ਮਹਾਤਮ। ਬਾਬਾ ਜੀ ਜਿਸ ਵੇਲੇ ਸਹਿਜ ਪਾਠ ਕਰਦੇ ਜਾਂ ਪੰਜ ਗ੍ਰੰਥੀ ਦੀ ਸੰਥਿਆ ਸਿਖਿਆਰਥੀਆਂ ਨੂੰ ਦਿੰਦੇ, ਜਿਸ ਵੇਲੇ ਪੰਜਵੇਂ ਪਾਤਸ਼ਾਹ ਜੀ ਦੀ ਗੌੜੀ ਰਾਗ ਵਿੱਚ ਉਚਾਰਨ ਕੀਤੀ ਹੋਈ 52 ਅੱਖਰੀ ਦੇ ਅਖੀਰ ਪੰਨਾ 262 ਤੇ ਪੁੱਜ ਕੇ ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ, ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਇਹ ਸ਼ਲੋਕ ਸੰਪੂਰਨ ਕਰਦੇ ਅਤੇ ਸ਼ਲੋਕ ਦੀ ਸਮਾਪਤੀ ਦੇ ਅਖੀਰ ਸਤਿਗੁਰੂ ਜੀ ਨੇ ਗੁਰਬਾਣੀ ਪ੍ਰੇਮੀਆਂ ਲਈ ਇੱਕ ਹਦਾਇਤ ਜੋ ਲਿਖੀ ਹੋਈ ਹੈ ਉਸ ਨੂੰ ਪੜ੍ਹਦੇ ਜਾਂ ਸਰਵਣ ਕਰਦੇ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ। ਤਦ ਆਪ ਜੀ ਸੋਚੀ ਪੈ ਜਾਂਦੇ ਕਿ ਇਸ ਦਾ ਭਾਵ ਕੀ ਹੋਵੇਗਾ। ਕਿਸ ਮੰਤਵ ਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਇਹ ਵਿਸ਼ੇਸ਼ ਹਦਾਇਤ ਦੇ ਅੱਖਰ ਲਿਖੇ ਹੋਏ ਹਨ। ਸਮੇਂ-ਸਮੇਂ ਕਈ ਇੱਕ ਵਿਦਵਾਨਾਂ ਨੂੰ ਆਪ ਜੀ ਨੇ ਪੁੱਛਣਾ ਕੀਤਾ ਕਿ 52 ਅੱਖਰੀ ਦੇ ਅਖੀਰ ਜੋ ਇਹ ਪੰਕਤੀ ਲਿਖੀ ਹੋਈ ਹੈ, ਇਸ ਦਾ ਕੀ ਭਾਵ ਹੈ। ਕਈ ਪ੍ਰੇਮੀਆਂ ਨੇ ਕਹਿਣਾ ਕਿ ਇਹ ਸ਼ਲੋਕ 52 ਅੱਖਰੀ ਦੇ ਆਦ ਅਤੇ ਅੰਤ ਵਿੱਚ ਪੜ੍ਹਨ ਦੀ ਹਦਾਇਤ ਹੈ, ਪਰ ਆਪ ਨੇ ਉੱਤਰ ਦੇਣਾ ਕਿ ਆਦ ਅਤੇ ਅੰਤ ਵਿੱਚ ਤਾਂ ਸ਼ਲੋਕ ਲਿਖਿਆ ਹੀ ਹੋਇਆ ਹੈ, ਉਹ ਤਾਂ ਹਰ ਹਾਲਤ ਵਿੱਚ ਪੜ੍ਹਨਾ ਹੀ ਹੈ। ਕਈ ਇੱਕ ਨੇ ਕਹਿਣਾ ਕਿ ਇਹ ਬਾਣੀ ਨਹੀਂ, ਉਂਝ ਹੀ ਲਿਖਿਆ ਹੋਇਆ ਹੈ। ਆਪ ਜੀ ਨੇ ਉੱਤਰ ਦੇਣਾ ਕਿ ਬੇਅੰਤ ਸ਼ਲੋਕ ਐਸੇ ਹਨ ਜੋ ਗੁਰਬਾਣੀ ਵਿੱਚ 2-2 ਵਾਰੀ ਆਉਂਦੇ ਹਨ। ਹੋਰ ਕਿਸੇ ਦੇ ਵੀ ਪਿੱਛੇ ਇਸ ਤਰ੍ਹਾਂ ਦੀ ਪੰਕਤੀ ਨਹੀਂ ਲਿਖੀ ਹੋਈ। ਅਖੀਰ ਜਦੋਂ ਮਨ ਦੀ ਤਸੱਲੀ ਨਾ ਹੋਈ ਤਾਂ ਸਤਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਸਤਿਗੁਰੂ ਜੀ, ਇਹ ਜੋ ਆਪ ਜੀ ਨੇ ਉਚੇਚਾ ਸੰਕੇਤ ਗੁਰਬਾਣੀ ਵਿੱਚ ਦਿੱਤਾ ਹੈ ਕਿ ਇਹ ਸ਼ਲੋਕ ਆਦ ਅੰਤ ਪੜ੍ਹਨਾ, ਇਸ ਦਾ ਕੀ ਭਾਵ ਹੈ। ਆਪ ਹੀ ਕਿਰਪਾ ਕਰਕੇ ਇਸ ਦਾ ਨਿਰਣਾ ਕਰੋ। 10ਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਬਚਨ ਕੀਤਾ ਕਿ ਭਾਈ ਹਰਨਾਮ ਸਿੰਘ,
ਜਦੋਂ ਗੁਰਸਿੱਖ ਨਿਤਨੇਮ ਚਾਹੇ ਸਵੇਰ ਦਾ ਜਾਂ ਸ਼ਾਮ ਦਾ ਆਰੰਭ ਕਰੇ, ਆਰੰਭ ਕਰਨ ਤੋਂ ਪਹਿਲੇ ਵੀ ਤੇ ਸਮਾਪਤੀ ਸਮੇਂ ਵੀ ਇਸ ਸ਼ਲੋਕ ਨੂੰ ਪੜ੍ਹਨਾ ਹੈ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੋਵੇ ਜਾਂ ਸਹਿਜ ਪਾਠ, ਅਰਦਾਸ ਤੋਂ ਪਿੱਛੋਂ ਬਾਣੀ ਦਾ ਆਰੰਭ ਕਰਨ ਤੋਂ ਪਹਿਲੇ ਅਤੇ ਸਾਰੇ ਪਾਠ ਦੀ ਸਮਾਪਤੀ ਦੇ ਪਿੱਛੋਂ ਇਸ ਸ਼ਲੋਕ ਨੂੰ ਪੜ੍ਹਨਾ ਹੈ। ਇਹ ਪੰਕਤੀ ਇਸ ਕਰਕੇ ਲਿਖਣਾ ਕੀਤੀ ਹੈ, ਜੋ ਪ੍ਰਾਣੀ ਇਸ ਸ਼ਲੋਕ ਨੂੰ ਆਪਣੇ ਨਿਤਨੇਮ ਜਾਂ ਬਾਣੀ ਦੇ ਆਰੰਭ ਅਤੇ ਸਮਾਪਤੀ ਪਿੱਛੋਂ ਪੜ੍ਹੇਗਾ, ਉਸ ਨੂੰ ਅਧਿਕ ਫਲ ਪ੍ਰਾਪਤ ਹੋਵੇਗਾ। ਗੁਰੂ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਮਨ ਨੂੰ ਸੰਤੁਸ਼ਟਤਾ ਅਤੇ ਪ੍ਰਸੰਨਤਾ ਪ੍ਰਾਪਤ ਹੋਈ ਅਤੇ ਉਸ ਦਿਨ ਤੋਂ ਹੁਣ ਤੱਕ ਜਿੰਨੇ ਵੀ ਪ੍ਰੇਮੀ ਬਾਬਾ ਜੀ ਦੇ ਸੰਪਰਕ ਵਿੱਚ ਆਏ, ਉਹਨਾਂ ਨੂੰ ਇਸ ਸ਼ਲੋਕ ਦਾ ਮਹਾਤਮ ਦੱਸਿਆ ਤੇ ਸਮੇਂ-ਸਮੇਂ ਪੜ੍ਹਨ ਲਈ ਪ੍ਰੇਰਨਾ ਕਰਦੇ ਰਹੇ। ਆਪ ਜੀ ਦੇ ਸਾਰੇ ਸੰਗੀ ਇਸ ਸ਼ਲੋਕ ਨੂੰ ਸਤਿਗੁਰੂ ਜੀ ਦੇ ਦੱਸੇ ਹੁਕਮ ਅਨੁਸਾਰ ਆਪਣੇ ਨਿਤਨੇਮ ਵਿੱਚ ਦੇ ਆਰੰਭ ਤੇ ਅੰਤ ਵਿੱਚ ਜਾਂ ਪਾਠ, ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਨ ਜਾਂ ਸਮਾਪਤੀ ਸਮੇਂ ਜ਼ਰੂਰ ਪੜ੍ਹਦੇ ਹਨ। ਇਹ ਸ਼ਲੋਕ ਇਸ ਤਰ੍ਹਾਂ ਹੈ। ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਇਹ ਸ਼ਲੋਕ ਆਦ ਅੰਤ ਪੜ੍ਹਨਾ। ਗੁਰਬਾਣੀ ਦਾ ਸਤਿਕਾਰ। ਗੁਰਬਾਣੀ ਦਾ ਸਤਿਕਾਰ ਬਾਬਾ ਜੀ ਦੇ ਧੁਰ ਹਿਰਦੇ ਵਿੱਚ ਘਰ ਕਰ ਚੁੱਕਾ ਸੀ। ਅਸਲੀ ਰੂਪ ਵਿੱਚ ਸਤਿਕਾਰ ਵੀ ਉਸ ਵਸਤੂ ਦਾ ਹੀ ਹੋ ਸਕਦਾ ਹੈ ਜੋ ਜੀਵਨ ਵਿੱਚ ਸਭ ਤੋਂ ਮਹਾਨ ਪ੍ਰਤੀਤ ਹੋਵੇ ਅਤੇ ਜੋ ਜੀਵਨ ਆਸਰਾ ਹੋਵੇ। ਬਾਬਾ ਜੀ ਦਾ ਜੀਵਨ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਣ ਵਾਲਾ ਸੀ, ਜਿਸ ਸਦਕਾ ਬਾਬਾ ਜੀ ਆਪਣੀ ਜੀਵਨ ਆਧਾਰ ਵਸਤੂ ਦਾ ਅਤਿ ਸਤਿਕਾਰ ਕਰਿਆ ਕਰਦੇ ਸਨ। ਜਦੋਂ ਕਿਸੇ ਪ੍ਰੇਮੀ ਨੂੰ ਗੁਰਬਾਣੀ ਦੀ ਸੰਥਿਆ ਦੇਣੀ ਹੋਵੇ, ਉਸ ਨੂੰ ਆਪਣੇ ਬੈਠਣ ਵਾਲੀ ਜਗ੍ਹਾ ਤੋਂ ਉੱਚੀ ਜਗ੍ਹਾ ਸੁੰਦਰ ਵਿਛਾਈ ਕਰਕੇ ਬਿਠਾਉਣਾ। ਬਾਬਾ ਜੀ ਸਵੇਰ ਤੇ ਸ਼ਾਮ ਦਾ ਨਿਤਨੇਮ ਸੰਗਤੀ ਰੂਪ ਵਿੱਚ ਕਰਿਆ ਕਰਦੇ ਸਨ। ਸੰਗਤ ਵਿੱਚੋਂ ਜਿੰਨੇ ਸਰੀਰ ਗੁਰਬਾਣੀ ਪੜ੍ਹ ਸਕਦੇ ਹੋਣ, ਉਹਨਾਂ ਨੂੰ ਬਾਕੀ ਸੰਗਤ ਤੋਂ ਅੱਗੇ ਬੈਠਣ ਲਈ ਬੇਨਤੀ ਕਰਨੀ। ਜੇ ਮੰਜਿਆਂ ਉੱਪਰ ਬੈਠ ਕੇ ਨਿਤਨੇਮ ਕਰਨਾ ਹੁੰਦਾ ਤਾਂ ਸਾਰੇ ਮੰਜਿਆਂ ਨੂੰ ਬਰਾਬਰ ਕਰਨ ਲਈ ਨੀਵੀਂ ਚਾਰਪਾਈ ਦੇ ਪਾਵਿਆਂ ਹੇਠ ਇੱਟਾਂ ਦੇ ਕੇ ਬਾਕੀ ਮੰਜਿਆਂ ਦੇ ਬਰਾਬਰ ਕਰਦੇ ਅਤੇ ਪਾਠ ਕਰਨ ਵਾਲੇ ਸਾਰੇ ਮੰਜਿਆਂ ਉੱਪਰ ਜਥਾਜੋਗ ਵਿਛਾਈ ਕਰਾਉਂਦੇ। ਨਿਤਨੇਮੀ ਸਿੰਘਾਂ ਵਿੱਚੋਂ ਵੀ ਜੇ ਕਿਸੇ ਪ੍ਰੇਮੀ ਨੇ ਗੁਟਕੇ ਤੋਂ ਪਾਠ ਕਰਨਾ ਹੁੰਦਾ, ਉਸ ਨੂੰ ਗੁਟਕਾ ਲੈ ਕੇ ਸਿਰਹਾਣੇ ਵੱਲ ਬੈਠਣ ਲਈ ਕਹਿੰਦੇ। ਇੱਥੇ ਹੀ ਬਸ ਨਹੀਂ, ਜਦੋਂ ਸ਼ਾਮ ਨੂੰ ਬਾਹਰ ਸੈਰ ਕਰਨ ਲਈ ਜਾਂਦੇ ਤਦ ਗੁਰਦੁਆਰਾ ਸਾਹਿਬ ਤੋਂ ਤੁਰਨ ਲੱਗੇ ਹੀ ਆਪ ਜੀ ਆਪ ਜਾਂ ਕਿਸੇ ਪ੍ਰੇਮੀ ਨੂੰ ਬੇਨਤੀ ਚੌਪਈ ਜਾਂ ਸੱਤੇ ਬਲਵੰਡ ਦੀ ਵਾਰ ਦਾ ਪਾਠ ਕਰਨ ਵਾਸਤੇ ਕਹਿ ਦਿੰਦੇ। ਜੋ ਪ੍ਰੇਮੀ ਪਾਠ ਕਰਦਾ ਉਸ ਨੂੰ ਸਾਰੀ ਸੰਗਤ ਤੋਂ ਅੱਗੇ ਤੋਰਦੇ, ਬਾਕੀ ਸੰਗਤ ਪਿੱਛੇ ਪਾਠ ਸੁਣਦੀ ਜਾਂਦੀ। ਜੇਕਰ ਆਪ ਪਾਠ ਕਰਦੇ ਤਦ ਆਪ ਸਾਰੀ ਸੰਗਤ ਤੋਂ ਅੱਗੇ ਹੋ ਕੇ ਟੁਰਦੇ। ਆਮ ਤੌਰ ਤੇ ਗੁਰਦੁਆਰਾ ਸਾਹਿਬ ਤੋਂ ਦੱਖਣ ਵਾਲੇ ਪਾਸੇ ਜੋ ਚੋਹ ਹੈ, ਉਸ ਦੇ ਕੰਢੇ ਥੋੜਾ ਸਮਾਂ ਬੈਠ ਕੇ ਗੁਰਬਾਣੀ ਦਾ ਪਾਠ ਜ਼ਰੂਰ ਸੁਣਦੇ ਸਨ। ਜਿਸ ਪ੍ਰੇਮੀ ਨੇ ਪਾਠ ਸੁਣਾਉਣਾ ਹੁੰਦਾ, ਉਸ ਦੇ ਹੇਠਾਂ ਆਪਣੇ ਗਲ ਵਿੱਚੋਂ ਹਜੂਰੀਆ ਲਾ ਕੇ ਦੂਰਾ ਕਰਕੇ ਵਿਛਾ ਦਿੰਦੇ। ਕਈ ਪ੍ਰੇਮੀ ਜੇ ਉਸ ਕੱਪੜੇ ਉੱਪਰ ਬੈਠਣ ਤੋਂ ਨਾ ਨੁਕਰ ਕਰਦੀ ਤਦ ਬਾਬਾ ਜੀ ਕਹਿੰਦੇ ਕਿ ਭਾਈ, ਇਹ ਤੇਰਾ ਸਤਿਕਾਰ ਨਹੀਂ, ਇਹ ਤਾਂ ਜੋ ਗੁਰੂ ਕੀ ਬਾਣੀ ਤੂੰ ਪੜ੍ਹਨੀ ਹੈ, ਸਾਨੂੰ ਸਰਵਣ ਕਰਵਾਉਣੀ ਹੈ, ਉਸ ਦਾ ਅਦਬ ਸਤਿਕਾਰ ਹੈ। ਜਿੰਨਾ ਸਤਿਕਾਰ ਅਸੀਂ ਗੁਰਬਾਣੀ ਦਾ ਕਰਾਂਗੇ, ਉਸ ਵਿੱਚ ਆਪ ਨੂੰ ਹੀ ਲਾਹਾ ਹੈ, ਕਿਉਂਕਿ ਇਹ ਗੁਰਬਾਣੀ ਪਰਮੇਸ਼ਰ ਜੀ ਦਾ ਸਰੂਪ ਹੈ। ਜੋ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ, ਇੰਜ ਜਾਣ ਲਵੋ ਕਿ ਉਹ ਪਰਮੇਸ਼ਰ ਜੀ ਜਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਗੁਰਬਾਣੀ ਦਾ ਅਦਬ ਸਤਿਕਾਰ ਅਸੀਂ ਆਪਣੇ ਭਲੇ ਅਤੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਕਰਨਾ ਹੈ, ਦਿਖਾਵੇ ਮਾਤਰ ਨਹੀਂ, ਧੁਰ ਅੰਦਰੋਂ ਕਰਨਾ ਹੈ। ਜੇ ਕਿਤੇ ਅਖਬਾਰ ਜਾਂ ਕਿਸੇ ਕਾਗਜ਼ ਉੱਪਰ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹੇਠਾਂ ਜ਼ਮੀਨ ਉੱਪਰ ਵੇਖ ਲੈਣ ਤਾਂ ਉਹਨਾਂ ਨੂੰ ਚੁੱਕ ਕੇ ਨਮਸਕਾਰ ਕਰਨੀ ਤੇ ਅੱਗ ਵਿੱਚ ਉਹਨਾਂ ਦਾ ਸੰਸਕਾਰ ਕਰ ਦੇਣਾ। ਛੋਟੇ ਗੁਟਕੇ ਤੋਂ ਲੈ ਕੇ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰੂ ਰੂਪ ਜਾਣ ਕੇ ਆਪ ਜੀ ਸਤਿਕਾਰ ਕਰਿਆ ਕਰਦੇ ਸਨ ਤੇ ਕਿਹਾ ਕਰਦੇ ਸਨ ਕਿ ਕਲਯੁਗੀ ਜੀਵਾਂ ਦਾ ਗੁਰੂ ਕੀ ਬਾਣੀ ਹੈ, ਜੋ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਸਾਡੇ ਲਈ ਅਗਵਾਈ ਨਟ ਰਾਗ ਵਿੱਚ ਕੀਤੀ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,
ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅਤੇ ਸਤਿਗੁਰੂ ਜੀ ਦੀ ਜੋ ਬਾਣੀ ਹੈ ਇਹ ਸਤ ਸਰੂਪ ਪਰਮੇਸ਼ਰ ਦਾ ਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਿੰਨੇ ਵੀ ਬਚਨ ਗੁਰਬਾਣੀ ਵਿੱਚ ਹਨ ਇਹ ਸਤਿਗੁਰੂ ਜੀ ਦਾ ਅਸਲੀ ਰੂਪ ਹਨ। ਇਹ ਬਚਨ ਜੀਵ ਨੂੰ ਜੀਵਨ ਮੁਕਤੀ ਦਾ ਪੰਧ ਦੱਸਣ ਵਾਲੇ ਹਨ। ਸਤਿਗੁਰ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈਗੋ। ਸਤਿਗੁਰੂ ਜੀ ਨੇ ਆਪ ਪੰਜ ਭੂਤਕ ਸਰੀਰ ਵਿੱਚ ਵਿਚਰਦਿਆਂ ਹੋਇਆਂ ਗੁਰਬਾਣੀ ਦਾ ਸਤਿਕਾਰ ਕਰਨ ਦੇ ਪੂਰਨੇ ਪਾਏ ਅਤੇ ਸਾਨੂੰ ਇਸ ਪ੍ਰਕਾਰ ਦਾ ਹੁਕਮ ਕੀਤਾ ਕਿ ਮੇਰੇ ਸਰੂਪ ਤੇ ਜਾਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ। ਬਾਬਾ ਜੀ ਤਾਂ ਇੱਥੋਂ ਤੱਕ ਕਿਹਾ ਕਰਦੇ ਸਨ ਕਿ ਇੰਝ ਜਾਣ ਲਵੋ ਜੋ ਗੁਰਬਾਣੀ ਦਾ ਸਤਿਕਾਰ ਕਰਦਾ ਹੈ ਉਹ ਆਪਣੇ ਗੁਰੂ ਦਾ ਸਤਿਕਾਰ ਕਰਦਾ ਹੈ, ਅਤੇ ਜੋ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ ਉਹ ਗੁਰੂ ਦੀ ਬੇਅਦਬੀ ਕਰਦਾ ਹੈ। ਜੇ ਆਪਾਂ ਗੁਰੂ ਦਾ ਅਦਬ ਸਤਿਕਾਰ ਨਾ ਕੀਤਾ ਤਾਂ ਅਸੀਂ ਕਿਹੜੇ ਮੂੰਹ ਨਾਲ ਗੁਰਦੇਵ ਜੀ ਪਾਸੋਂ ਮੁਕਤ ਭੁਗਤ ਦੀਆਂ ਦਾਤਾਂ ਮੰਗਾਂਗੇ। ਦੂਸਰਾ, ਸਤਿਗੁਰੂ ਜੀ ਦੇ ਗੁਰਬਾਣੀ ਰਾਹੀਂ ਕੀਤੇ ਹੁਕਮ ਨੂੰ ਮੰਨਣਾ ਜਿੱਥੇ ਅਤ ਜ਼ਰੂਰੀ ਹੈ ਉੱਥੇ ਉਹਨਾਂ ਨੂੰ ਗੁਰੂ ਰੂਪ ਜਾਣ ਕੇ ਸਤਿਕਾਰ ਕਰਨਾ ਵੀ ਉਨਾ ਹੀ ਲਾਜ਼ਮੀ ਹੈ, ਕਿਉਂਕਿ ਕਿਸੇ ਦਾ ਵੀ ਅਸਲੀ ਰੂਪ ਵਿੱਚ ਹੁਕਮ ਮੰਨਣ ਤੋਂ ਪਹਿਲਾਂ ਉਸ ਪ੍ਰਤੀ ਸਤਿਕਾਰ ਸ਼ਰਧਾ ਭਾਵਨੀ ਬਣਾਉਣੀ ਅਤ ਜ਼ਰੂਰੀ ਹੈ। ਨਹੀਂ ਤਾਂ ਪੂਰਨ ਰੂਪ ਵਿੱਚ ਮਨੁੱਖ ਹੁਕਮ ਨਹੀਂ ਮੰਨ ਸਕਦਾ, ਨਾ ਹੀ ਪੂਰਨ ਲਾਹਾ ਪ੍ਰਾਪਤ ਕਰ ਸਕਦਾ ਹੈ।